ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਅਸੀਂ ਸਰੀ ਸਟੂਡੀਓ ਤੋਂ ਰੋਜ਼ਾਨਾ ਦੀ ਤਰ੍ਹਾਂ ਇਹ ਪ੍ਰੋਗਰਾਮ ਕਰ ਰਹੇ ਹਾਂ। BC ਦੇ ਵਿੱਚ ਇਸ ਵੇਲੇ ਚੋਣਾਂ ਦੀ ਸਿਆਸਤ ਪੂਰੀ ਭਖੀ ਹੋਈ ਹੈ। ਵੱਖ-ਵੱਖ ਪਾਰਟੀਆਂ ਆਪਣੇ ਆਪਣੇ ਪਾਸੇ ਜ਼ੋਰ ਲਾ ਰਹੀਆਂ। ਸਾਰਾ ਮੀਡੀਆ, ਸਾਰੇ ਰੇਡੀਓ, TV ਇਲੈਕਸ਼ਨ ਦੇ ਉੱਤੇ ਗੱਲ ਕਰ ਰਹੇ ਆ। ਜਦੋਂ ਅਸੀਂ ਇਹ ਸਾਰੇ ਕੁਛ ਨੂੰ ਦੇਖਦੇ ਹਾਂ, ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਸਾਹਮਣੇ ਉੱਭਰ ਕੇ ਆਉਂਦੀਆਂ। ਕਈ ਵਾਰੀ ਇੱਦਾਂ ਲੱਗਦਾ ਜਿਵੇਂ ਸਾਰੀ ਸਿਆਸਤ ਜਿਹੜੀ ਆ 4-5 ਮੁੱਦਿਆਂ ਦੇ ਉੱਤੇ ਸਿਮਟ ਕੇ ਰਹਿ ਗਈ। ਜਿਹੜਾ ਵੀ ਗੱਲ ਕਰ ਰਿਹਾ ਉਹ ਸਰੀ ਹਸਪੀਟਲ ਦੀ ਗੱਲ ਕਰ ਰਿਹਾ, ਉਹ ਮੈਸੀ ਟਨਲ ਬ੍ਰਿਜ ਦੀ ਗੱਲ ਕਰ ਰਿਹਾ, ਜਾਂ ਇਹਦੇ ਆਲੇ ਦੁਆਲੇ ਕੁਛ ਗੱਲਾਂ ਹੋ ਰਹੀਆਂ। ਅਸੀਂ ਅੱਜ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨਾ ਚਾਹੁੰਦੇ। ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵੱਖ-ਵੱਖ ਕੈਂਡੀਡੇਟਸ ਨੂੰ ਦੇਖਿਆ ਇੱਥੇ ਕਿ ਜਿਹੜਾ ਅਸੀਂ ਫਰਾਈਡੇ ਡਿਬੇਟ ਵੀ ਸਾਰੇ ਪੰਜਾਬੀ ਉਮੀਦਵਾਰਾਂ ਦੀ ਇੱਥੇ ਕਰਵਾਈ ਆ, ਉਹਦੇ ਵਿੱਚ ਤੁਸੀਂ ਸਾਰਿਆਂ ਨੂੰ ਬਹੁਤ ਵਿਸਥਾਰ ਦੇ ਵਿੱਚ ਸੁਣ ਲਿਆ। ਜਿਹੜੇ ਵੀ ਸਵਾਲ ਸੀਗੇ ਉਹ ਅਸੀਂ ਪੁੱਛੇ, ਜਿੰਨੇ ਕੁ ਸਵਾਲ ਬਣਦੇ ਸੀ ਉਹ ਸਾਰੇ ਸਵਾਲ ਅਸੀਂ ਉਹਨਾਂ ਨੂੰ ਪੁੱਛੇ ਆ। ਜਾਂ ਉਹਦੇ ਤੋਂ ਪਹਿਲਾਂ ਵੀ ਵੱਖ-ਵੱਖ ਉਮੀਦਵਾਰਾਂ ਦੇ ਨਾਲ ਤੁਸੀਂ ਰੋਜ਼ ਖਬਰਾਂ ਦੇ ਵਿੱਚ ਜਾਂ ਇੱਧਰ ਉੱਧਰ ਉਹਨਾਂ ਬਾਰੇ ਸੁਣਦੇ ਹੋ ਚੈਨਲ ਪੰਜਾਬੀ ਦੇ ਉੱਤੇ ਵੀ, ਕਿ ਉਹਨਾਂ ਦੇ ਕੀ ਵਿਚਾਰ ਨੇ, ਉਹ ਕੀ ਆਪਣੇ ਪਾਰਟੀ ਦੇ ਪਲੇਟਫਾਰਮ ਵਜੋਂ ਕੀ ਕਰਨਗੇ ਉਹ। ਸੋ ਅੱਜ ਅਸੀਂ ਮੀਰਾ ਗਿੱਲ ਜੀ ਦੇ ਨਾਲ ਗੱਲਬਾਤ ਕਰਨੀ ਆ। ਤੁਸੀਂ ਅਕਸਰ ਉਹਨਾਂ ਨੂੰ ਸਾਡੇ ਪ੍ਰੋਗਰਾਮ ਦੇ ਵਿੱਚ ਦੇਖਦੇ ਹੋ। ਸੋਸ਼ਲ ਐਕਟਿਵਿਸਟ ਵੀ ਨੇ, ਸਮਾਜ ਦੇ ਵਿੱਚ ਇਨਵੋਲਵ ਰਹਿੰਦੇ ਨੇ, ਪੋਲੀਟੀਕਲੀ ਅਵੇਅਰ ਨੇ। ਅਸੀਂ ਗੱਲਾਂ ਬਾਤਾਂ ਇਹ ਕਰਨੀਆਂ ਕਿ ਇਹ ਸਿਆਸਤ ਜਿਹੜੀ ਆ ਇਹ ਕਿਸ ਤਰ੍ਹਾਂ ਦੀ ਸਿਆਸਤ ਆ। ਮਸਲਨ ਉਦਾਹਰਣ ਵਜੋਂ ਜਿਹੜਾ ਸਰੀ ਹਸਪੀਟਲ ਆ, ਇਹ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਬਣਿਆ। ਜਿਹੜਾ ਡਿਬੇਟ, ਜਿਹੜਾ ਵੀ ਕੋਈ TV, ਜਿਹੜਾ ਵੀ ਰੇਡੀਓ, ਹਰ ਇੱਕ ਕੈਂਡੀਡੇਟ ਨੂੰ ਪੁੱਛ ਰਿਹਾ ਜੀ ਤੁਸੀਂ ਹਸਪੀਟਲ ਦੇ ਹੱਕ 'ਚੋਂ, ਤੁਸੀਂ ਜ਼ਮੀਨ ਵੇਚਤੀ ਸੀ, ਤੁਸੀਂ ਟਾਈਮ ਨਾਲ ਬਣਾਇਆ ਲਈ, ਉਹ ਕਹਿੰਦੇ ਤੁਸੀਂ ਜ਼ਮੀਨ ਹਜੇ ਤੱਕ ਲਈ ਨਹੀਂ। ਕੀ ਇਹ ਪੋਲੀਟੀਕਲ ਮੁੱਦਾ ਹੋਣਾ ਚਾਹੀਦਾ ਸੀ, ਜਾਂ ਇਹ ਤਾਂ ਬਣਨਾ ਹੀ ਚਾਹੀਦਾ ਸੀ? ਅਸੀਂ ਜਿਹੜੇ ਦੇਸ਼ ਦੇ ਵਿੱਚ ਰਹਿ ਰਹੇ ਹਾਂ, ਜੇ ਪਤਾ ਜਿੰਨੇ ਤੁਹਾਡੇ ਕੋਲ ਘੱਟ ਆ ਉਹਨੇ ਤੁਸੀਂ ਜਿੰਨੇ ਪੇਸ਼ੈਂਟ ਵੱਧਦੇ ਆ ਉਹਦੇ ਹਿਸਾਬ ਨਾਲ ਹਸਪਤਾਲ ਬਣੀ ਜਾਣੇ ਆ। ਜਾਂ ਪੋਰਟੇਬਲਸ ਦਾ ਮੁੱਦਾ ਆ ਜਾਂਦਾ ਸਕੂਲਾਂ ਦਾ, ਕਿ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਪੜ੍ਹਨ ਦੇ ਲਈ ਪ੍ਰੋਪਰ ਕਲਾਸਰੂਮ ਹੈ ਨਹੀਂ। ਕਿ ਇਹ ਤਾਂ ਪੋਲੀਟੀਕਲ ਮੁੱਦਾ ਹੋਣਾ ਹੀ ਨਹੀਂ ਸੀ ਚਾਹੀਦਾ। ਅਸਲ ਮੁੱਦੇ ਕਿਹੜੇ ਆ? ਇਹ ਜਿਹੜੀ ਸਿਆਸੀ ਖੁੱਦੋ ਕਿਵੇਂ ਬਣ ਜਾਂਦੇ ਆ ਇਹ ਮਸਲੇ, ਜਾਂ ਅਸੀਂ ਕੈਂਡੀਡੇਟ ਨੂੰ ਕੀ ਦੇਖ ਕੇ ਵੋਟ ਪਾਈਏ? ਉਹਦੀ ਪਾਰਟੀ, ਉਹਦੇ ਪਾਰਟੀ ਦੇ ਵਾਅਦੇ, ਉਮੀਦਵਾਰ, ਉਹਦੇ ਨਾਲ ਰਿਸ਼ਤੇਦਾਰੀ, ਉਹਦਾ ਸਾਡੇ ਘਰ ਆਉਣਾ ਜਾਣਾ, ਜਾਂ ਉਹਨੂੰ ਪਤਾ ਕਿੰਨਾ ਕੁ ਉਹਦੀ ਅਸੀਂ ਯੋਗਤਾ ਦੇਖੀਏ ਕਿਸੇ ਵੀ ਉਮੀਦਵਾਰ ਦੀ, ਵੀ ਇਹਨੂੰ ਪਤਾ ਕੀ ਹੈ, ਜਾਂ ਕੀ ਕੈਂਡੀਡੇਟ ਦਾ ਰੈਜ਼ੂਮੇ ਦੇਖਣਾ ਚਾਹੀਦਾ ਵੀ ਇਹਨੇ ਕੀਤਾ ਕੀ ਹੈ, ਇਹਦਾ ਪੋਲੀਟੀਕਲ ਕੈਰੀਅਰ ਕੀ ਹੈ, ਇਹਨੂੰ ਪੋਲੀਟਿਕਸ ਦੀ ਸਮਝ ਕਿੰਨੀ ਹੈ, ਇਹਨੂੰ ਮੁੱਦਿਆਂ ਦੀ ਸਮਝ ਕਿੰਨੀ ਹੈ। ਅਸੀਂ ਡਿਬੇਟ ਇੱਥੇ ਜਿਹੜਾ ਤੁਸੀਂ ਸਾਰਿਆਂ ਨੇ ਚੈਨਲ ਪੰਜਾਬੀ ਦੇ ਉੱਤੇ ਦੇਖਿਆ, ਕਈ ਵਾਰੀ ਹੈਰਾਨੀ ਹੁੰਦੀ ਸੀ ਜੇ 5 ਸਰੀ ਦੇ ਮੁੱਦੇ ਆ, ਉਮੀਦਵਾਰ ਉਹਨਾਂ 5 ਮੁੱਦਿਆਂ ਦੇ ਉੱਤੇ ਵੀ ਕਲੀਅਰ ਨਹੀਂ ਹੈ। ਉਹਨਾਂ ਨੂੰ ਘੱਟੋ ਘੱਟ ਉਹਦਾ ਜਵਾਬ ਦੇਣ ਦੀ ਬਜਾਏ ਟਾਲਾ ਵੱਟ ਜਾਂਦੇ ਆ। ਇਹ YouTube ਦੇ ਉੱਤੇ ਸਾਰਾ ਡਿਬੇਟ ਲਾਈਵ ਪਿਆ, ਤੁਸੀਂ ਦੇਖ ਸਕਦੇ ਹੋ ਕਿ ਉਸ ਇੱਕ ਸਵਾਲ ਦੇ ਜਵਾਬ ਨੂੰ ਵੀ ਸਿੱਧਾ ਐਡਰੈਸ ਨਹੀਂ ਹੁੰਦੇ, ਉਹਨੂੰ ਸਾਈਡ ਟਰੈਕ ਕਰ ਰਹੇ ਆ। ਇਹ ਕੀ ਮਸਲਾ ਆ? ਕੀ ਦੇਖਿਆ ਜਾਣਾ ਚਾਹੀਦਾ ਸਾਨੂੰ? ਇੱਥੋਂ ਦੇ ਮੁੱਦੇ ਕਿਹੜੇ ਆ? ਔਰਤਾਂ ਦੀ ਸ਼ਮੂਲੀਅਤ ਕਿੰਨੀ ਆ? ਕਿਹੜਾ ਵਰਗ ਆ ਜਿਹੜਾ ਨੈਗਲੈਕਟ ਹੋ ਰਿਹਾ? ਕਿਤੇ ਇੱਦਾਂ ਤਾਂ ਨਹੀਂ ਵੀ ਇਹ 4-5 ਮੁੱਦੇ ਸਾਰਾ ਮੀਡੀਆ ਤੇ ਸਾਰੇ ਜਿਹੜੇ ਇਹ ਪੋਲੀਟੀਸ਼ੀਅਨਸ ਨੇ ਲਿਆ ਕੇ ਲੋਕਾਂ ਦੇ ਸਾਹਮਣੇ ਪਰੋਸ ਰਹੇ ਆ, ਤੇ ਉਹ ਵੀ ਉਹਨਾਂ ਮੁੱਦਿਆਂ ਦੇ ਉੱਤੇ ਗੱਲ ਕਰ ਰਹੇ ਆ, ਤੇ ਅਸਲ ਮੁੱਦੇ ਜਿਹੜੇ ਉਹ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੇ ਆ। ਇਹਦੇ ਬਾਰੇ ਅੱਜ ਅਸੀਂ ਮੀਰਾ ਗਿੱਲ ਜੀ ਦੇ ਨਾਲ ਗੱਲਬਾਤ ਕਰਨੀ ਹੈ। ਤੁਸੀਂ ਫੇਸਬੁੱਕ ਦੇ ਉੱਤੇ ਅਸੀਂ ਲਾਈਵ ਹਾਂ, ਤੁਸੀਂ ਵੀ ਕੋਈ ਆਪਣਾ ਕਮੈਂਟ ਕਰਕੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਮੀਰਾ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਜੀ ਆਇਆਂ ਜੀ। ਮਿਹਰਬਾਨੀ। ਤੇ ਸਾਰੇ ਆਪਣੇ ਵਿਊਅਰਸ ਨੂੰ, ਉਹਨਾਂ ਨੂੰ ਵੀ ਸਤਿਕਾਰ। ਸਤਿ ਸ਼੍ਰੀ ਅਕਾਲ ਜੀ। ਮੀਰਾ ਜੀ, ਤੁਹਾਨੂੰ ਕੀ ਲੱਗਦਾ ਵੀ ਸੰਤੁਸ਼ਟ ਹੋ ਇਸ ਕਿਸਮ ਦੀ ਰਾਜਨੀਤੀ ਤੋਂ, ਜਾਂ ਜਿਹੜੇ ਮੁੱਦੇ ਡਿਸਕਸ ਹੋ ਰਹੇ, ਜਾਂ ਜਿੱਦਾਂ ਮੈਂ ਹਸਪੀਟਲ ਦੀ ਗੱਲ ਕੀਤੀ ਆ, ਜਾਂ ਲੱਗਦਾ ਵੀ ਮੁੱਦੇ ਕਿਤੇ ਹੋਰ ਵੀ ਹੋਣੇ ਚਾਹੀਦੇ ਆ? ਤੁਸੀਂ ਇੰਟਰੋਡਕਸ਼ਨ ਦੇ ਵਿੱਚ ਬੜਾ ਬਹੁਤ ਕੁਝ ਪੈਕ ਕਰ ਦਿੱਤਾ, ਤੇ ਬਹੁਤ ਵਧੀਆ ਤਰੀਕੇ ਦੇ ਨਾਲ ਪੈਕ ਕਰ ਦਿੱਤਾ। ਆਪਾਂ ਦੋ ਗੱਲਾਂ ਜ਼ਰੂਰ ਕੁਇਕਲੀ ਕਰ ਦਿੰਦੇ ਹਾਂ। ਇੱਕ ਤਾਂ ਜਿਹੜਾ ਆਪਾਂ ਸਕੂਲਾਂ ਦੀ ਗੱਲ ਕਰ ਲੈਂਦੇ ਵੀ ਕਿੰਨੇ ਹੋਣੇ ਚਾਹੀਦੇ ਸੀ। 7000 ਪੋਰਟੇਬਲ ਸੀਗੇ ਉੱਥੇ, ਤੇ 7000 ਬੱਚਾ ਭਾਵੇਂ ਇੱਕ ਨੰਬਰ ਲੱਗਦਾ, ਪਰ ਜਿਸ ਦਾ ਬੱਚਾ ਉਸ ਪੋਰਟੇਬਲ ਦੇ ਵਿੱਚ ਜਾ ਕੇ ਪੜ੍ਹ ਰਿਹਾ ਸੀਗਾ, ਉਸ ਮਾਂ ਬਾਪ ਨੂੰ ਪਤਾ ਹੋਣਾ ਚਾਹੀਦਾ ਵੀ ਮੇਰਾ ਕਿਸ ਤਰ੍ਹਾਂ ਹੈ। ਤੇ ਦੂਸਰਾ, ਆਪਾਂ ਜਦ ਕਹਿੰਦੇ ਹਾਂ ਵੀ ਏਜਿੰਗ ਪਾਪੂਲੇਸ਼ਨ ਆਪਣੀ, ਤੇ ਹਸਪਤਾਲਾਂ ਦੀ ਜ਼ਰੂਰਤ ਹੈ, ਉਹਦੇ ਲਈ ਮੇਰੇ ਸਾਦੀ ਜੀ ਜਿਹੜੀ ਸੋਚ ਦੇ ਵਿੱਚ ਮੈਂ ਕਹਿੰਦੀ ਹਾਂ ਵੀ ਆਪਣੀ ਜਿਹੜੀ ਸੈਂਸਸ ਹੈ 4-5 ਸਾਲਾਂ ਬਾਅਦ ਹੁੰਦੀ ਹੈ, ਤੇ ਨੰਬਰ 1 ਹੈ ਨਾ। ਦੂਸਰੀ ਗੱਲ ਹੈ ਵੀ ਜਿੰਨੇ ਵੀ ਬੱਚੇ ਪੈਦਾ ਹੋ ਰਹੇ ਆਪਣੇ, ਘੱਟੋ ਘੱਟ ਜਿਹੜੇ ਲੋਕਲ ਆ ਉਸ ਦਾ ਵੀ ਰਾਈਟ ਵੇਜ਼ ਉਹਦੀ ਸੈਂਸਸ ਹੈ ਨਾ। ਜਿੰਨੇ ਸਕੂਲਾਂ ਦੇ ਵਿੱਚ ਭਰਤੀ ਹੋ ਰਹੇ ਉਹ ਵੀ, ਸੋ ਇਮੀਗ੍ਰੇਸ਼ਨ ਹੋਈ ਇੱਥੇ, ਜਿੱਦਾਂ ਮਾਈਗ੍ਰੇਟ ਹੋਏ ਭਾਵੇਂ ਇੰਟਰਨਲੀ ਐਕਸਟਰਨਲੀ ਆ ਕੇ, ਉਹ ਸਾਰੇ ਨੰਬਰ ਗਵਰਨਮੈਂਟ ਕੋਲੇ ਪਏ ਆ। ਸੋ ਉਹਨਾਂ ਨੂੰ ਪਤਾ ਵੀ ਕਿਸ ਪਰਸੈਂਟੇਜ ਦੇ ਨਾਲ ਆਪਣੀ ਪਾਪੂਲੇਸ਼ਨ ਇੱਥੇ ਵੱਧ ਰਹੀ ਆ। ਸੋ ਇਹ ਮੈਨੂੰ ਲੱਗਦਾ ਇੱਕ ਨਿਰਾ
ਭੱਦਾ ਮਜ਼ਾਕ ਲੱਗਦਾ ਆਪਣੇ ਲੋਕਾਂ ਦੇ ਨਾਲ, ਜਦੋਂ ਇਹ ਆਟੋਮੈਟਿਕਲੀ ਹੋਣਾ ਚਾਹੀਦਾ ਵੀ ਜਦੋਂ ਇੰਨੇ ਬੱਚੇ ਹੋ ਗਏ ਤੇ ਇਸ ਤੋਂ ਬਾਅਦ ਜਿਹੜੀ ਹੈਗੀ ਆ ਆਲਰੇਡੀ ਫੰਡਿੰਗ ਦੇ ਵਿੱਚ ਬਾਈ ਡਿਫਾਲਟ ਸਕੂਲਾਂ ਦੀ ਤੇ ਬਾਈ ਡਿਫਾਲਟ ਜਿਹੜੀ ਹੈਗੀ ਆ ਆਪਣੇ ਹਸਪਤਾਲ ਦੀ ਜਿਹੜੀ ਮੈਡੀਕਲ ਫੈਸਿਲਿਟੀ ਦੀ ਨਾਲ ਤੁਸੀਂ ਕਹੋ ਵੀ ਪਲੇਗਰਾਉਂਡਸ ਨੇ ਜਿਹੜੀਆਂ ਬਾਕੀ ਸਾਰੀਆਂ ਜਿੱਦਾਂ ਰੈਕ ਸੈਂਟਰ ਨੇ, ਉਹਨਾਂ ਕੋਲ ਜਦੋਂ ਪਾਪੂਲੇਸ਼ਨ ਦੇ ਨੰਬਰ ਤੇ ਹੀ ਸਾਰਾ ਕੁਝ ਆਧਾਰਿਤ ਹੈ ਤਾਂ ਇਹ ਸਾਰੀਆਂ ਚੀਜ਼ਾਂ ਪੋਲੀਟੀਕਲ ਇਸ਼ੂਜ਼ ਨਹੀਂ ਹੋਣੀਆਂ ਚਾਹੀਦੀਆਂ ਵੀ ਮੈਂ ਵੇਚਤਾ, ਮੈਂ ਖਰੀਦ ਲਿਆ, ਮੈਂ ਲਿਆ ਕੇ ਦੂੰ। ਇਹ ਹੱਕ ਹੋਣਾ ਚਾਹੀਦਾ ਕਿਉਂਕਿ ਆਪਣੀ ਫੰਡਿੰਗ ਜਾ ਰਹੀ ਹੈ ਤੇ ਜਿੰਨੇ ਜ਼ਿਆਦਾ ਇੱਥੇ ਲੋਕੀ ਆ ਰਹੇ ਉਨਾ ਜ਼ਿਆਦਾ ਟੈਕਸ ਵੀ ਆ ਰਿਹਾ, ਰਾਈਟ? ਤੇ ਜੇ ਪਾਪੂਲੇਸ਼ਨ ਵੱਧ ਰਹੀ ਹੈ ਤੇ ਟੈਕਸ ਵੀ ਆ ਰਿਹਾ, ਸੋ ਉਸ ਟੈਕਸ ਨੂੰ ਪ੍ਰਪੋਰਸ਼ਨੇਟਲੀ ਜਿਹੜੀ ਹੈ ਉਸ ਚੀਜ਼ ਦੇ ਵਿੱਚ ਕੋਸ਼ਿਸ਼ ਕਰਨੀ ਚਾਹੀਦੀ। ਮੈਨੂੰ ਤਾਂ ਇਹ ਲੱਗਦਾ, ਮੈਨੂੰ ਹੈਰਾਨੀ ਹੁੰਦੀ ਜਦੋਂ ਮੈਂ ਸੋਚਦੀ ਹਾਂ ਵੀ ਹਜੇ ਆਪਾਂ ਵੇਟ ਕਰੀ ਜਾ ਰਹੇ ਹਾਂ। ਬ੍ਰਿਜ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਨਹੀਂ ਪਤਾ ਸੀ, ਜਿਹੜੀ ਗਵਰਨਮੈਂਟ ਦੇ ਵਿੱਚ ਜਿਹੜੇ ਲੋਕੀ ਕੰਮ ਕਰਦੇ ਆ, ਕਿ ਉਹਨਾਂ ਨੂੰ ਨਹੀਂ ਪਤਾ ਵੀ ਕਿੰਨੀਆਂ ਜਿਹੜੀ ਪਾਪੂਲੇਸ਼ਨ ਵੱਧ ਰਹੀ ਹੈ, ਕਿੰਨੀਆਂ ਕਾਰਾਂ ਦੀਆਂ ਸੇਲਸ ਹੋ ਰਹੀਆਂ, ਕਿੰਨੇ ਲੋਕੀ ਇੱਥੇ ਮਾਈਗ੍ਰੇਟ ਹੋ ਰਹੇ ਆ, ਤੇ ਉਸ ਸੇਲ ਦੇ ਨਾਲ ਜਾਂ ਜਿਹੜੀ ਸਾਡੀ ਬਿਲਡਿੰਗ ਹੈ, ਉਹ ਜਿਹੜਾ ਆਪਣਾ ਬ੍ਰਿਜ ਹੈ, ਕਿੰਨੇ ਸਾਲਾਂ ਬਾਅਦ ਇੰਜੀਨੀਅਰਸ ਨੇ ਨਹੀਂ ਦੱਸਿਆ ਇਹਨਾਂ ਨੂੰ ਵੀ ਕਿੰਨੇ ਸਾਲਾਂ ਬਾਅਦ ਇਸ ਦੀ ਖਸਤਾ ਹਾਲਤ ਹੋ ਜਾਣੀ ਹੈ। ਇਹ ਸਟੈਟਿਸਟਿਕਸ ਪਤਾ ਸੀਗੀ ਕਿ ਜਿਹੜੀ ਟਰਾਂਸਪੋਰਟੇਸ਼ਨ ਹੈ, ਜਿਹੜੀ ਆਪਣੀ ਆਵਾਜਾਈ ਹੈ, ਉਹ ਇੰਨੀ ਵਧਣੀ ਆ, ਇੰਨੀਆਂ ਕਾਰਾਂ ਹੋ ਜਾਣਗੀਆਂ, ਉਹਦੇ ਹਿਸਾਬ ਦੇ ਨਾਲ ਆਟੋਮੈਟਿਕਲੀ ਬਜਟ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਇੰਕਰੀਮੈਂਟਲ ਤੌਰ ਤੇ ਉਹ ਹੋਣੇ ਚਾਹੀਦੇ ਆ। ਉਹ ਮੁੱਦਾ ਨਹੀਂ ਹੋਣਾ ਚਾਹੀਦਾ ਵੀ ਮੈਂ ਤੁਹਾਨੂੰ ਦੇਵਾਂ ਜਾਂ ਨਾ। ਸਾਨੂੰ ਲੜਨਾ ਨਹੀਂ ਚਾਹੀਦਾ, ਲੜਨਾ ਸਾਡੇ ਕੋਲ ਹੋਰ ਬਹੁਤ ਮੁੱਦੇ ਆ ਜਿਸ ਚੀਜ਼ ਤੇ ਆਪਾਂ ਨੂੰ ਕਰਨਾ ਚਾਹੀਦਾ, ਪਰ ਇਸ ਸਿੰਪਲੀ ਸਟੈਟਿਸਟਿਕਲ ਜਿਹੜਾ ਤੁਹਾਡੇ ਕੋਲ ਐਨਾਲਿਸਿਸ ਹੈ ਉਸ ਦੇ ਬੇਸ ਤੇ ਹੋਣਾ ਚਾਹੀਦਾ। ਜਿਹੜਾ ਉਹ ਟਨਲ ਦੀ ਗੱਲ ਕਰਦੇ ਆ ਜੀ, ਅਸਲ ਦੇ ਵਿੱਚ ਇਹ ਵੀ ਮੁੱਦਾ ਬਹੁਤ ਚੱਲਿਆ, ਜਿਹਨੂੰ ਪੁੱਛ ਲਓ ਹਸਪਤਾਲ ਟਨਲ, ਮੈਸੀ ਟਨਲ ਦਾ ਕੀ ਬਣੂਗਾ। ਮੀਰਾ ਜੀ, ਇਹ ਕਾਫੀ ਵਿਕਸਿਤ ਦੇਸ਼ ਹੈ, ਐਡਵਾਂਸ ਦੇਸ਼ ਦੇ ਵਿੱਚ ਅਸੀਂ ਰਹਿੰਦੇ ਹਾਂ। ਪੰਜਾਬ ਦੇ ਵਿੱਚ ਵੀ ਕੋਈ ਸੜਕ ਦਾ ਉਦਘਾਟਨ ਕਰ ਦਿੰਦਾ ਤਾਂ ਉਹ ਉਦਘਾਟਨ ਉਦਾਂ ਹੀ ਰਹਿੰਦਾ, ਜੇ ਉਹ ਬਣਨੀ ਸ਼ੁਰੂ ਹੋ ਗਈ ਤਾਂ ਉਹ ਭਾਵੇਂ ਦੂਜੇ ਦੀ ਟਰਮ 'ਚ ਬਣੇ, ਉਹ ਬਣਦੀ ਰਹਿੰਦੀ ਆ। ਪਰ ਇੱਥੇ ਇੱਕ ਪਾਰਟੀ ਨੇ ਪਿਛਲੀ ਪਾਰਟੀ ਦੇ ਤਿੰਨ ਮੁੱਦੇ ਜਿਹੜੇ ਰੋਕ ਦਿੱਤੇ ਜਾਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਹ ਕਹਿੰਦੇ ਪਾਈਪਲਾਈਨ ਐਕਸਪੈਂਸ਼ਨ ਹੈ, ਕਹਿੰਦੇ ਨਹੀਂ। ਉਹ ਕਹਿੰਦੇ ਵੀ ਇਹ ਜਿਹੜੀ ਮੈਸੀ ਟਨਲ ਦੇ ਉੱਤੇ ਅਸੀਂ ਬ੍ਰਿਜ ਬਣਾਉਣਾ, ਉਹ ਕਹਿੰਦੇ ਨਹੀਂ, ਇਹ ਵੀ ਬੰਦ। ਸਾਈਟ ਸੀ ਡੈਮ ਸੀ, ਉਹ ਕਹਿੰਦੇ ਖਰਚਾ ਜ਼ਿਆਦਾ ਹੋ ਚੁੱਕਿਆ, ਕਰਨਾ ਅਸੀਂ ਬੰਦ ਚਾਹੁੰਦੇ ਸੀ ਪਰ ਇਹ ਵੀ ਨਹੀਂ ਕਰਨਾ। ਹੁਣ ਮੰਨ ਲਓ ਸਪੋਜ਼ ਲਿਬਰਲ ਦੀ ਸਰਕਾਰ ਆ ਜਾਵੇ, ਉਹ ਹੁਣ ਕੀ ਕਰੇ? ਵੀ ਇਹੀ ਆਸ ਕਰਦੇ ਆ ਨਾ, ਤਾਂ ਉਹ ਕਹੂਗੀ ਜੀ ਹਾਂਜੀ ਹੁਣ ਪਾਈਪਲਾਈਨ ਐਕਸਪੈਂਸ਼ਨ ਹੋਊਗੀ, ਟਨਲ ਦੇ ਉੱਤੇ ਬ੍ਰਿਜ ਹੀ ਬਣੂਗਾ ਤੇ ਸਾਈਟ ਸੀਮ ਜਿਹੜਾ ਡੈਮ ਆ ਉਸੇ ਤਰ੍ਹਾਂ ਚੱਲੀ ਜਾਊਗਾ। ਸੋ ਨਾ ਤੁਸੀਂ ਸਹੀ ਕਹਿੰਦੇ ਕਿ ਉਹਨਾਂ ਨੇ ਪੋਲੀਟੀਕਲ ਮੁੱਦਾ ਬਣਾ ਦਿੱਤਾ, ਜਦ ਕਿ ਜਿਹੜੀ ਵੀ ਫੀਡਬੈਕ ਉਹਨਾਂ ਨੂੰ ਮਿਲ ਰਹੀ ਸੀਗੀ, ਇੰਜੀਨੀਅਰਸ ਨੇ ਜੇ ਕਿਹਾ ਸੀ ਭਾਈ ਵੀ ਟਨਲ ਬਣਨਾ ਚਾਹੀਦਾ ਜਾਂ ਬ੍ਰਿਜ ਬਣਨਾ ਚਾਹੀਦਾ, ਉਹ ਪ੍ਰੋਫੈਸ਼ਨਲ ਇੰਜੀਨੀਅਰਸ ਦੀ ਫੀਡਬੈਕ ਤੇ ਉਹ ਦੋਨੇ ਪਾਰਟੀਆਂ ਕੰਮ ਕਰ ਰਹੀਆਂ। ਕੀ ਹੁਣ ਜਿਹੜੇ ਉਹ ਇੰਜੀਨੀਅਰਸ ਨੇ ਉਹ ਵੀ ਪਾਰਟੀ ਦੇ ਹਿਸਾਬ ਦੇ ਨਾਲ ਆਪਣਾ ਦਿਮਾਗ ਚਲਾਉਂਦੇ ਆ, ਉਹ ਸਵਿਚ ਉਧਰ ਨੂੰ ਕਰ ਲੈਂਦੇ, ਉੱਧਰ ਕਰ ਲੈਂਦੇ, ਹੈ ਨਾ? ਸੋ ਕਿ ਤੁਸੀਂ ਤਿੰਨੋਂ ਮੁੱਦਿਆਂ ਦੀ ਗੱਲ ਕੀਤੀ, ਤਿੰਨੋਂ ਮੁੱਦੇ ਜਿਹੜੇ ਹੈਗੇ ਆ ਉਹ ਕੋਈ ਆਮ ਲੇਮੈਨ ਪਰਸਨ ਡਿਸਾਈਡ ਨਹੀਂ ਕਰੂਗਾ, ਨਹੀਂ ਜੀ ਹਮ ਤਾਂ ਬ੍ਰਿਜ ਮੇਂ ਜਾਏਂਗੇ, ਨਹੀਂ ਜੀ ਹਮ। ਉਹ ਇੰਜੀਨੀਅਰਸ ਦੀ ਬੇਸ ਜਿਹੜੀ ਹੈਗੀ ਹੈ ਉਹਨਾਂ ਦੀ ਜਿਹੜੀ ਪ੍ਰੋਪਰ ਸਟੱਡੀ ਤੇ ਪ੍ਰੋਪਰ ਕੈਲਕੂਲੇਸ਼ਨ ਤੇ ਸਾਰਾ ਕੁਝ ਚੱਲ ਰਿਹਾ ਹੈ। ਸੋ ਮੈਂ ਬਿਲਕੁਲ ਤੁਹਾਡੇ ਨਾਲ ਰਾਜ਼ੀ ਹਾਂ ਕਿ ਇਹ ਲੱਗ ਰਿਹਾ ਕਿ ਇਹ ਬਿਲਕੁਲ ਹੀ ਜਿਹੜਾ ਪੋਲੀਟੀਕਲ ਮੁੱਦਾ ਉਹਨਾਂ ਨੇ ਬਣਾ ਲਿਆ, ਪਰ ਹੋਣਾ ਨਹੀਂ ਸੀ ਚਾਹੀਦਾ। ਇੱਕ ਹੋਰ ਗੱਲ ਇਹਦੇ ਵਿੱਚ, ਜਿਹੜੀ ਪੈਂਡੈਮਿਕ ਸੀਗੀ ਆਹ ਚੱਲ ਰਹੀ ਆ, ਇਹਦੇ ਵਿੱਚ ਜਿਹੜੇ ਸਿਹਤ ਅਧਿਕਾਰੀ ਨੇ ਸਾਡੇ, ਉਹਨਾਂ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਆ। ਜਦੋਂ ਗੱਲ ਕੀਤੀ ਜਾਂਦੀ ਹੈ ਵੀ ਜੀ ਹਾਲ ਬੰਦ ਕਰ ਦਿੱਤੇ, ਉਹ ਕਹਿੰਦੇ ਇਹ ਅਸੀਂ ਨਹੀਂ ਕੀਤੇ, ਇਹ ਡਾਕਟਰ ਬੌਨੀ ਹੈਨਰੀ ਦੀ ਸਲਾਹ ਦੇ ਨਾਲ ਹੋਏ ਆ, ਉਹਨਾਂ ਕੋਲ ਸਾਇੰਟੀਫਿਕ ਐਵੀਡੈਂਸਿਸ ਨੇ, ਇਸ ਕਰਕੇ ਜਿਹੜੇ ਜਿੰਨੇ ਬੈਂਕਟ ਹਾਲ ਆ ਬੰਦ ਕਰ ਦਿੱਤੇ ਅਸੀਂ। ਕਿਤੇ ਗੱਲ ਆਉਂਦੀ ਆ ਕਿ ਕੋਈ ਕਹਿੰਦਾ ਜੀ ਇਹਨਾਂ ਦੇ ਪਿੱਛੇ ਵੀ ਪੋਲੀਟਿਕਸ ਆ, ਕਿ ਜੋ ਸਰਕਾਰ ਉਹਨਾਂ ਨੂੰ ਕਹਿ ਰਹੀ ਆ ਉਹੀ ਹੋ ਰਿਹਾ, ਜਾਂ ਦੂਜੇ ਪਾਸੇ ਜਿਹੜਾ ਕੰਮ ਸਾਇੰਟਿਸਟ ਕਰਦੇ ਆ ਉਹਦਾ ਕ੍ਰੈਡਿਟ ਸਰਕਾਰ ਕੋਲ ਆ ਰਿਹਾ ਕਿ ਦੇਖੋ ਜੀ ਅਸੀਂ ਬੈਸਟ ਆ, ਕਿਉਂਕਿ ਅਸੀਂ ਕੋਵਿਡ ਨੂੰ ਬਹੁਤ ਚੰਗੀ ਤਰ੍ਹਾਂ BC ਦੇ ਵਿੱਚ ਕੰਟਰੋਲ ਕੀਤਾ, ਵਰਲਡ ਦੇ ਵਿੱਚ ਅਸੀਂ ਬੈਸਟ ਪਲੇਸ ਆ। ਇਹ ਮਿਕਸਅਪ ਕਿੱਦਾਂ ਹੋ ਰਿਹਾ ਕਿ ਜਿਹੜੇ ਬਿਊਰੋਕਰੈਟਸ ਨੇ ਜਾਂ ਦੂਜੇ ਨੇ? ਜੇ ਮਤਲਬ ਮੈਂ ਨਿਊਟਰਲ ਹੋ ਕੇ, ਮੈਂ ਬਹੁਤ ਵਾਰੀ ਸੁਣਿਆ ਉਹ ਕਹਿੰਦੇ ਵੀ ਅਸੀਂ ਸਾਡੇ ਲਈ ਸਾਨੂੰ ਉਹਨਾਂ ਨੇ ਹਰਾਸ ਕੀਤਾ। ਕਿੰਨੇ ਹੋਣਗੇ ਹਾਲ? 10-15 ਹਾਲ ਹੋਣਗੇ। 10-15 ਹਾਲ ਦੇ ਵਿੱਚ ਜੇ ਪੁੱਛ ਲਓ ਵੀ 10-10 ਵੀ EMPLOYE ਨੇ, 100-200 ਬੰਦੇ, 200 ਬੰਦਿਆਂ ਦੀ ਵੋਟਾਂ ਦੇ ਲਈ ਉਹਨਾਂ ਨੂੰ ਟਾਰਗੇਟ ਕਰਨਾ ਮੈਨੂੰ ਨਹੀਂ ਲੱਗ ਰਿਹਾ ਕਿ ਇਹ ਬਹੁਤ ਜ਼ਿਆਦਾ ਕਿਸੇ ਦੇ ਲਈ, ਜਿੱਦਾਂ ਟੈਕਸੀ ਇੰਡਸਟਰੀ ਵਿੱਚ ਇੰਨੀਆਂ ਜ਼ਿਆਦਾ ਫੈਮਲੀਜ਼ ਇਨਵੋਲਵ ਨੇ, ਆਈ ਕੈਨ ਸੀ ਦਿਸ। ਮੈਨੂੰ ਇਹਦੇ ਤੇ ਟਾਰਗੇਟ ਨਹੀਂ, ਮੈਨੂੰ ਇਹ ਲੱਗਿਆ, ਜਿੱਦਾਂ ਮੈਂ ਜਿੰਨਾ ਕੁ ਜਾਣਦੀ, ਮੈਨੂੰ ਲੱਗਦਾ ਕਿ ਮਿਸਕਮਿਊਨੀਕੇਸ਼ਨ ਹੈ। ਮੈਨੂੰ ਲੱਗਦਾ ਕਿ ਆਪਾਂ ਲੋਕਾਂ ਨੂੰ ਕੋਈ ਬਿਹਤਰ ਤਰੀਕੇ ਦੇ ਨਾਲ ਇਹੋ ਜਿਹੇ ਇਸ਼ੂਜ਼ ਨੂੰ ਇੱਕ ਔਨ ਪੇਪਰ ਜਿਹੜੀ ਨਾ ਗੱਲਨੀ ਬਾਤੀ ਨਹੀਂ, ਪ੍ਰੋਟੈਸਟ ਕਰਕੇ ਨਹੀਂ, ਆਪਾਂ ਨੂੰ ਨਾਲ ਦੀ ਨਾਲ ਇੱਕ ਪੇਪਰ ਜਿਹੜਾ ਉੱਥੇ ਪ੍ਰੈਜ਼ੈਂਟ ਕਰਨਾ ਚਾਹੀਦਾ, ਉਹਦੇ ਤੇ ਮੀਟਿੰਗ ਦੀ ਜਿਹੜੀ ਉਹਦੀ ਗੁਜ਼ਾਰਿਸ਼ ਕਰਨੀ ਚਾਹੀਦੀ, ਤੇ ਮੀਟਿੰਗ ਤੇ ਵਧੀਆ ਨੈਗੋਸ਼ੀਏਟਰ ਜਾਣੇ ਚਾਹੀਦੇ ਆ। ਮੀਟਿੰਗ ਤੇ ਇਦਾਂ ਨਹੀਂ ਵੀ ਮੇਰੇ ਵਰਗਾ ਜੇ ਮੇਰੇ ਕੋਲ ਹਾਲ ਹੈ ਤੇ ਇਹਦਾ ਮਤਲਬ ਵੀ ਮੈਂ ਨੈਗੋਸ਼ੀਏਟਰ ਵੀ ਬਹੁਤ ਵਧੀਆ ਹਾਂ ਜਾਂ ਮੇਰੇ ਕੋਲ ਕਮਿਊਨੀਕੇਸ਼ਨ ਸਕਿੱਲਸ ਵੀ ਬਹੁਤ ਵਧੀਆ। ਆਪਾਂ ਨੂੰ ਕਮਿਊਨਿਟੀ ਦੇ ਵਿੱਚ ਰਿਪਰੈਜ਼ੈਂਟੇਟਿਵ ਵਧੀਆ ਲੱਭਣੇ ਚਾਹੀਦੇ ਜਦੋਂ ਵੀ ਕੋਈ ਮੁੱਦਾ ਆਵੇ,
ਭਾਵੇਂ ਟੈਕਸੀ ਦਾ ਮੁੱਦਾ ਸੀ, ਭਾਵੇਂ ਆਪਾਂ ਨੂੰ ਟਰੱਕ ਦੀਆਂ ਪਾਰਕਿੰਗ ਦਾ ਇਸ਼ੂ ਹੈ ਹਨਾ, ਭਾਵੇਂ ਤੁਸੀਂ ਫਾਰਮਿੰਗ ਦਾ ਇਸ਼ੂ ਜਿਹੜਾ ਹੁੰਦਾ, ਆਪਣੇ ਕੋਲੇ ਕੀ ਬਹੁਤ ਵਧੀਆ ਸੁਲਝੇ ਸਪੋਕਸਪਰਸਨ ਹੈਗੇ ਆ ਜੋ ਪਹਿਲਾਂ ਉਸ ਮੁੱਦਿਆਂ ਨੂੰ ਚੰਗੀ ਤਰ੍ਹਾਂ ਸਮਝਣ ਤੇ ਜਦੋਂ ਉਹ ਉੱਥੇ ਜਾ ਕੇ ਰਿਪਰੈਜ਼ੈਂਟ ਕਰਨ, ਜਿਹੜੇ ਉਹ ਲੋਕ ਬੈਠੇ ਆ ਉਹਨਾਂ ਦੀ ਭਾਸ਼ਾ ਦੇ ਵਿੱਚ, ਕੱਲੀ ਲੈਂਗੁਏਜ ਦੀ ਗੱਲ ਨਹੀਂ ਮੈਂ ਕਰ ਰਹੀ, ਉਹਨਾਂ ਦੀ ਜਿਸ ਟੈਕਟਿਕਸ ਦੇ ਨਾਲ ਗੱਲ ਕਰ ਰਹੇ ਹੋ, ਕੀ ਆਫਰ ਕਰ ਰਹੇ ਹੈ ਤੁਹਾਨੂੰ ਬੈਕ ਐਂਡ ਫੋਰਥ, ਕੀ ਆਪਣੇ ਕੋਲੇ ਉਹ ਕਮਿਊਨੀਕੇਸ਼ਨ ਸਕਿੱਲਸ ਹੈਗੇ, ਕੀ ਨੈਗੋਸ਼ੀਏਸ਼ਨ ਸਕਿੱਲਸ ਹੈਗੇ, ਕੀ ਆਪਣੇ ਕੋਲੇ ਬੈਕ ਐਂਡ ਫੋਰਥ ਆਪਣੇ ਕੋਲ ਬਾਕੀ ਸਾਰੀ ਕਮਿਊਨਿਟੀ ਦਾ ਉਹ ਸਾਥ ਹੈਗਾ, ਉਹ ਰਿਸਪੈਕਟ ਹੈਗੀ। ਜੇ ਤੁਹਾਡੇ ਲਈ ਕੋਈ ਬੋਲਣ ਜਾ ਰਿਹਾ, ਇਹ ਨਾ ਹੋਵੇ ਵੀ ਕੱਲ੍ਹ ਨੂੰ ਮਗਰੋਂ ਕਹਿੰਦੇ ਨੇ ਜੀ ਲੱਤ ਖਿੱਚੋ ਇਸकी ਇਹ ਕरेंगे वो करेंगे, ਹੈ ਨਾ। ਸੋ ਮੈਨੂੰ ਇਹ ਲੱਗਦਾ ਕਿ ਇਹ ਇੱਕ ਮੁੱਦਾ ਹੈ, ਇਸ ਤਰ੍ਹਾਂ ਅਲੱਗ-ਅਲੱਗ ਕਰਕੇ ਨਾ ਡਿਵਾਈਡ ਕਰ ਦਿੰਦੇ ਹਨ ਵੀ ਆ ਟੈਕਸੀ ਵਾਲੇ ਨੂੰ ਛੱਡੋ, ਇਹ ਰੌਲਾ ਪਾ ਰਹੇ ਆਪਣਾ, ਇਹ ਉੱਥੇ ਛੱਡ ਰਹੇ, ਉੱਥੇ ਛੱਡ ਰਹੇ ਆ। ਇਹ ਵੀ ਜਿਹੜੀ ਹੈ ਬਹੁਤ ਛੋਟੀ ਜਿਹੀ ਕਮਿਊਨਿਟੀ ਹੈ ਜਿਹੜੀ ਡੈਫੀਨੇਟਲੀ ਜਿੱਦਾਂ ਟਾਰਗੇਟ ਹੋ ਰਹੀ ਹੈ। ਫਾਰਮਿੰਗ ਦੇ ਵਿੱਚ ਵੱਡੇ ਘਰ ਨਹੀਂ ਬਣਾਉਣ ਜਾ ਰਹੇ, ਉਹ ਵੀ ਬਹੁਤ ਛੋਟੀ ਕਮਿਊਨਿਟੀ, ਉਹ ਵੱਡਾ ਇਸ਼ੂ ਨਹੀਂ ਬਣਿਆ, ਉਹਨਾਂ ਦੇ ਇਸ਼ੂ ਨਹੀਂ ਕਿਤੇ ਨਹੀਂ ਪਹੁੰਚੇ, ਹੈ ਨਾ। ਇਹ ਨਹੀਂ ਮੈਂ ਕਹਿੰਦੀ ਕਿ ਰਾਈਟ ਹੈ ਕਿ ਰੋਂਗ ਹੈ, ਉਹ ਉਸ ਬਾਰੇ ਬਹਿਸ ਫਿਰ ਹੋ ਸਕਦੀ ਹੈ, ਪਰ ਜਿਹੜਾ ਵੱਡਾ ਲੈਕ ਮੈਨੂੰ ਇਸ ਸਿਚੁਏਸ਼ਨ ਦੇ ਵਿੱਚ ਲੱਗਿਆ ਕਿ ਕੀ ਆਪਣੇ ਕੋਲ ਕਮਿਊਨਿਟੀ ਦੇ ਕੋਲੇ ਰਾਈਟ ਰਿਪਰੈਜ਼ੈਂਟੇਟਿਵ ਹੈਗੇ ਜਦੋਂ ਆਪਣੇ ਕੋਲ ਕੋਈ ਇਸ਼ੂ ਆਉਂਦਾ। ਇਹ ਜ਼ਰੂਰੀ ਨਹੀਂਗਾ ਵੀ ਇਲੈਕਸ਼ਨ ਦੀ ਵੇਟ ਕਰੀਏ ਵੀ ਇਲੈਕਸ਼ਨ ਦੇ ਵਿੱਚ ਹੀ ਆਉਣ, ਕਿ ਕੀ ਨੌਨ ਇਲੈਕਸ਼ਨ ਈਅਰ ਤੋਂ ਜੇ ਆਪਣੇ ਕੋਲ ਇਸ਼ੂ ਕੋਈ ਆ ਰਿਹਾ ਤਾਂ ਆਪਾਂ ਕਿੱਥੇ ਜਾ ਰਹੇ ਹਾਂ। ਸੋ ਮੈਨੂੰ ਇਸ ਇਸ਼ੂ ਦੇ ਵਿੱਚ ਸ਼ਾਇਦ ਇਹ ਥੋੜ੍ਹੀ ਜਿਹੀ ਘਾਟ ਲੱਗੀ ਕਿ ਆਪਾਂ ਸਿਰ ਜੋੜ ਕੇ ਬੈਠ ਕੇ ਸਿਚੁਏਸ਼ਨ ਨੂੰ ਪ੍ਰੋਪਰਲੀ ਅੰਡਰਸਟੈਂਡ ਕਰਕੇ ਆਪਣੀ ਥਾਂ ਨੂੰ ਤੇ ਜਿਹੜੀ ਉਧਰਲੀ ਥਾਂ ਆ ਉਹਨਾਂ ਦਾ ਜਿਹੜਾ ਇਸ਼ੂ ਆ ਆਪਾਂ ਉਹ ਵੀ ਸਮਝੀਏ ਨਾ, ਜਿਸ ਨੂੰ ਸਮਝਾਉਣੀ ਆ ਆਪਣੀ ਗੱਲ, ਕਿ ਆਪਾਂ ਨੂੰ ਉਹਨਾਂ ਦਾ ਪਤਾ ਵੀ ਉਹਨਾਂ ਨੂੰ ਕਿਹੜੀ ਲੈਂਗੁਏਜ ਸਮਝ ਆ ਰਹੀ ਹੈ, ਉਹ ਕਿਹੜੀਆਂ ਚੀਜ਼ਾਂ ਤੇ ਟਿਕ ਕਰ ਰਹੇ ਆ, ਕਿਹੜੀਆਂ ਚੀਜ਼ਾਂ ਤੇ ਉਹਨਾਂ ਦੀਆਂ ਟਿਕ ਨਹੀਂ ਹੋ ਰਹੀਆਂ। ਆਪਾਂ ਉਹ ਉਹਨਾਂ ਨੂੰ ਸਮਝਦੇ ਹਾਂ। ਜੇ ਆਪਾਂ ਉਸ ਚੀਜ਼ ਨੂੰ ਨਹੀਂ ਸਮਝਦੇ ਤਾਂ ਉਹਨਾਂ ਦੇ ਮਿਸਿੰਗ ਪੋਸ ਨੂੰ ਆਪਾਂ ਕਿਸ ਤਰ੍ਹਾਂ ਉਹਨਾਂ ਨੂੰ ਕੋਈ ਚੀਜ਼ ਸੈਲ ਕਰ ਸਕਦੇ ਹਾਂ, ਕਿਸ ਤਰ੍ਹਾਂ ਉਹਨਾਂ ਨੂੰ ਆਪਣਾ ਪੁਆਇੰਟ ਦੱਸ ਸਕਦੇ ਹਾਂ। ਸੋ ਮੈਨੂੰ ਲੱਗਦਾ ਕਿ ਬਹੁਤ ਇਨਵੈਸਟਡ ਇੰਡੀਵਿਜੂਅਲਸ ਚਾਹੀਦੇ ਆ ਜੋ ਤੁਸੀਂ ਕਿਸੇ ਵੀ ਚੀਜ਼ ਨੂੰ ਰਿਪਰੈਜ਼ੈਂਟ ਕਰਦੇ ਹੋ, ਬਹੁਤ ਇਨਵੈਸਟਡ ਤੇ ਵਿਦ ਫੁੱਲ ਸਿੰਸੀਅਰਿਟੀ ਦੇ ਨਾਲ ਉਸ ਇਸ਼ੂ ਨੂੰ ਆਪਾਂ ਨੂੰ ਜਿਹੜੇ ਵੱਡੇ ਟੇਬਲ ਨੇ ਜਿੱਥੇ ਡਿਸੀਜਨ ਬਣਦੇ ਆ ਉੱਥੋਂ ਤੱਕਣ ਲੈ ਕੇ ਜਾਣਾ। ਆਪਣੇ ਝੰਡੇ ਚੱਕਣਾ, ਪ੍ਰੋਟੈਸਟ ਕਰਨਾ, ਹਾਂ ਆਪਣਾ ਹੱਕ ਹੈ, ਉਹਦਾ ਬਿਲਕੁਲ ਰੋਲ ਹੈ, ਪਰ ਉਹ ਰਿਜ਼ਲਟ ਉਦੋਂ ਤੱਕ ਨਹੀਂ ਆਉਣਾ ਜਦੋਂ ਤੱਕ ਉਹ ਜਿਹੜੇ ਜਿਸ ਲਈ ਆਪਾਂ ਝੰਡੇ ਚੁੱਕੇ ਸੀ ਆਪਣੇ ਲਈ ਇੱਕ ਕੋਈ 2 ਜਾਂ 5 ਕਮੇਟੀ ਜਿਹੜੀ ਹੈ ਉਹ ਅੱਗੇ ਜਾ ਕੇ ਗੱਲ ਨਹੀਂ ਕਰਦੀ। ਮੀਰਾ ਜੀ, ਜਿਹੜੇ ਇਸ਼ੂਜ਼ ਆ ਇਹਨਾਂ ਦੀ ਵੀ ਕੋਈ ਪ੍ਰਾਇੋਰਟੀ ਤਾਂ ਹੋਊਗੀ ਨਾ, ਜਾਂ ਕਿਹੜਾ ਇੰਪੋਰਟੈਂਟ ਆ? ਇੱਕ ਮਾਂ ਦਾ ਬੱਚਾ ਜਿਹੜਾ ਪੋਰਟੇਬਲ 'ਚ ਬੈਠਾ ਇੱਕ ਸਟਰੋਂਗ ਸਟਾਰਟ ਦੇ ਵਿੱਚ ਜਾ ਰਿਹਾ, ਉਹਨੂੰ ਟੀਚਰ ਇਹ ਕਹਿ ਕੇ ਮੋੜ ਦਿੰਦੀ ਹੈ ਕਿ ਭਾਈ ਇੱਥੇ ਤਾਂ 25 ਦੀ ਕਪੈਸਿਟੀ ਹੈ, 25 ਹੋ ਗਿਆ, ਤੁਸੀਂ ਕੱਲ੍ਹ ਨੂੰ ਆਇਓ। ਕੱਲ੍ਹ ਨੂੰ ਉਹ ਬਜ਼ੁਰਗ ਫੇਰ ਆਪਣੇ ਪੋਤੇ ਨੂੰ ਲੈ ਕੇ ਲੇਟ ਜਾ ਰਹੀ ਹੈ, ਉਹ ਫੇਰ ਬਾਹਰ ਖੜੀ ਹੈ ਕਿਉਂਕਿ 100 ਬੱਚਾ ਵੇਟਿੰਗ 'ਚ, 25 ਅੰਦਰ ਆ। ਕਿ ਉਹਦੇ ਕੋਲੇ ਤਾਂ ਕੋਈ ਪਲੇਟਫਾਰਮ ਨਹੀਂ ਹੈ ਕਿ ਉਹ ਕੋਈ ਗੱਲ ਕਹਿ ਸਕੇ ਆਪਣੀ ਕਿ ਸਾਡੇ ਕੋਲ ਇਹਨਾਂ ਬੱਚਿਆਂ ਦੇ ਲਈ ਫੈਸਿਲਿਟੀ ਹੈ ਨਹੀਂ, ਜਾਂ ਮੇਰੇ ਬੱਚਾ ਇੰਨੇ ਸਾਲ ਹੋ ਗਏ ਉਹ ਬਾਹਰ ਪੋਰਟੇਬਲਸ ਵਿੱਚ ਹੀ ਪੜ੍ਹ ਰਿਹਾ। ਦੂਜੇ ਪਾਸੇ ਮੰਨ ਲਓ ਕੋਈ ਹਾਲ ਵਾਲਾ ਆ ਜਾਂ ਕੋਈ ਟੈਕਸੀ ਇੰਡਸਟਰੀ ਵਾਲਾ ਆ, ਉਹ ਭਾਵੇਂ ਥੋੜ੍ਹੇ ਆ ਪਰ ਉਹਨਾਂ ਕੋਲ ਅਪਰੋਚ ਹੈਗੀ ਆ, ਉਹਨਾਂ ਕੋਲ ਗੱਲ ਹੈਗੀ, ਉਹ ਆਪਣੇ ਇਸ਼ੂ ਨੂੰ ਵੀ ਉੱਡਾ ਹੀ ਬਣਾ ਸਕਦੇ ਆ। ਇਹਦੀ ਪ੍ਰਾਇੋਰਟੀ ਕਿੱਦਾਂ ਹੋਵੇ ਕਿ ਇਹ ਇਸ਼ੂ ਜ਼ਿਆਦਾ ਇੰਪੋਰਟੈਂਟ ਆ ਤੇ ਇਹ ਇਸ਼ੂ ਜ਼ਿਆਦਾ ਇੰਪੋਰਟੈਂਟ ਆ, ਜਾਂ ਸਾਰਿਆਂ ਦੇ ਬਰਾਬਰ ਆ? ਫਿਰ ਦੇਖੋ ਨਾ, ਆਪਾਂ ਤੁਹਾਨੂੰ ਪਤਾ ਕਿ ਆਪਾਂ ਗਲੋਬਲ ਵਿਲੇਜ ਤੋਂ ਜਿਹੜਾ ਕੰਮ ਕਰਦੇ ਨਾ, ਕਈ ਵਾਰੀ ਉਹ ਕਹਿਣਗੇ ਤੁਹਾਡਾ ਇੱਕ ਮੁੱਦਾ ਕੀ ਹੈ ਜੀ। ਮੋਸਟਲੀ ਜਿਹੜੇ ਨਾ ਸਾਰੇ ਜਣੇ ਇੱਕ ਮੁੱਦੇ ਤੇ ਖੜੇ ਹੁੰਦੇ ਹਨ। ਮੈਂ ਇਹ ਕਹਿੰਦੀ ਹਾਂ ਵੀ ਮੈਨੂੰ ਦੱਸੋ ਵੀ ਮੈਂ ਘਰ ਦੀ ਬਿਜਲੀ ਦਾ ਬਿੱਲ ਵੀ ਦੇਣਾ, ਮੈਂ ਬੱਚੇ ਵੀ ਸਾਂਭਣੇ ਆ, ਮੈਂ ਕੰਮ ਵੀ ਕਰਨਾ, ਮੈਂ ਕਾਰ ਵੀ ਲੈਣੀ ਆ, ਮੈਂ ਕਾਰ ਦੀ ਗੈਸ ਵੀ ਕਰਨੀ ਹੈ, ਮੈਂ ਘਾਹ ਵੀ ਕੱਟਣਾ। ਜੇ ਤੁਸੀਂ ਇਹ ਸੋਚੋ ਕਿ ਕੋਈ ਕਿਸੇ ਵੀ ਮਤਲਬ ਇੱਕ ਪ੍ਰਾਇੋਰਟੀ ਹੈ, ਜੇ ਮੇਰੇ ਕੋਲ ਕਾਰ ਨਹੀਂ ਚੱਲ ਰਹੀ ਤਾਂ ਉਹ ਮੇਰਾ ਕੰਮ ਖਤਮ ਹੈ। ਜੇ ਮੇਰਾ ਬੱਚਾ ਸਕੂਲ 'ਚ ਨਹੀਂ ਵਧੀਆ ਪੜ੍ਹ ਰਿਹਾ ਤਾਂ ਉਹ ਮੁੱਦਾ ਖਰਾਬ ਹੈ। ਜੇ ਮੇਰੀ ਜੌਬ ਟੁੱਟ ਗਈ ਹੈ, ਉੱਥੇ ਹੁਣ ਉਹਨਾਂ ਨੂੰ ਲੇ ਆਫ ਕਰ ਦਿੱਤਾ ਤਾਂ ਉਹ ਵੀ ਮੇਰੀ ਪ੍ਰੋਬਲਮ ਹੈ। ਜੇ ਮੇਰੀ ਸਿਹਤ ਠੀਕ ਨਹੀਂ ਜਾਂ ਬੱਚੇ, ਸੋ ਮੈਨੂੰ ਲੱਗਦਾ ਕਿ ਆਪਾਂ ਨੂੰ ਉਸ ਸੋਚ ਤੋਂ ਥੋੜ੍ਹਾ ਜਿਹਾ ਨਿਕਲਣਾ ਚਾਹੀਦਾ। ਆਪਾਂ ਤੁਸੀਂ, ਮੈਂ ਤੇ ਬਾਕੀ ਸਾਰੇ ਜਿਹੜੇ ਸੁਣਨ ਵਾਲੇ ਆ, ਆਪਾਂ ਇੱਕ ਦਿਨ ਦੇ ਵਿੱਚ 1 ਮਿੰਟ ਦੀ ਕਨਵਰਸੇਸ਼ਨ ਦੇ ਵਿੱਚ ਵੀ ਮਲਟੀਪਲ ਐਸਪੈਕਟਸ ਤੇ ਡਿਸਕਸ਼ਨ ਕਰਦੇ ਆ, ਤੇ ਆਪਾਂ ਜਿਹੜਾ ਇਹ ਬੈਲੈਂਸਿੰਗ ਐਕਟ ਆਫ ਦਿਸ ਵੀ ਕੈਨ ਨਾਟ ਹੈਵ, ਇਹਨੂੰ ਪਹਿਲਾਂ ਪੂਰਾ ਬਹੁਤ ਨੇੜੇ ਕਰ ਲਿਆ ਤੇ ਆ ਸਾਰੇ ਸਿੱਟ ਲਏ। ਵੀ ਕੈਨ ਨਾਟ। ਆਪਾਂ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਆਪਣੀ ਪਰਸਨਲ ਜ਼ਿੰਦਗੀ ਦੇ ਵਿੱਚ ਸਾਰੀਆਂ ਬੋਲਾਂ ਆਪਾਂ ਜਗਲ ਕਰ ਰਹੇ ਹਾਂ ਤਾਂ ਮੈਨੂੰ ਲੱਗਦਾ ਪੋਲੀਟੀਕਲ ਐਸਪੈਕਟ ਦੇ ਵਿੱਚ ਵੀ ਆਪਾਂ ਇਸ ਚੀਜ਼ ਨੂੰ ਨਹੀਂ ਕਰ ਸਕਦੇ। ਬੱਚੇ ਦਾ ਵੀ ਕਰਨਾ ਪੈਣਾ, ਇਕਨੋਮੀ ਦਾ ਵੀ ਕਰਨਾ ਪੈਣਾ, ਆਪਾਂ ਨੂੰ ਹਸਪੀਟਲ ਦੀ ਵੀ ਗੱਲ ਕਰਨੀ ਪੈਣੀ ਹੈ, ਆਪਾਂ ਨੂੰ ਘਰੋਂ ਘਰ ਹੀ ਇਸ ਗੱਲ ਦੇ ਉੱਤੇ ਅਵੇਅਰ ਹੋਣਾ ਪੈਣਾ ਕਿ ਅਸੀਂ ਇੱਕ ਮੁੱਦੇ ਦੀ ਇਲੈਕਸ਼ਨ ਨਹੀਂ ਕਰਨੀ। ਆਪਣੀ ਜਿਹੜੀ ਮਿਊਨਿਸਪਲ ਇਲੈਕਸ਼ਨ ਹੋਈ ਹੈ 1 ਜਾਂ 2 ਮੁੱਦੇ ਤੇ ਕਰਕੇ ਉਹਨਾਂ ਨੇ ਖਤਮ ਕਰ ਦਿੱਤੀ। ਉਹ ਗਲਤ ਹੈ, ਉਹ ਗਲਤ ਪੋਲਿਟਿਕਸ ਹੈ। ਹੁਣ ਵੀ ਇਹੀ ਕੁਝ ਹੋ ਰਿਹਾ। ਹਾਂਜੀ, ਸੋ ਜੇ ਹੁਣ ਵੀ ਜੇ ਆਪਾਂ ਸਿਰਫ ਇੱਕ ਹਸਪਤਾਲਾਂ ਦੀ ਬਣਾ ਕੇ ਆਪਾਂ ਜਿਹੜੀ ਹੁਣ ਪ੍ਰੋਵਿੰਸ਼ੀਅਲ ਨੂੰ ਇੱਕ ਹਸਪਤਾਲ ਦਾ ਮੁੱਦਾ ਬਣਾ ਕੇ ਹੀ ਖਤਮ ਕਰ ਦਿੱਤਾ, ਬੱਚਿਆਂ ਨੂੰ ਕੌਣ ਪੁੱਛ ਰਿਹਾ? ਬੱਚਿਆਂ ਦੀ ਜੋ ਤੁਹਾਨੂੰ ਪਤਾ ਵੀ ਉਸ ਦੀ ਬੱਚਿਆਂ ਦੀ ਐਜੂਕੇਸ਼ਨ, ਇਕੱਲੇ ਪੋਰਟੇਬਲਸ ਦਾ ਇਸ਼ੂ ਨੂੰ ਜਿਹੜਾ ਪਤਾ ਨਹੀਂ ਕਿੰਨੇ ਸਾਲਾਂ ਤੋਂ ਪਹਿਲਾਂ ਲਿਬਰਲ ਨੇ ਅਟੈਂਡ ਨਹੀਂ ਕੀਤਾ ਤੇ ਹੁਣ ਇਹਨਾਂ ਨੇ ਅਟੈਂਡ ਨਹੀਂ ਕੀਤਾ, ਜਾਂ ਜੇ ਕਰ ਰਹੇ ਹੈ ਤਾਂ ਉਹ ਇਸ ਕਰਕੇ ਅਟੈਂਡ ਕਰ ਰਹੇ ਆ ਕਿਉਂਕਿ ਉਹਨਾਂ ਨੂੰ ਆਪਣੇ ਸੁਪਰੀਮ ਕੋਰਟ ਦਾ ਆਰਡਰ ਆ ਗਿਆ ਸੀ, ਤਾਂ ਦੈਟਸ ਵਾਟ ਦੇ ਆਰ ਡੂਇੰਗ ਇਟ। ਪਰ ਬਿਯੋਂਡ ਦ ਬਿਲਡਿੰਗ ਉਹਨਾਂ 4 ਦੀਵਾਰੀ ਦੇ ਵਿੱਚ ਬੱਚਿਆਂ ਨੂੰ ਕੀ ਪੜ੍ਹਾਇਆ ਜਾ ਰਿਹਾ ਹੈ, ਰਾਈਟ? ਉਹ ਚੀਜ਼ਾਂ ਨੂੰ ਆਪਾਂ ਨੂੰ ਸੋਚਣਾ ਹੀ ਪੈਣਾ।
ਇੱਕ ਜੇ ਤੁਹਾਡਾ ਵਕਤ ਹੋਵੇ ਮੈਂ ਇਸ ਨੂੰ ਥੋੜੀ ਚੀਜ਼ ਜੀ ਜ਼ਰੂਰ ਜ਼ਰੂਰ। ਜਿਹੜੇ ਵੀ ਆਪਣੇ ਰੈਪਰੈਜ਼ੈਂਟੇਟਿਵ ਨੇ, ਭਾਵੇਂ ਮਿਊਨਿਸਪਲ ਨੇ, ਪ੍ਰੋਵਿੰਸ਼ੀਅਲ ਨੇ, ਫੈਡਰਲ ਨੇ, ਉਹਨਾਂ ਨੂੰ ਜੇ ਆਪਾਂ ਸਿਰਫ ਇਹ ਸੋਚੀਏ ਕਿ ਅਸੀਂ ਆਪਣੇ ਰੈਪਰੈਜ਼ੈਂਟੇਟਿਵ ਭੇਜ ਰਹੇ ਹਾਂ ਨਾ, ਆਪਣਿਆਂ ਦਾ ਮਤਲਬ ਕੀ ਹੈ ਕਿ ਸਾਡੇ ਇਸ਼ੂਜ਼ ਨੂੰ ਤੁਸੀਂ ਸਮਝੋ, ਸਾਡੀ ਜ਼ਿੰਦਗੀ ਨੂੰ, ਸਾਡੀ ਜ਼ਿੰਦਗੀ 'ਚ ਅਸੀਂ, ਸਾਡਾ ਸਵੇਰ ਤੋਂ ਲੈ ਕੇ ਰਾਤ ਤੱਕ ਕੀ ਜ਼ਿੰਦਗੀ ਚੱਲ ਰਹੀ ਹੈ। ਕਿੰਨੇ ਜਾਣੇ ਨੇ ਆਪਣੇ ਜੋ ਟਰਾਂਸਪੋਰਟ ਇੰਡਸਟਰੀ ਦੇ ਵਿੱਚ ਆਪਣੇ ਜਿਹੜੇ ਮਰਦ ਨੇ ਆਪਣੇ ਘਰਾਂ ਦੇ, ਉਹ ਇਨਵੋਲਵ ਨੇ, ਹੈ ਨਾ। ਜੇ ਟੈਕਸੀ ਵੀ ਚਲਾ ਰਿਹਾ ਕੋਈ 12 ਘੰਟੇ ਚਲਾ ਰਿਹਾ, ਉਸ ਤੋਂ ਬਾਅਦ ਆ ਕੇ ਉਹਨੇ ਕਾਰ ਧੋਣੀ, ਉਹਨੇ ਕੁਛ ਕਰਨਾ, ਉਹਨੇ ਬਿਲ ਘਾਹ ਕੱਟਣਾ, ਉਹਦੇ ਕੋਲੇ ਬੱਚਿਆਂ ਕੋਲੇ ਬੈਠਣ ਦਾ ਕਿੰਨਾ ਕੁ ਵਕਤ ਹੈ। ਤੇ ਜੇ ਤੁਸੀਂ ਕਹੋ ਵੀ ਨਹੀਂ ਉਹ ਪੈਸੇ ਬਣਾ ਕੇ ਘਰ ਬਣਾ ਰਹੇ ਨੇ, ਉਹ ਐਡਾ ਕੋਈ ਵਹਿਮ ਵਾਲੀ ਗੱਲ ਨਹੀਂ, ਐਡੇ ਘਰ ਨਹੀਂ ਬਣਾ ਰਹੇ। ਜਿਹੜੇ ਕੋਈ ਲੇਬਰ ਹੈ, ਜਿਹੜੀ ਮਿਡਲ ਕਲਾਸ ਆ, ਉਹ ਐਕਚੁਅਲੀ ਸਾਦਾ ਜ਼ਿੰਦਗੀ ਹੀ ਜੋ ਰਹੇ ਆ। ਸੋ ਕੋਈ ਹੋ ਸਕਦਾ ਬਹੁਤ ਥੋੜੀ ਪਰਸੈਂਟੇਜ ਹੈ ਨਾ। ਸੋ ਇੱਕ ਗੱਲ। ਦੂਸਰੀ, ਜਿਹੜੇ ਟਰੱਕ ਚਲਾ ਰਹੇ ਆਪਣੇ, ਹੈ ਨਾ, ਆਪਣੀ ਟਰੱਕਿੰਗ ਇੰਡਸਟਰੀ ਦੇ ਵਿੱਚ ਕਿੰਨੀ ਵੱਡੀ, ਮੈਨੂੰ ਲੱਗਦਾ 30-40% ਈਜ਼ੀਲੀ ਜਿਹੜੇ ਨੇ ਓਵਰਆਲ ਕੈਨੇਡਾ ਦੇ ਵਿੱਚ ਵੀ, ਹੈ ਨਾ। ਅੱਛਾ, ਉਹ ਜਿਹੜਾ ਬੰਦਾ ਆ ਉਹ 5 ਜਾਂ 4 ਦਿਨਾਂ ਬਾਅਦ ਵਾਪਸ ਆ ਰਿਹਾ। ਜਦੋਂ ਵਾਪਸ ਆ ਰਿਹਾ ਤਾਂ ਉਸ ਨੂੰ ਕੀ ਪਤਾ ਵੀ ਮੇਰੇ ਬੱਚੇ ਨੇ ਘਰੋਂ ਕਿਤੋਂ ਚੋਰੀ ਕਰਕੇ ਆਇਆ ਸੀ, ਕਿਸੇ ਨੇ ਕੁੱਟਿਆ ਸੀ, ਜਾਂ ਇਹਨੇ ਹੋਮਵਰਕ ਨਹੀਂ ਕੀਤਾ, ਜਾਂ ਇਹ ਇਨਪੋਰਟੇਬਲ 'ਚ ਜਾਂਦਾ। ਤਾਂ ਹੁਣ ਜਿਹੜੀ ਮੈਂ ਫੋਕਸ ਲੈ ਕੇ ਆਉਣਾ ਔਰਤ 'ਤੇ, ਜਿਹੜੀ ਉਹ ਔਰਤ ਹੈ ਘਰ ਦੀ, ਜਿਸ ਦਾ ਮਰਦ ਭਾਵੇਂ ਟੈਕਸੀ ਚਲਾ ਰਿਹਾ, ਭਾਵੇਂ ਟਰੱਕ ਚਲਾ ਰਿਹਾ, ਹੁਣ ਉਹ ਔਰਤ ਬੱਚੇ ਵੀ ਪਾਲ ਰਹੀ ਆ, 1 ਜਾਂ 2 ਬੱਚੇ ਤਾਂ ਜ਼ਰੂਰ ਉਹਨਾਂ ਦੇ, ਹੈ ਨਾ, ਘਰ 'ਚ ਹੁੰਦੇ ਬੱਚਿਆਂ ਦੇ। ਉਸ ਤੋਂ ਬਾਅਦ ਆਪਣੇ ਬਜ਼ੁਰਗ ਪਿਆਰੇ ਹੁੰਦੇ, ਸੋ ਉਹਨਾਂ ਨੂੰ ਵੀ ਮੈਡੀਕਲ, ਤੁਸੀਂ ਕਿਤੇ ਡਾਕਟਰ ਦੇ ਲੈ ਕੇ ਜਾਂਦੇ ਕਿਤੇ ਆ, ਫਿਰ ਕਿਸੇ ਦਾ ਵਿਆਹ ਆ ਗਿਆ, ਸ਼ਾਦੀ ਆ ਗਈ, ਮਾਂ ਪਿਓ ਨੇ ਕਹਿਣਾ ਭਾਈ ਆਪਾਂ ਉੱਥੇ ਵੀ ਜ਼ਰੂਰ ਜਾਣਾ। ਅੱਛਾ, ਬੱਚਿਆਂ ਦਾ ਬਰਥਡੇ ਹੋ ਗਿਆ, ਉਸ ਤੋਂ ਬਾਅਦ ਬੱਚਿਆਂ ਨੇ ਸੌਕਰ 'ਤੇ ਲੈ ਜਾਓ ਜੀ, ਇੱਥੇ ਲੈ ਜਾਓ। ਸੋ ਹੁਣ ਉਹ ਇੱਕ ਔਰਤ ਹੈ ਜਿਹੜੀ ਉਹ ਊਰੀ ਵਾਂਗੂ ਘੁੰਮ ਰਹੀ ਹੈ, ਠੀਕ ਹੈ ਕਿ ਨਹੀਂ। ਹਾਂ ਠੀਕ ਹੈ, ਉਹ ਸੂਟ ਪਾ ਕੇ ਮੇਕਅਪ ਕਰਕੇ ਲੱਗਦਾ ਵੀ ਨਹੀਂ ਇਹ ਤਾਂ ਐਵੇਂ ਆਜ਼ਾਦੀ ਮਨਾ ਰਹੀਆਂ, ਇਹਨਾਂ ਨੂੰ ਆਪਾਂ ਨੈਗੇਟਿਵ ਗੱਲ ਕਰ ਲੈਂਦੇ ਹਾਂ। ਪਰ ਅਸਲ ਉਸ ਚਿਹਰੇ ਦੇ ਉੱਤੇ ਜੋ ਬਣਾ ਕੇ ਬਾਹਰ ਔਰਤ ਘੁੰਮ ਰਹੀ ਹੈ, ਉਹਦੇ ਪਿੱਛੇ ਜਦੋਂ ਆਪਾਂ ਜ਼ਿੰਦਗੀ ਦੇਖਦੇ ਹਾਂ, ਉਹਦਾ ਤੁਸੀਂ ਪੂਰਾ ਹਫਤਾ ਦੇਖੋ। ਹੋ ਸਕਦਾ ਸੈਟਰਡੇ ਨੂੰ ਇੱਕ ਪਾਰਟੀ 'ਤੇ ਉਹ ਨੱਚ ਰਹੀ ਹੈ, ਗਾ ਰਹੀ ਹੈ, ਉਹ ਕਿਆ ਬਾਤ ਹੈ, ਹੱਸ ਰਹੀ ਹੈ ਨਾ ਬੜੀ, ਪਰ ਤੁਸੀਂ ਉਹਦਾ ਹਫਤਾ ਦੇਖੋ ਕਿਸ ਤਰ੍ਹਾਂ ਨਿਕਲਿਆ। ਹੁਣ ਜਿਹੜੀ ਮੈਂ ਗੱਲ ਕਰਦੀ ਹਾਂ ਆਪਣੇ ਰੈਪਰੈਜ਼ੈਂਟੇਟਿਵ ਹੈ, ਉਸ ਔਰਤ ਦੇ ਲਈ, ਉਸ ਔਰਤ ਦੇ ਪਰਿਵਾਰ ਦੇ ਲਈ, ਉਸ ਔਰਤ ਦੇ ਬੱਚਿਆਂ ਦੇ ਲਈ ਜਿਹੜੀ ਮਿਸਿੰਗ ਸਪੋਰਟ ਹੈਗੀ ਹੈ, ਇੱਕ ਜਿਹੜੀ ਉਹਨੂੰ ਐਜੂਕੇਸ਼ਨ ਦੇ ਵਿੱਚ ਆਪਣੇ ਬੱਚਿਆਂ ਨੂੰ ਸਪੋਰਟ ਕਰਨ ਨੂੰ ਚਾਹੀਦੀ ਹੈ, ਜਾਂ ਸਪੋਰਟਸ ਦੇ ਲਈ ਚਾਹੀਦੀ, ਉਹ ਕਿੱਥੇ ਹੈ ਸਪੋਰਟ। ਫਿਰ ਆਪਾਂ ਕਹਿੰਦੇ ਨੇ ਜੀ ਸਾਡੇ ਬੱਚੇ ਡਰੱਗ 'ਚ ਚਲੇ ਗਿਆ, ਹੋ ਗਿਆ ਹੈ ਨਾ, ਵੀ ਇਹ ਤਾਂ ਪੈਸੇ ਬਣਾਉਣ ਚਲੇ ਜਾਂਦੇ ਆ, ਟਰੱਕ 'ਤੇ ਚਲੇ ਗਿਆ, ਕਰਿਆ, ਇਹ ਪੈਸੇ ਬਣਾ ਰਹੇ ਆ, ਤਾਂ ਕਰਕੇ ਬੱਚੇ ਵਿਗੜ ਗਏ। ਨਹੀਂ, ਜਿਹੜੇ ਘਰ ਦੇ ਵਿੱਚ ਮਾਹੌਲ ਹੈ, ਜੋ ਉਹ ਔਰਤ ਹੈ, ਮਾਂ ਜਿਹੜੀ ਹੈ ਉਹ ਸਮਾਜ ਨੂੰ ਸਿਰਜਦੀ ਹੈ। ਅੱਜ ਆਪਾਂ ਮਾਂ ਨੂੰ ਕਿੰਨੀ ਉਹਦੀ ਕਦਰ ਕਰਦੇ ਹਾਂ, ਕਿੰਨੀ ਉਸ ਨੂੰ ਸਪੋਰਟ ਕਰਦੇ ਹਾਂ, ਪੋਲੀਟੀਕਲੀ ਸਪੋਰਟ ਕਰਦੇ ਹਾਂ। ਇੱਕ ਤਾਂ ਸਮਾਜ ਦੀ ਸਪੋਰਟ, ਪਰ ਨਾਲ ਦੀ ਨਾਲ ਜਿਹੜੇ ਪੋਲੀਟੀਕਲ ਕਿਹੋ ਜਿਹੇ ਆਪਾਂ ਪਾਲਿਸੀਜ਼ ਬਣਾ ਰਹੇ ਹਾਂ, ਕਿਹੜੀ ਆਪਾਂ ਪ੍ਰੋਗਰਾਮਸ ਬਣਾ ਰਹੇ ਹਾਂ ਉਹਨਾਂ ਦੇ ਲਈ, ਉਹ ਜ਼ਿੰਮੇਵਾਰੀ ਤਾਂ MLAs ਦੀ ਹੋਈ ਨਾ ਇੱਥੋਂ ਦੀ, ਵੀ ਅਸੀਂ ਉਸ ਘਰਾਂ ਦੇ ਵੀ ਬੱਚਿਆਂ ਦੇ ਲਈ ਕੀ ਸਪੋਰਟ ਕਰ ਰਹੇ ਹਾਂ। ਉਹਦੇ ਲਈ ਕਿਤੇ ਨਾ ਕਿਸੇ ਨੇ ਗੱਲ ਕੀਤੀ ਹੈ। ਜਦੋਂ ਆਪਾਂ ਗੱਲ ਕਰਦੇ ਹਾਂ ਵੀ ਮੁੱਦਿਆਂ ਦੀ ਗੱਲ ਕਰੋ, ਆਹ ਮੁੱਦਾ ਕਿੱਥੇ ਹੈ। ਦੂਸਰੀ ਗੱਲ, ਜਿਹੜੀਆਂ ਆਪਣੇ ਕਿੰਨੀਆਂ ਔਰਤਾਂ, ਇਨਕਲੂਡਿੰਗ ਮਾਈਸੈਲਫ, ਮੈਨੀ ਵੂਮਨ ਹੈ, ਜਿਹੜੀ ਉਹਨਾਂ ਨੇ ਵਨ ਰੀਜ਼ਨ ਔਰ ਦਾ ਅਦਰ ਉਹ ਸਿੰਗਲ ਨੇ ਜੀ। ਮੈਨੂੰ ਪਤਾ ਕਿ ਮੈਨੂੰ ਆਪਣੇ ਬੱਚੇ ਪਾਲਣ ਦੇ ਲਈ ਕਿੰਨੀ ਜੱਦੋ-ਜਹਿਦ ਕਰਨੀ ਪਈ। ਤੁਸੀਂ ਹੁਣ ਆਪਾਂ ਨੂੰ ਪਤਾ ਕਿ ਡਾਈਵੋਰਸ ਰੇਟ ਜਿਹੜਾ ਹੈ ਉਹ ਕਿੰਨਾ, ਡੋਮੈਸਟਿਕ ਵਾਇਲੈਂਸ ਭਾਵੇਂ ਨਹੀਂ ਵੀ ਹਸਬੈਂਡ ਵਾਈਫ ਸੈਪਰੇਟ ਹੋਏ, ਘਰ ਦੇ ਵਿੱਚ ਡੋਮੈਸਟਿਕ ਵਾਇਲੈਂਸ ਹੈ ਨਾ। ਤੇ ਉਹਨਾਂ ਘਰਾਂ ਦੇ ਵਿੱਚ ਜਦੋਂ ਬੱਚੇ ਪਲ ਰਹੇ ਆ, ਤਾਂ ਆਪਾਂ ਉਹਨਾਂ ਬੱਚਿਆਂ ਦੀ ਸਪੋਰਟ ਦੇ ਲਈ ਕੀ ਕਰ ਰਹੇ ਹਾਂ। ਜਦੋਂ ਵੀ ਕੋਈ ਇਮੀਗ੍ਰੈਂਟ ਆ ਰਿਹਾ ਇੱਥੇ ਫੈਮਿਲੀ, ਉਹਨੂੰ ਤਾਂ ਦੁਨੀਆ ਜਹਾਨ ਦਾ ਪਤਾ ਨਹੀਂ, ਹੀ ਇਜ਼ ਟਰਾਈਂਗ ਟੂ ਸਰਵਾਈਵ ਐਟ ਦਿਸ ਪੁਆਇੰਟ। ਆਪਾਂ ਉਹਨਾਂ ਬੱਚਿਆਂ ਦੇ ਲਈ ਕੀ ਸਪੈਸ਼ਲੀ ਜਿਹੜਾ ਹੈ ਇਮੀਗ੍ਰੈਂਟ ਜਿਹੜੀ ਕਮਿਊਨਿਟੀ ਹੈ, ਉਹਦੇ ਲਈ ਆਪਾਂ ਕਿਹੜਾ ਪ੍ਰੋਗਰਾਮ ਲੈ ਕੇ ਆ ਰਹੇ ਹਾਂ। MLAs ਤੋਂ ਮੈਂ ਖਾਸ ਕਰਦੀ, ਜਦੋਂ ਗੱਲ ਕਰਦੇ ਉੱਥੇ ਜਾ ਕੇ ਵਿਕਟੋਰੀਆ ਗੱਲ ਕਰਦੇ, ਕੀ ਉਹ ਮੁੱਦੇ ਉਠਾ ਰਹੇ। ਆਹ ਰੌਲੇ ਜਿਹੜੇ ਮੈਂ ਕਹਿੰਦੀ ਵੀ ਆਪਾਂ ਨੂੰ ਆਪਣੇ ਰਿਪਰੈਜ਼ੈਂਟੇਟਿਵ ਭੇਜਣ ਦਾ ਤਾਂ ਫਾਇਦਾ ਜੇ ਸਾਡੇ ਘਰਾਂ ਦੇ ਦੁੱਖ ਸੁੱਖ ਨੂੰ ਸਮਝ ਕੇ ਉਹ ਇੱਕ ਕੋਈ ਪ੍ਰੋਗਰਾਮ ਡਿਜ਼ਾਈਨ ਕਰਨ ਤੇ ਉਹਨਾਂ ਨੂੰ ਐਜ਼ ਅ ਸੁਜੈਸ਼ਨ ਭੇਜਣ ਵੀ ਓਕੇ ਵਾਈ ਨਾਟ ਦਿਸ, ਠੀਕ ਹੈ, ਅੱਗੇ ਨੈਗੋਸ਼ੀਏਟ ਕਰਕੇ ਜੇ 100 ਨਾ ਮਿਲੂ 80 ਸੀ, 80 ਨਹੀਂ ਸੀ, 40 ਮਿਲੂ, ਕੁਛ ਤਾਂ ਮਿਲੂ। ਪਰ ਕੀ ਆਪਾਂ ਉਹੋ ਜਿਹੇ ਮੁੱਦਿਆਂ ਨੂੰ, ਜ਼ਿੰਦਗੀ ਨੂੰ ਸਮਝ ਕੇ ਉਸ ਨੂੰ ਕੁਛ ਅੱਗੇ ਲੈ ਕੇ ਜਾ ਰਹੇ ਵੀ ਸਾਨੂੰ ਆਹ ਚਾਹੀਦਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਮੈਨੂੰ ਲੱਗਦਾ ਜ਼ਿੰਦਗੀ ਨੂੰ ਬਿਹਤਰ ਸਮਝ ਕੇ ਉਸ ਨੂੰ ਅੱਗੇ ਤੋਰਨਾ ਜ਼ਰੂਰੀ ਲੱਗਦਾ। ਬਿਲਕੁਲ, ਜਿੰਨਾ ਚਿਰ ਇਹ ਚੀਜ਼ਾਂ ਵੱਲ ਧਿਆਨ ਨਹੀਂ, ਤੁਸੀਂ ਜਿੰਨਾ ਮਰਜ਼ੀ ਕਹਿ ਲਓ ਕਿ ਅਸੀਂ ਕ੍ਰਾਈਮ ਸਾਡਾ ਮੁੱਦਾ ਹੈਗਾ, ਵਾਇਲੈਂਸ ਸਾਡਾ ਮੁੱਦਾ ਹੈਗਾ, ਉਹਨੂੰ ਤੁਸੀਂ ਟੈਕਲ ਕਰ ਹੀ ਨਹੀਂ ਸਕਦੇ, ਉਹ ਹਟ ਹੀ ਨਹੀਂ ਸਕਦੀ, ਤੁਸੀਂ ਉਹਨੂੰ ਠੀਕ ਹੀ ਨਹੀਂ ਕਰ ਸਕਦੇ। ਇੱਕ ਹੋਰ ਮਹੱਤਵਪੂਰਨ ਮੁੱਦਾ ਜਿਹੜਾ ਮੈਨੂੰ ਲੱਗਦਾ ਹੁੰਦਾ ਕਿ ਸਕੂਲਾਂ ਦੀ ਰੇਟਿੰਗ। ਸਰੀ ਦੇ ਵਿੱਚ ਕੀ ਸਾਡੇ ਕਿੰਨੇ ਕੁ ਲੋਕਾਂ ਨੂੰ ਪਤਾ ਵੀ ਜਿਹੜੇ ਸਕੂਲ ਦੇ ਵਿੱਚ ਅਸੀਂ ਬੱਚੇ ਭੇਜ ਰਹੇ ਇਹਦੀ ਰੇਟਿੰਗ ਕੀ ਹੈ, ਇਹਦੀ ਰੈਂਕਿੰਗ ਕੀ ਹੈ, ਇਹ ਕਿੰਨਵੇਂ ਨੰਬਰ ਤੇ ਆਉਂਦਾ ਸਾਰੇ BC ਦੇ ਸਕੂਲਾਂ ਵਿੱਚੋਂ। ਔਰ ਜੇ ਉਹ ਇੱਕ ਲਿਸਟ ਜਿਹੜੀ ਹੈਗੀ ਆ ਰੈਂਕਿੰਗ ਸਿਸਟਮ ਦੀ, ਤੁਸੀਂ ਕੱਢ ਕੇ ਦੇਖੋ
ਉਹਦੇ 'ਚ ਕਈ ਵਾਰੀ 100 ਨੰਬਰ ਤੱਕ ਸਰੀ ਦੇ 2 ਸਕੂਲ ਹੀ ਆਉਂਦੇ ਆ, ਪਬਲਿਕ ਦੇ ਵਿੱਚ ਵੀ ਪ੍ਰਾਈਵੇਟ 'ਚ ਵੀ ਕੱਢ ਕੇ ਦੇਖ ਲਓ, ਕੋਈ ਵੀ ਦੇਖ ਸਕਦਾ। ਜਦੋਂ ਅਸੀਂ ਸਕੂਲ ਬੋਰਡ ਦੇ ਨਾਲ ਗੱਲ ਕਰਦੇ ਹਾਂ ਜਾਂ ਇਹਨਾਂ ਨਾਲ ਗੱਲ ਕਰਦੇ ਹਾਂ, ਜਿਹੜੇ ਇਹ ਸਾਰੇ ਹੈਗੇ ਆ ਆਪਣੇ ਲੀਡਰ, ਉਹ ਕਹਿੰਦੇ ਜੀ ਇਹ ਰੈਂਕਿੰਗ ਸਿਸਟਮ ਸਾਡਾ ਬਣਾਇਆ ਨਹੀਂ, ਸਰਕਾਰੀ ਨਹੀਂ ਹੈ, ਇਹ ਤਾਂ ਵੈਸੇ ਹੀ ਬਣਾਇਆ ਕਿਸੇ ਨੇ, ਇਹ ਠੀਕ ਨਹੀਂ ਆ। ਹੁਣ ਕੀ ਇਹ ਮੁੱਦਾ ਨਹੀਂ ਹੋਣਾ ਚਾਹੀਦਾ? ਸਰੀ ਦੇ ਸਕੂਲ ਜਿੱਥੇ ਤੁਹਾਡਾ ਭਵਿੱਖ, ਤੁਹਾਡੇ ਨਿਆਣੇ ਜਾ ਰਹੇ ਜਿਨ੍ਹਾਂ ਨੇ ਕੁਝ ਬਣਨਾ, ਕਿੰਨੇ ਤੁਹਾਡੇ ਨਿਆਣੇ UBC ਦੇ ਵਿੱਚ ਡਾਕਟਰ ਬਣਨ ਜਾ ਰਹੇ ਆ, ਕਿੰਨੇ ਤੁਸੀਂ ਇੰਜੀਨੀਅਰ ਬਣਨ ਜਾ ਰਹੇ ਆ, ਕਿਹੜੇ ਸਕੂਲ ਅੱਗੇ ਜਾ ਰਹੇ, ਕਿਉਂ ਜਾ ਰਹੇ, ਇਹ ਮੁੱਦਾ ਹੀ ਹੈ ਨਹੀਂ? ਕੀ ਇਹ ਮੁੱਦਾ ਹੋਣਾ ਹੀ ਨਹੀਂ ਚਾਹੀਦਾ? ਤੁਸੀਂ ਨਾ ਦੇਖੋ, ਇਹ ਫਿਕਰ ਜਿਹੜੇ ਮੈਨੂੰ ਲੱਗਦਾ ਘਰੋਂ ਘਰ ਹੀ ਹੁੰਦਾ, ਪਰ ਕਈ ਵਾਰੀ ਵਕਤ ਸ਼ਾਇਦ ਕਿਉਂਕਿ ਜਿੱਦਾਂ ਤੁਸੀਂ ਕਹਿੰਦੇ ਵੀ ਬਹੁਤ ਚੀਜ਼ਾਂ ਦੇਖਣੀਆਂ ਹੁੰਦੀਆਂ, ਉਹ ਚੀਜ਼ ਜਦੋਂ ਅਕਲ ਆਉਂਦੀ ਹੈ ਨਾ ਵੀ ਆਹ ਗੱਲ ਹੋ ਗਈ, ਉਦੋਂ ਤੱਕਣ ਬੱਚੇ ਪੜ ਜਾਂਦੇ ਆ। ਤੇ ਜੇ ਹੁਣ ਤੁਸੀਂ ਜਿਹੜੀ ਆਪਾਂ ਉਹ ਗੱਲ ਕਰਦੇ ਸੀ ਕਿ ਜਿਹੜੀ ਅਸੈਸਮੈਂਟ ਹੈਗੀ ਹੈ ਨਾ, ਆਪਣੇ ਪਰਿਵਾਰਾਂ ਨੂੰ, ਜਿਹੜੇ ਤੁਸੀਂ ਕਹਿੰਦੇ ਵੀ ਮੁੱਦਾ ਜਿਹੜਾ ਹੈਗਾ ਸਕੂਲ ਬੋਰਡ ਦਾ, ਭਾਵੇਂ ਉਹ ਮਿਊਨਿਸਪਲ ਦਾ ਇਸ਼ੂ ਹੋਵੇ ਸਕੂਲ ਬੋਰਡ ਦਾ, ਤੇ ਭਾਵੇਂ ਇਹ ਆਪਣਾ ਪ੍ਰੋਵਿੰਸ਼ੀਅਲ ਦਾ ਐਜੂਕੇਸ਼ਨ ਦਾ, ਕਿੰਨੇ ਕੁ ਪੇਰੈਂਟਸ ਨੇ ਜਿਹੜੇ ਟੀਚਰਸ ਦੇ ਨਾਲ ਜਾ ਕੇ ਸਕਸੈਸਫੁਲੀ ਗੱਲ ਕਰ ਰਹੇ, ਤੇ ਕਿੰਨੇ ਆਫਟਨ ਗੱਲ ਕਰ ਰਹੇ? ਹਰ ਕੋਈ ਬੰਦਾ ਜਿਹੜਾ ਕੋਈ ਸੁਣ ਰਿਹਾ ਕਰੇ ਹੈ ਨਾ, ਉਹ ਕਿਸੇ ਨਾਲ ਜੱਜਮੈਂਟ ਨਹੀਂ, ਕਿਉਂਕਿ ਮੈਂ ਵੀ ਬੱਚੇ ਇੱਥੇ ਪਾਲੇ, ਮੈਨੂੰ ਪਤਾ ਕਿ ਮੇਰੀ ਉਸ ਉਮਰ ਦੇ ਵਿੱਚ ਕਿਸ ਤਰ੍ਹਾਂ ਮੈਨੂੰ ਕਿੰਨਾ ਔਖਾ ਸੀਗਾ। ਤੇ ਆਪਣਾ ਜਿਹੜੇ ਮੁੱਦੇ ਆ ਉਹ ਉੱਥੇ ਜਾਂਦੇ, ਭਾਵੇਂ ਉਹ ਮਿਊਨਿਸਪਲ ਮੁੱਦਾ ਜ਼ਿਆਦਾ ਹੋ ਜਾਂਦਾ ਕਿ ਸਕੂਲ ਬੋਰਡ ਦੇ ਨਾਲ ਕਿੰਨੀ ਕਮਿਊਨੀਕੇਸ਼ਨ ਹੈ, ਪਰ ਜੇ ਆਪਾਂ ਪੇਰੈਂਟਸ ਦੀ ਗੱਲ ਕਰੀਏ ਤਾਂ ਵਾਕਈ ਪਹਿਲਾ ਜਿਹੜਾ ਉਹਨਾਂ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਤੁਸੀਂ ਸਕੂਲ ਦੇ ਵਿੱਚ ਜਾਓ ਆਪਣੇ ਬੱਚੇ ਨੂੰ, ਤੇ ਆਪਾਂ ਉੱਥੇ ਬੜੇ ਵਧੀਆ ਸਕੂਲਾਂ 'ਚੋਂ ਪੜ੍ਹ ਕੇ ਆਏ ਆ, ਸਭ ਨੂੰ ਪਤਾ। ਉਦੋਂ ਦੇ ਤਾਂ ਆਪਣੇ ਜਿਹੜੇ ਦੇਸੀ ਜਿਹੜੇ ਗਵਰਨਮੈਂਟ ਸਕੂਲ ਸੀ ਉਹ ਵੀ ਬਹੁਤ ਵਧੀਆ ਸੀ, ਹੁਣ ਨਹੀਂ ਹੈਗੇ ਖੈਰ, ਹੈ ਨਾ, ਪਰ ਆਪਾਂ ਨੂੰ ਪਤਾ ਚੰਗੇ ਮਾੜੇ ਸਕੂਲ ਦਾ, ਜਿੱਦੇ ਵੀ ਇੱਥੇ ਆਏ ਆ ਉਹਨਾਂ ਨੂੰ ਸਭ ਨੂੰ ਪਤਾ ਚੰਗੇ ਮਾੜੇ ਸਕੂਲ ਦਾ। ਤੁਹਾਡੀ ਬਿਲਕੁਲ ਸਹੀ ਹੈ, ਆਪਣੀ ਸ਼ਮੂਲੀਅਤ ਇਹ ਹੋਣੀ ਚਾਹੀਦੀ ਹੈ ਕਿ ਆਪਾਂ ਟੀਚਰਸ ਨਾਲ ਜਾਈਏ, ਜਦੋਂ ਆਪਾਂ ਉੱਥੇ ਜਾਵਾਂਗੇ ਪਤਾ ਲੱਗੂਗਾ ਸਾਡੇ ਬੱਚੇ ਦਾ ਹੋਮਵਰਕ ਨਹੀਂ ਹੋਇਆ ਜਾਂ ਟੀਚਰ ਮੇਰੇ ਬੱਚੇ ਨਹੀਂ ਦੇਖ ਰਹੀ, ਫਿਰ ਆਪਾਂ ਸਕੂਲ ਨੂੰ ਵੀ ਕੁਐਸਚਨ ਕਰ ਸਕਾਂਗੇ। ਜਦੋਂ ਆਪਾਂ ਪੈਕ ਦੇ ਵਿੱਚ ਹੀ ਨਹੀਂ ਬੈਠੇ, ਜਿਹੜੀ ਪੈਰੈਂਟਸ ਐਡਵਾਈਜ਼ਰੀ ਕਮੇਟੀ ਆ ਉੱਥੇ ਹੀ ਨਹੀਂ ਬੈਠੇ, ਫਿਰ ਆਪਾਂ ਨੂੰ ਉਹਨਾਂ ਦੇ ਪ੍ਰੋਗਰਾਮਾਂ ਦਾ ਨਹੀਂ ਪਤਾ, ਫਿਰ ਆਪਾਂ ਇਹ ਸਕੂਲ ਨੂੰ ਦੂਜੇ ਸਕੂਲ ਨਾਲ ਕੰਪੇਅਰ ਨਹੀਂ ਕਰ ਰਹੇ, ਰਾਈਟ? ਸੋ ਕੁਛ ਆਪਣੀ ਜ਼ਿੰਮੇਵਾਰੀ ਹੈ, ਕੁਛ ਜਿਹੜੀ ਮੈਂ ਕਹਿੰਦੀ ਹਾਂ ਵੀ ਇਲੈਕਟਡ ਅਫੀਸ਼ੀਅਲ ਦੀ ਜ਼ਿੰਮੇਵਾਰੀ ਹੈ। ਇੱਕ ਇੱਥੇ ਨਾ ਜੀ ਰੈਪ ਪ੍ਰੋਗਰਾਮ ਹੈ ਇੱਥੇ ਆਪਣੇ ਸਕੂਲਾਂ 'ਚ ਚੱਲਦਾ, ਤੇ ਜਿਹੜੇ ਉਹ ਕਹਿੰਦੇ ਵੀ ਜਿਹੜੇ ਬੱਚੇ ਥੋੜਾ ਜਿਹਾ ਡਰੱਗ ਜਾਂ ਹੈ ਨਾ ਉਹਦੇ ਵੱਲ, ਮੈਂ ਪਿਛਲੀ ਵਾਰੀ ਲਾਸਟ ਟਾਈਮ ਜਦੋਂ ਉਹਨਾਂ ਦੇ ਨਾਲ ਇੰਟਰਵਿਊ ਕੀਤੀ ਸੀ ਤਾਂ ਉਹਨਾਂ ਨੇ ਦੱਸਿਆ ਸੀ ਕਿ ਤਕਰੀਬਨ 10 ਸਾਲਾਂ ਤੋਂ ਪ੍ਰੋਗਰਾਮ ਚੱਲ ਰਿਹਾ ਤੇ ਉਸ ਪ੍ਰੋਗਰਾਮ ਦਾ ਇੱਕ ਵਾਰੀ ਆਡਿਟ ਨਹੀਂ ਹੋਇਆ। ਪ੍ਰੋਗਰਾਮ ਚੱਲ ਰਿਹਾ ਹੈ, ਆਡਿਟ ਨਹੀਂ ਹੋਇਆ। ਆਡਿਟ ਦਾ ਮਤਲਬ ਤੁਹਾਨੂੰ ਇਹ ਨਹੀਂ ਪਤਾ ਵੀ ਕਿੰਨੇ ਬੱਚੇ ਉਹਨਾਂ ਦੇ ਵਿੱਚ ਗਏ ਤੇ ਕਿੰਨੇ ਉਹਦੇ ਵਿੱਚੋਂ ਸਕਸੈਸਫੁਲ ਨਿਕਲੇ, ਤੇ ਉਸ ਤੋਂ ਬਾਅਦ ਉਹਨਾਂ ਦਾ ਕੀ ਰੇਟਿੰਗ ਹੈ। ਜਦੋਂ ਵੀ ਫੰਡਿੰਗ ਇੱਥੇ ਮਾੜੀ ਜੀ ਗੋਲੀ ਚੱਲਦੀ ਆ, ਰੈਪ ਨੂੰ ਦੇ ਦਿਓ, ਜਿੱਥੇ 10 ਲੱਖ ਦੇ ਦਿਓ, ਇੰਨਾ ਦੇ ਦਿਓ, ਇੰਨਾ ਦੇ ਦਿਓ, ਪਰ ਯੈਟ ਦੇ ਡੋਂਟ ਨੋ। ਸੋ ਜੇ ਮੈਂ ਸਿਰਫ ਇੱਕ ਪ੍ਰੋਗਰਾਮ ਦੀ ਗੱਲ ਕਰ ਰਹੀ ਹਾਂ, ਉਸ ਤੋਂ ਬਾਅਦ ਫਿਰ ਤੁਸੀਂ ਪੂਰੇ ਸਕੂਲ ਦੀ ਗੱਲ ਕਰ ਰਹੇ ਹੋ ਵੀ ਸਕੂਲ ਦੇ ਕਿਹੜੇ ਜਿਹੜੇ ਪ੍ਰੋਗਰਾਮ ਹੈ, ਕੀ ਉਹਨਾਂ ਦੇ ਕੋਲ ਟੈਕਨੋਲੋਜੀ ਪ੍ਰੋਪਰ ਹੈ, ਕੀ ਜਿਹੜਾ ਉਹ ਉਹਨਾਂ ਨੂੰ ਸਿਲੇਬਸ ਪੜ੍ਹਾ ਰਹੇ ਹੈ, ਕੀ ਉਹ ਸਿਲੇਬਸ ਜਿਹੜਾ ਸੀਗਾ ਉਹ 25 ਸਾਲ ਪਹਿਲਾਂ 30 ਸਾਲ ਪਹਿਲਾਂ ਦਾ ਬਣਿਆ ਉਹੀ ਪੜ੍ਹਾ ਰਹੇ ਹੈ, ਕਿ ਕੀ ਅੱਜ ਦੀ ਟੈਕਨੋਲੋਜੀ ਇੰਨੀ ਤੇਜ਼ ਹੋ ਰਹੀ ਹੈ, ਇਕੋਨਮੀ ਚੇਂਜ ਹੋ ਰਹੀ ਹੈ, ਜੌਬਸ ਚੇਂਜ ਹੋ ਰਹੀਆਂ, ਸਾਰੇ ਮੈਟਰ ਚੇਂਜ ਹੋ ਰਹੇ ਹੈ, ਕਿ ਮਤਲਬ ਸਿਲੇਬਸ ਦੀ ਤਾਂ ਗੱਲ ਹੀ ਨਹੀਂ ਪਹੁੰਚ ਰਹੀ, ਉੱਥੇ ਤੱਕ ਤਾਂ ਪਹੁੰਚ ਹੀ ਨਹੀਂ ਰਹੀ ਜੀ, ਉਹ ਤਾਂ ਪਤਾ ਹੀ ਨਹੀਂ ਕਿਸੇ ਨੂੰ ਜੀ। ਹਾਂ, ਸੋ ਆਈ ਥਿੰਕ ਮੈਨੂੰ ਲੱਗਦਾ ਆਪਾਂ ਐਜ਼ ਪੈਰੈਂਟਸ, ਐਜ਼ ਅ ਕਮਿਊਨਿਟੀ ਜ਼ਿੰਮੇਵਾਰ ਬੜੀ ਆਪਾਂ ਪਾਰਟਿਸਿਪੇਸ਼ਨ ਕਰੀਏ। ਉਸ ਤੋਂ ਬਾਅਦ ਆਪਾਂ ਨੂੰ ਜਦੋਂ ਮੁੱਦੇ ਪਤਾ ਲੱਗਦੇ ਆ ਤਾਂ ਆਪਾਂ ਸਿਰ ਜੋੜਾਂਗੇ, ਤਾਂ ਫਿਰ ਆਪਾਂ ਵਾਕਈ ਜਿਹੜੀ ਹੈ MLAs ਨੂੰ ਜਿਹੜੀ ਆਪਾਂ ਗੁਜ਼ਾਰਿਸ਼ ਕਰਾਂਗੇ, ਉਹਨਾਂ ਨੂੰ ਪੁੱਛਾਂਗੇ ਵੀ ਵਾਈ, ਜਿੱਦਾਂ ਹੁਣ ਰੀਸੈਂਟਲੀ ਜਿਹੜਾ ਸੀਗਾ ਵੀ ਆਪਣੀ ਸਿੱਖ ਹਿਸਟਰੀ ਜਿਹੜੀ ਇੱਥੇ ਹੈਗੀ ਆ, ਜਾਂ ਵਰਲਡ ਵਾਰ 1 ਐਂਡ 2 ਦੇ ਵਿੱਚ ਜਿੰਨੀ ਉਹਨਾਂ ਦੀਆਂ ਸ਼ਮੂਲੀਅਤ ਸੀਗੀ ਉਹ ਕਿਤਾਬਾਂ ਦੇ ਵਿੱਚ ਨਹੀਂ ਸੀਗੀ, ਹੈ ਨਾ। ਸੋ ਉਸ ਨੂੰ ਇਨਵੋਲਵ ਕਰਨਾ। ਸੋ 100 ਸਾਲ ਕਹਿਣੇ ਸੌਖੇ, 100 ਸਾਲ ਕਿਸੇ ਦੇਸ਼ ਨੂੰ ਦਿੱਤੇ ਹੋਣੇ ਤੇ ਆਪਣਾ ਉਹਦੇ ਵਿੱਚ ਕਿਤੇ ਨਾ ਸਿਰਾ ਨਾ ਹੋਣਾ, ਡੈਫੀਨਿਟਲੀ। ਸੋ ਇਹ ਚੀਜ਼ਾਂ ਤਾਂ ਹੀ ਪਤਾ ਲੱਗਣਗੀਆਂ ਜੇ ਤੁਸੀਂ ਬੱਚਿਆਂ ਦੇ ਨਾਲ ਬੈਠ ਕੇ ਤੁਸੀਂ ਪੜ੍ਹ ਰਹੇ ਹੋ। ਬਿਲਕੁਲ, ਸਟੀਵ ਪੁਰੇਵਾਲ ਹੋਣੀ ਉਹਦੇ ਉੱਤੇ ਜਿੰਨਾ ਕੰਮ ਕੀਤਾ, ਜਿੰਨਾ ਉਹਨਾਂ ਨੇ ਉਹ ਦੱਸਿਆ ਕਿ ਵੀ ਤੁਹਾਡੀ ਕੰਟਰੀਬਿਊਸ਼ਨ ਕੀ ਹੈ, ਔਰ ਤੁਹਾਨੂੰ ਦੱਸਿਆ ਇਹ ਜਾ ਰਿਹਾ ਜਿਵੇਂ ਤੁਸੀਂ ਹੁਣ ਹਜੇ ਇੱਥੇ ਆਏ ਆ ਤੇ ਤੁਸੀਂ ਫੋਰਨਰ ਆ ਕੋਈ ਇੱਥੇ ਦੇ। ਇੱਕ ਮੇਰਾ ਜੀ ਹੋਰ ਜਿਹੜਾ ਅਸੀਂ ਬਹੁਤ ਵਾਰੀ ਔਰਤਾਂ ਦਾ ਮੁੱਦਾ ਦੀ ਗੱਲ ਕਰਦੇ ਹਾਂ, ਜਦੋਂ ਤੁਸੀਂ ਕਿਹਾ ਵੀ ਇਹਨਾਂ ਨੂੰ ਆਜ਼ਾਦੀ ਆ, ਇੱਥੇ ਕਮਾ ਰਹੀ ਆ, ਔਰਤ ਕਮਾ ਰਹੀ ਆ, ਉਹ ਸਾਰਾ ਕੁਝ ਕਰ ਰਹੀ ਹੈ, ਇੱਥੇ ਇਹਨੂੰ ਕੀ ਇਸ਼ੂ ਹੋ ਸਕਦਾ, ਪਰ ਪਤਾ ਨਹੀਂ ਇਹ ਗਲਤ ਆ ਜਾਂ ਸਹੀ। ਇੱਕ ਜਿਹੜੀ ਮੇਰੀ ਆਬਜ਼ਰਵੇਸ਼ਨ ਆ ਕਿ ਔਰਤ ਰਾਜਨੀਤੀ ਦੇ ਵਿੱਚ ਜਾਂ ਕਿਤੇ ਵੀ ਜਿੱਥੇ ਡਿਸੀਜਨ ਲੈਣਾ ਜਾਂ ਫੈਸਲਾ ਲੈਣਾ ਉਹ ਕਿਤੇ ਵੀ ਨਹੀਂ ਆ, ਬਿਲਕੁਲ ਨਹੀਂ ਹੈ। 2-4 ਰਾਜਨੀਤੀ ਵਿੱਚ ਚਲੇ ਜਾਣੀ ਹੈ ਜਾਂ ਕ੍ਰਿਸਟੀ ਕਲਾਰਕ ਜੇ ਪ੍ਰੀਮੀਅਰ ਬਣ ਗਈ, ਇਹਦਾ ਮਤਲਬ ਇਹ ਨਹੀਂ ਕਿ ਔਰਤਾਂ ਸਾਰੀਆਂ ਠੀਕ ਆ। ਸਾਰੀ ਦੀ ਪੋਲਿਟਿਕਸ, ਸਾਡੀ ਕਮਿਊਨਿਟੀ ਦੀ ਪੋਲਿਟਿਕਸ, ਮੈਂ ਉਹਦੇ ਤੋਂ ਵੀ ਹੋਰ ਜਿਹੜਾ ਨੈਰੋ ਫੋਕਸ ਤੇ ਆ ਰਿਹਾ। ਕੀ ਔਰਤਾਂ ਅੱਜ ਇਹ ਫੈਸਲਾ ਕਰ ਰਹੀਆਂ ਕਿ ਕਿਹਨੂੰ ਵੋਟ ਪਾਉਣੀ ਆ, ਜਾਂ ਕੈਂਪੇਨਿੰਗ ਦੇ ਵਿੱਚ ਉਹਨੇ ਕੀ ਮਰਦ ਆ, ਪੁਰਸ਼ ਆ ਜਿਹੜੇ, ਉਹਨੇ ਕੀ ਘਰ ਆ, ਉਨੀਆਂ ਕੁ ਧਿਰਾਂ ਆ,
ਫਲਾਣੇ ਨੇ ਫਲਾਣੇ ਨੂੰ ਕਹਿ ਦਿੱਤਾ, ਫਲਾਣੇ ਨੇ ਫਲਾਣੇ ਨੂੰ ਪਿੱਛੇ ਕਰਤਾ, ਔਰਤ ਖੜੀ ਤਾਂ ਹੋ ਸਕਦੀ ਹੈ ਕਿਤੇ, ਪਰ ਜਿਹੜਾ ਸਾਰਾ ਕੁਝ ਚੱਲ ਰਿਹਾ ਉਹ ਤਾਂ ਸਾਰੇ ਫੇਰ ਇੱਥੇ ਵੀ ਉਹੀ ਚਲਾ ਰਹੇ, ਪੁਰਸ਼ ਹੀ ਚਲਾ ਰਹੇ। ਇਸ ਸਭ ਤੋਂ ਇੰਪੋਰਟੈਂਟ ਫੀਲਡ ਦੇ ਵਿੱਚ ਉਹਨਾਂ ਦੀ ਤਾਂ ਸ਼ਮੂਲੀਅਤ ਵੀ ਓਨੀ ਨਹੀਂ ਹੈ। ਕੀ ਲੱਗਦਾ ਵੀ ਅਸੀਂ ਉੱਥੇ ਕਿਤੇ ਨਾ ਕਿਤੇ ਖੜੇ ਹਾਂ, ਜਾਂ ਤਾਂ ਲੱਗਦਾ ਵੀ ਕੋਈ ਹੈਗੀ ਆ ਇੱਥੇ ਇਸ ਤਰ੍ਹਾਂ ਦੀ? ਇਹ ਨਾ ਬਹੁਤ ਬੇਸਿਕ ਰੂਲ ਹੈ ਜੀ ਆਪਣਾ ਹਿਊਮਨ ਮਾਈਂਡ ਦਾ। ਜੇ ਆਪਾਂ ਪਰਬਤ ਤੇ ਖੜਿਆ ਕੋਈ ਉੱਪਰ ਦੇਖ ਲਿਆ ਨਾ, ਉੱਤੇ ਚੜਿਆ ਹੋਇਆ ਕੋਈ ਬੰਦਾ, ਤਾਂ ਅਗਲਾ ਅੱਛਾ ਇਹਦਾ ਮਤਲਬ ਕੋਈ ਰਾਹ ਹੋਊਗਾ, ਆਪਾਂ ਲੱਭ ਲੈਣਾ। ਆਪਾਂ ਜੇ ਕਿਤੇ ਗਵਾਚ ਜੀਏ ਨਾ ਤਾਂ ਆਪਾਂ ਦੇਖਿਓ ਕਾਰ ਜੀ ਹੈ ਨਾ, ਉੱਥੇ ਦਾ ਮਤਲਬ ਕੋਈ ਰਾਹ ਹੋਣਾ, ਆ ਲੈਫਟ ਲਓ ਰਾਈਟ ਲਓ। ਇਹਦਾ ਮਤਲਬ ਕੀ? ਇਹਦਾ ਮਤਲਬ ਹੈ ਕਿ ਜੇ ਆਪਾਂ ਕਿਸੇ ਨੂੰ ਪਹਿਲੇ ਨੂੰ ਉੱਥੇ ਪਹੁੰਚਿਆ ਹੋਇਆ ਦੇਖਿਆ ਹੈ ਤਾਂ ਆਪਾਂ ਵੀ ਉੱਥੇ ਲੱਭਣ ਦਾ ਲਾਗ। ਇਹ ਬਹੁਤ ਬੇਸਿਕ, ਜੇ ਤੁਸੀਂ ਕਹਿੰਦੇ ਵੀ ਆਪਣਾ ਮਾਈਂਡ ਕਿਸ ਤਰ੍ਹਾਂ ਵਰਕ ਕਰਦਾ ਨਾ, ਉਸ ਚੀਜ਼ ਤੇ ਹੈ। ਸੋ ਇਹ ਗੱਲਾਂ ਬਾਤਾਂ ਦੇ ਵਿੱਚ ਕਹਿ ਦੇਣਾ ਕਿ ਅਸੀਂ 50% ਔਰਤਾਂ ਨੂੰ ਕੈਬਨਿਟ 'ਚ ਦੇ ਦੇਣਾ। ਅੱਜ ਤੁਸੀਂ ਮੈਂ ਕਹਿੰਦੀ ਤਿੰਨੋਂ ਪਾਰਟੀਆਂ ਜਿਹੜੀਆਂ ਹੈਗੀਆਂ, ਗ੍ਰੀਨ ਹੈ, ਲਿਬਰਲ ਆ ਤੇ NDP ਹੈ, ਇਹ ਤਿੰਨੋਂ ਪਾਰਟੀਆਂ ਇਸ ਗੱਲ ਦੀਆਂ ਗੁਨਾਹਗਾਰ ਨੇ। ਐਟਲੀਸਟ ਮੈਨੂੰ ਲੱਗਦਾ ਸ਼ਾਇਦ ਸਰੀ ਦੇ ਵਿੱਚ, ਜੇ ਆਪਾਂ ਟੋਟਲ ਓਵਰ BC ਦੇ ਵਿੱਚ ਨਾ ਦੇਖੀਏ, ਕਿ ਜੇ ਤੁਹਾਡੇ ਕੋਲੇ ਕੈਂਡੀਡੇਟ 50% ਔਰਤ ਨਹੀਂ ਹੈ ਨਾ, ਆਪਣੀ 51% ਔਰਤਾਂ ਨੇ ਜੀ ਕੈਨੇਡਾ ਦੇ ਵਿੱਚ ਗਿਵ ਐਂਡ ਟੇਕ ਕਰਕੇ, ਜੇ ਤੁਹਾਡੇ ਉਮੀਦਵਾਰ 50% ਨਹੀਂ ਹੈਗੇ ਇੱਕ ਵੱਡੀ, ਜਿੱਦਾਂ ਤੁਸੀਂ ਕਹਿ ਰਹੇ ਹੋ ਸਰੀ ਦੇ ਵਿੱਚ, ਇਹਦਾ ਮਤਲਬ ਉਹ ਕਿਤੋਂ ਔਰਤ ਨੇ ਹੋਰ ਆ ਕੇ ਇੱਥੇ ਜਾ ਕੇ ਤੁਹਾਡੀ ਕੈਬਨਿਟ ਪੋਜੀਸ਼ਨ ਤੇ ਨਹੀਂ ਉੱਥੇ ਬੈਠ ਜਾਣਾ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਪਾਰਟੀਆਂ ਨੂੰ ਸਵਾਲ ਹੈ, ਰਾਈਟ। ਇਹ ਤੁਸੀਂ ਚਲੋ ਕੈਂਡੀਡੇਟ ਨੇ ਜੇ ਮੇਰੇ ਵਰਗਿਆਂ ਨੂੰ ਕਹਿ ਦੂਗਾ, ਤੁਹਾਨੂੰ ਕਹਿਤਾ ਆਪਾਂ ਸਾਰਿਆਂ ਹਾਂਜੀ ਹਾਂਜੀ ਕਰ ਦਿਆਂਗੇ, ਪਰ ਇਹ ਜਿਹੜੀਆਂ ਤੁਸੀਂ ਪਾਰਟੀ ਨੂੰ ਸਵਾਲ ਕਰਨ ਵਾਲਾ, ਜਦੋਂ ਇਹ ਪਾਰਟੀਆਂ ਦੇ ਵੱਡੇ ਜਿਹੜੇ ਤੁਸੀਂ ਕਹਿੰਦੇ ਨੇ ਵੀ ਜਿਹੜੇ ਉਹ ਹੈਡ ਆਫ ਦ ਪਾਰਟੀ ਨੇ, ਉਹਨਾਂ ਨੂੰ ਸਵਾਲ ਕਰਨਾ ਚਾਹੀਦਾ ਕਿ ਜੇ ਤੁਸੀਂ ਉੱਦਾਂ ਤਾਂ ਵੂਮੈਨਸ ਡੇ ਤੇ ਆ ਕੇ ਵੱਡੀਆਂ ਸੈਲੀਬ੍ਰੇਸ਼ਨਸ ਕਰਦੇ ਹੋ, ਕਰਦੇ ਹੋ ਇਹ ਪ੍ਰੋਗਰਾਮ ਕਰਦੀ ਹੈ ਉਹ ਕੀ ਮੈਨੂੰ ਦੱਸਣਾ ਚਾਹੁੰਦੇ ਆ ਕਿ ਕੀ ਸਾਰੀ ਸਰੀ ਦੇ ਵਿੱਚ ਉਹਨਾਂ ਨੂੰ ਜੇ 8 ਜਾਂ 9 ਇਹਨਾਂ ਦੀ ਰਾਈਡਿੰਗਸ ਨੇ, ਕੀ 4 ਔਰਤਾਂ ਨਹੀਂ ਮਿਲੀਆਂ ਇਹਨਾਂ ਨੂੰ BC ਵਾਲਿਆਂ ਨੂੰ, ਤੇ ਕੀ ਆਪਣੇ NDP ਵਾਲਿਆਂ ਨੂੰ 4 ਔਰਤਾਂ ਨਹੀਂ ਮਿਲੀਆਂ? 2 ਤਾਂ ਉਹਨਾਂ ਦੇ ਕੋਲੇ ਲੱਕੀਲੀ ਐਂਡ ਵਟਐਵਰ ਦੇ ਆਲਰੇਡੀ ਹੈਡ, ਉਹ ਤਾਂ ਆਪਣੇ ਇਨਕੰਬੈਂਟ ਸੀ, ਪਰ ਕੀ ਹੋਰ ਨਹੀਂ ਮਿਲੀਆਂ ਕਿਤੇ ਉਹ ਜਿੱਥੇ ਵੀ ਖਾਲੀ ਥਾਂ ਸੀ? ਸੋ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਜਿਹੜੇ, ਕਿਉਂਕਿ ਆਪਣੀ ਫੰਡਿੰਗ ਦੇ ਨਾਲ ਬਹੁਤ ਪੋਲੀਟੀਕਲ ਪਾਰਟੀਆਂ ਚੱਲਦੀਆਂ, ਜੇ ਆਪਾਂ ਸਾਰੇ ਜਾਣੇ ਰਲ ਕੇ ਆਪਾਂ ਪਾਰਟੀ ਲੀਡਰ ਨੂੰ ਸਵਾਲ ਨਹੀਂ ਕਰਦੇ ਕਿ ਕੀ ਸਾਡੀ ਔਰਤ ਨੂੰ ਉੱਥੇ, ਤੁਸੀਂ ਵੀ ਹਾਂ ਇੱਥੇ ਸਾਰੇ ਆਪਣੇ ਹੀ ਨੇ, ਐਕਚੁਅਲੀ ਸਾਰੇ ਬੰਦੇ ਹੀ ਹੈ, ਕਿ ਕੀ ਆਪਣੇ ਬੰਦਿਆਂ ਦੇ ਵਿੱਚ ਕੀ ਔਰਤਾਂ ਨਹੀਂ ਹੈਗੀਆਂ? ਹੁਣ ਮਤਲਬ ਤੁਸੀਂ ਇਹ ਕਹਿੰਦੇ ਵੀ ਸਾਡੀਆਂ ਔਰਤਾਂ ਕਮਲੀਆਂ, ਉਹਨਾਂ ਨੂੰ ਅਕਲ ਨਹੀਂ ਹੈ, ਉਹਨਾਂ ਨੂੰ ਸਮਝ ਨਹੀਂ ਹੈ, ਉਹਨਾਂ ਦੇ ਕੋਲ ਲਰਨ ਕਰਨ ਦੀ ਐਬਿਲਿਟੀ, ਉਹਨਾਂ 'ਚ ਕੋਈ ਲੀਡਰਸ਼ਿਪ ਹੀ ਨਹੀਂ ਜੀ। ਇਹਨਾਂ ਨੂੰ ਤਾਂ ਆਰਾਮ ਨਾਲ ਉੱਥੇ ਤੁਸੀਂ ਚਾਹ ਪਾਣੀ ਖਾ ਲਓ ਜਾਂ ਹੀਰੇ ਹੂਰੇ ਪਾ ਕੇ ਤੁਰੇ ਫਿਰੋ, ਕਾਰਾਂ ਚਲਾਈ ਜਾ। ਸੋ ਪਹਿਲੀ ਗੱਲ ਇਹ ਆਪਣੇ ਤੇ ਵੀ ਸਵਾਲ ਉੱਠਦਾ ਕਿ ਕੀ ਆਪਾਂ ਪਾਰਟੀ ਨੂੰ ਸਵਾਲ ਕਰ ਰਹੇ ਹਾਂ। ਸੋ ਪਹਿਲੀ ਗੱਲ ਤਾਂ ਇਹ ਵੀ ਤੁਸੀਂ ਹਰ ਜਦੋਂ ਵੀ ਕੋਈ ਇਲੈਕਸ਼ਨ ਹੋਵੇ, ਭਾਵੇਂ ਮਿਊਨਿਸਪਲ ਆ, ਫੈਡਰਲ ਆ, ਪ੍ਰੋਵਿੰਸ਼ੀਅਲ ਆ, ਆਪਾਂ ਨੂੰ ਸਭ ਨੂੰ ਕੁਐਸਚਨ ਹੋਣਾ ਚਾਹੀਦਾ ਕਿ ਕੀ 50% ਉੱਥੇ ਰੈਪਰੈਜ਼ੈਂਟੇਸ਼ਨ ਹੈਗੀ ਕਿ ਨਹੀਂ। ਉਸ ਤੋਂ ਬਾਅਦ ਜਿਹੜਾ ਤੁਸੀਂ ਸਵਾਲ ਕਰਦੇ ਹੋ ਕਿ ਕੀ ਘਰਾਂ ਦੇ ਵਿੱਚ ਔਰਤਾਂ ਗੱਲਾਂ ਕਰ ਰਹੀਆਂ ਨਹੀਂ ਕਰ ਰਹੀਆਂ, ਤੁਸੀਂ ਉਹਨਾਂ ਨੂੰ ਪੁੱਛੋ ਕਿ ਕਿਹੜਾ ਬੰਦਾ ਲੀਡ ਕਰ ਰਿਹਾ, ਜਾਂ ਤੁਸੀਂ ਕਹੋ ਵੀ ਕਿਹੜੀ ਮਿਨਿਸਟਰੀ ਦੇ ਵਿੱਚ ਕਿਹੜੀ ਔਰਤ ਸੀ, ਜਾਂ ਉਹ ਕਿਉਂ ਨਹੀਂ ਕਰ ਰਹੇ? ਕਿਉਂਕਿ ਉਹਨਾਂ ਦੇ ਮੁੱਦਿਆਂ ਦੇ ਨਾਲ ਕੋਈ ਰਿਲੇਸ਼ਨਸ਼ਿਪ ਨਹੀਂ ਹੈ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਡਾਇਰੈਕਟ ਇੰਪੈਕਟ ਨਹੀਂ ਹੈ। ਆਪਣੇ ਵੈਸੇ ਵੀ ਹਾਂ ਠੀਕ ਹੈ, ਮਾਹੌਲ ਘਰ ਦਾ ਹੋ ਜਾ ਬਣਾ ਕੇ ਆਏ ਆ, ਪੰਜਾਬ ਤੋਂ ਇਹੋ ਜਿਹਾ ਲੈ ਕੇ ਆਏ ਆ ਵੀ ਔਰਤਾਂ ਨੇ ਰੋਟੀ ਪਾਣੀ ਬਣਾਉਣਾ, ਭਾਈ ਇਹ ਵੱਡੇ ਮਸਲੇ ਜਿਹੜੇ ਸਭ ਮਰਦਾਂ ਨੇ ਕਰਨੇ ਆ, ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਅਸੀਂ ਸੈੱਟ ਕਰ ਦਿਆਂਗੇ। ਹਾਂਜੀ ਹਾਂ, ਪਰ ਮੈਨੂੰ ਇਹ ਲੱਗਦਾ ਕਿ ਔਰਤ ਇੱਥੇ ਪੜ੍ਹ ਵੀ ਰਹੀ ਹੈ, ਇੱਥੇ ਜੌਬ ਵੀ ਕਰ ਰਹੀ ਹੈ, ਕੁਛ ਜ਼ਿੰਮੇਵਾਰੀ ਔਰਤ ਨੂੰ ਖੁਦ ਲੈਣੀ ਪੈਣੀ ਹੈ। ਜੇ ਤੁਸੀਂ ਕਹੋਗੇ ਕਿ ਹੁਣ ਕੋਈ ਬੰਦਾ ਹੀ ਆ ਕੇ ਤੁਹਾਡੇ ਕੋਲੇ ਪ੍ਰੈਜ਼ੈਂਟ ਕਰ ਦੇਵੇ, ਸੋ ਇੱਕ ਤਾਂ ਔਰਤ ਨੂੰ ਹਿੰਮਤ ਕਰਨੀ ਚਾਹੀਦੀ, ਉਹ ਨਹੀਂ ਕਰ ਰਹੀਆਂ। ਜੇ ਤੁਸੀਂ ਗੱਲ ਕਰਦੇ ਹੋ ਪੋਲੀਟਿਕਸ ਦੀ, ਤਾਂ ਉਹ ਇਟਸ ਨਾਟ ਐਂਟਰਟੇਨਿੰਗ ਇਨਫ। ਕਿਉਂਕਿ ਉਹਨਾਂ ਦੀ ਜ਼ਿੰਦਗੀ ਇੰਨੀ ਕੁ ਜ਼ਿਆਦਾ ਔਖੀ ਹੈ ਕਿ ਜਦੋਂ ਆਹ ਗੱਲ ਆਉਂਦੀ ਉਹਨਾਂ ਨੂੰ ਲੱਗਦਾ ਇੱਕ ਹੋਰ ਮਸਲਾ ਜ਼ਿੰਦਗੀ 'ਚ ਉਹਨਾਂ ਦੇ ਵੱਧ ਰਿਹਾ। ਉਹ ਇਹ ਨਹੀਂ ਕਿ ਉਹ ਇੰਟੈਲੀਜੈਂਟ ਨਹੀਂ ਹੈਗੀਆਂ ਜਾਂ ਉਹਨਾਂ ਦਾ ਇੰਟਰਸਟ ਨਹੀਂ, ਮੈਨੂੰ ਇਹ ਲੱਗਦਾ ਕਿ ਉਹਨਾਂ ਦੇ ਆਲਰੇਡੀ ਮੁੱਦੇ ਹੈ ਜਿਹੜੇ ਉਹ ਵਧੇ ਆ। ਜਿਹੜਾ ਬੰਦਾ ਪੋਲੀਟਿਕਸ ਦੇ ਵਿੱਚ ਆ, ਉਹਨੇ ਕੰਮ ਕਰਕੇ ਆਇਆ, ਉਦੋਂ ਬਾਅਦ ਉਹਨੇ ਕਹਿਣਾ ਅੱਛਾ ਜੀ ਕਾਰ ਨੂੰ ਸਟਾਰਟ ਹਮ ਚੱਲੇ हैं, ਉਹਨੂੰ ਨਹੀਂ ਫਿਕਰ ਵੀ ਮੇਰੇ ਬੱਚੇ ਦਾ ਹੋਮਵਰਕ ਹੋਇਆ ਕਿ ਨਹੀਂ, ਉਹਨੂੰ ਨਹੀਂ ਮੇਰੇ ਫਿਕਰ ਕੱਪੜੇ ਧੋਤੇ ਕਿ ਨਹੀਂ, ਉਹਨੂੰ ਨਹੀਂ ਪਤਾ ਮੇਰੇ ਬੱਚੇ ਪੜ੍ਹੇ ਆ ਕਿ ਨਹੀਂ ਪੜ੍ਹੇ, ਹੈ ਨਾ। ਸੋ ਹੁਣ ਉਸ ਘਰ ਦੇ ਵਿੱਚ ਜਿਹੜੀ ਹੈ ਉਹ ਜ਼ਿੰਮੇਵਾਰੀ ਮਰਦ ਨੂੰ ਜੇ ਅੱਧੀ ਲੈ ਲੂਗਾ, ਫਿਰ ਔਰਤ ਕੋਲ ਵੀ ਟਾਈਮ ਹੋਣਾ ਵੀ ਹਾਂ ਇੱਥੇ ਆ ਕੇ ਜੀ ਗੱਲ ਕਰ ਲਈ, ਜਾਂ ਕੋਈ ਉੱਥੇ ਪੋਲੀਟੀਕਲ ਮੁੱਦਾ ਹੋ ਰਿਹਾ ਉਹਦੇ ਤੇ ਗੱਲ ਕਰੂਗੀ। ਜਦੋਂ ਤੁਹਾਡੇ ਤੇ ਸਿਰ ਤੇ ਐਡਾ ਭਾਰ ਦੂਜੀਆਂ ਜ਼ਿੰਦਗੀ ਦੀਆਂ ਮਜਬੂਰੀਆਂ ਦਾ ਹੋਵੇ, ਸੋ ਮੈਂ ਔਰਤ ਨੂੰ ਕੰਪਲੀਟਲੀ ਬਲੇਮ ਨਹੀਂ ਕਰਦੀ, ਪਰ ਮੈਨੂੰ ਇਹ ਲੱਗਦਾ ਕਿ ਜਿੱਥੇ ਆਪਾਂ ਹੋਰ ਰਾਹ ਲੱਭੇ ਹੈ ਉੱਥੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਇੰਨਾ ਵੀ ਮੇਰਾ ਮੂੰਹ ਬੱਚਿਆਂ ਦਾ ਮੂੰਹ ਸਵਾਰਿਆ ਕਿ ਨਹੀਂ, ਮੇਰੇ ਬੱਚੇ ਧੋਤੇ ਕੱਪੜੇ ਪਾਏ ਕਿ ਨਹੀਂ, ਉਹਦੇ ਸ਼ੂ ਨਵੇਂ ਹੈਗੇ ਕਿ ਨਹੀਂ, ਉਹ ਸਕੂਲ 'ਚ ਉੱਥੇ ਠੀਕ ਚੱਲਿਆ, ਸੱਟ ਤਾਂ ਨਹੀਂ ਵੱਜੀ, ਤੇ ਉਹਦੇ ਨਾਲ ਜਿਹੜੇ ਸਾਰੇ ਹੀ ਹੋਰ ਮਸਲੇ ਆ ਪੋਲੀਟਿਕਸ ਦੇ,
ਉਹ ਔਰਤ ਨੂੰ ਰੀਅਲਾਈਜ਼ ਹੋਣੇ ਚਾਹੀਦੇ ਕਿ ਉਹ ਸਾਰੇ ਮਸਲੇ ਉਹਦੀਆਂ ਬੱਚਿਆਂ ਨੂੰ, ਉਹਦੇ ਪਰਿਵਾਰ ਨੂੰ ਇੰਪੈਕਟ ਕਰਨੇ ਆ। ਆ ਜਿਹੜੀ ਹੈਗੀ ਆ ਰੋਲ ਘਰਾਂ ਦੇ ਵਿੱਚ ਜਿਹੜਾ ਹੈਗਾ ਮਰਦਾਂ ਦਾ ਵੀ ਰੋਲ ਹੈ ਉਸ ਦੇ ਵਿੱਚ ਕਿ ਉਹਨਾਂ ਨੂੰ ਥਾਂ ਦੇਣ, ਉਹਨੂੰ ਟਾਈਮ ਸਪੇਅਰ ਕਰਨ, ਭਾਵੇਂ ਤੁਸੀਂ ਚੈਰੀਟੇਬਲ ਫਾਊਂਡੇਸ਼ਨਸ ਨੇ ਉਹਨਾਂ ਦੇ ਵਿੱਚ ਕੰਮ ਕਰਨ ਜਾਂ ਕੁਛ ਨਾ ਕੁਛ ਪਤਾ, ਤਾਂ ਕਿ ਪਤਾ ਲੱਗੇ। ਤੇ ਨਾਲ ਦੀ ਨਾਲ ਉੱਪਰੋਂ ਸੋ ਗਰਾਊਂਡ ਲੈਵਲ ਐਂਡ ਰੂਟਸ ਦੋਨੇ ਪਾਸੋਂ ਜਿਹੜਾ ਹੈ ਪ੍ਰੈਸ਼ਰ ਪੈਣਾ ਚਾਹੀਦਾ, ਤੇ ਤਾਂ ਹੀ ਜਿਹੜਾ ਇਹ ਸਮਾਜ ਆ ਥੋੜ੍ਹਾ ਜਿਹਾ ਮੈਨੂੰ ਲੱਗਦਾ ਇੱਕ ਬੈਲੈਂਸ ਤੇ ਆਊਗਾ। ਬਿਲਕੁਲ, ਇਹਦੇ ਚ ਬੜੀ ਕਮਾਲ ਦੀ ਗੱਲ ਆ ਇਹ ਕਿ ਅਸੀਂ, ਮੈਨੂੰ ਲੱਗਦਾ ਸਭ ਤੋਂ ਐਡਵਾਂਸ ਦੇਸ਼ ਦੇ ਵਿੱਚ ਰਹਿ ਰਹੇ ਹਾਂ, ਜਿਹੜੇ ਵਨ ਆਫ ਦਾ ਜਿਹੜਾ ਸਭ ਤੋਂ ਚੰਗੇ ਦੇਸ਼ ਆ। ਜੇ 50% ਇੱਥੇ ਔਰਤਾਂ ਨੇ, 50% ਤਾਂ ਸਾਡੀ ਕਮਿਊਨਿਟੀ ਜਿਹੜੀ ਉੱਥੋਂ ਜਨਮ ਲੈ ਕੇ ਮਾਈਗ੍ਰੇਟ ਹੋ ਕੇ ਇੱਥੇ ਆਈ ਹੈ ਤੇ ਰਾਜਨੀਤੀ ਦੇ ਵਿੱਚ ਸੋ ਕਾਲਡ ਬਹੁਤ ਇਨਵੋਲਵ ਕਹੀ ਜਾਂਦੀ ਹੈ ਵੀ ਇਹ ਜਿਹੜੇ ਸਿਰਫ ਜਿਹੜੇ ਇਹ ਮਤਲਬ ਜਿਹੜੇ ਉਸਤਾਦਾਂ ਦੇ ਹੱਥ ਵੀ ਲੜ ਰਹੇ ਆ ਪਿੱਛੋਂ, ਸਿਰਫ ਉਹ ਬਟੇਰੇ ਨਹੀਂ ਲੜ ਰਹੇ। ਜੀ ਜੀ ਜੀ, ਉਹ ਜਿਹੜੇ ਉਸਤਾਦਾਂ ਦੇ ਹੱਥ ਨੇ ਨਾ, ਉਹ ਸਾਰੇ ਮਰਦ ਹੀ ਨੇ। ਬਿਜ਼ਨਸ ਦੀ ਪ੍ਰੋਬਲਮ ਆ, ਉਹ ਵੀ ਮਰਦਾਂ ਦੀ ਪ੍ਰੋਬਲਮ ਆ। ਜੇ ਟੈਕਸੀ ਦੀ ਪ੍ਰੋਬਲਮ ਆ, ਜੇ ਹਾਲਾਂ ਦੀ ਪ੍ਰੋਬਲਮ ਆ, ਜੇ ਹੋਰ ਜਿੰਨੀਆਂ ਪ੍ਰੋਬਲਮਸ ਨੇ ਅਸੀਂ ਬਿਜ਼ਨਸਾਂ ਦੀਆਂ ਸੁਣਦੇ, ਇਹ ਸਾਰੀ ਪੁਰਸ਼ਾਂ ਦੀ ਪ੍ਰੋਬਲਮ ਆ, ਔਰਤ ਕਿਤੇ ਵੀ ਨਹੀਂ। ਔਰ 50% ਤੁਹਾਡਾ ਉਹ ਪਾਰਟ ਆ। ਤੇ ਇਹ ਘੱਟੋ ਘੱਟ ਇਹ ਵੀ ਤੇ ਸਵਾਲ ਪੈਦਾ ਖੜਾ ਹੁੰਦਾ ਨਾ ਇੱਕ, ਕਿ ਤੁਸੀਂ ਕਿਸੇ ਦੇਸ਼ ਦੀ ਤਰੱਕੀ ਨੂੰ ਮਿਣ ਕਿੱਦਾਂ ਰਹੇ ਆ? ਤੁਹਾਡੇ ਕੋਲੇ ਉਹਦਾ ਮੀਟਰ ਕੀ ਆ ਮਿਣਨ ਦਾ? ਕਿ ਬਿਜ਼ਨਸ ਸੈੱਟ ਹੋਣੇ ਜਾਂ ਉਹਦੇ ਵਿੱਚ ਔਰਤ ਮਰਦ ਦੀ ਜਿਹੜੀ ਬਰਾਬਰੀ, ਉਹ ਵੀ ਇੱਕ ਪੈਰਾਮੀਟਰ ਹੋ ਸਕਦਾ ਕਿ ਸੁਸਾਇਟੀ ਵਾਕਈ ਅੱਗੇ ਵਧੀ ਹੈ ਜਾਂ ਅਸੀਂ ਫਿਰ ਉੱਥੇ ਦੇ ਉੱਥੇ ਹੀ ਖੜੇ ਹਾਂ। ਥੋੜ੍ਹੀ ਬਹੁਤੀ ਇਨਵੋਲਵਮੈਂਟ ਹੋ ਸਕਦੀ ਹੈ ਕਿਤੇ ਨਾ ਕਿਤੇ, ਤੁਸੀਂ ਗੱਲ ਕਰ ਰਹੇ ਹੋ ਮੀਡੀਆ ਦੇ ਵਿੱਚ, ਕੋਈ ਹੋਰ ਹੋ ਸਕਦਾ, ਪਰ ਉਹ ਜਿਹੜਾ ਇੱਕ ਡਿਸੀਜਨ ਲੈਣ ਵਾਲਾ ਇੱਕ ਜਿਹੜਾ ਸਿਰ ਆ, ਉਹ ਔਰਤ ਦਾ ਨਹੀਂ ਹੈ। ਬਿਲਕੁਲ, ਆਹੀ ਜਿਹੜਾ ਡਿਸੀਜਨ ਟੇਬਲ ਤੇ ਔਰਤ ਨਹੀਂ ਹੈ। ਡਿਸੀਜਨ ਟੇਬਲ ਤੱਕ ਪਹੁੰਚਾਉਣ ਜਿਹੜਾ ਸਪੋਰਟ ਬੰਦੇ ਨੂੰ ਮਿਲ ਰਹੀ ਹੈ, ਉਹ ਔਰਤ ਕਰ ਰਹੀ ਹੈ। ਬਿਲਕੁਲ, ਪਰ ਜਿਹੜੀ ਉੱਥੇ ਡਿਸਕਸ਼ਨ ਹੋ ਰਹੀ ਹੈ ਉਸ ਦੇ ਵਿੱਚ ਔਰਤ ਨਹੀਂ ਹੈ। ਉਹ ਸਾਰੀਆਂ ਚੀਜ਼ਾਂ ਬੰਦੇ ਨੂੰ ਉਸ ਚੀਜ਼ ਨੂੰ ਸਪੋਰਟ ਕਰਨਾ ਤਾਂ ਕਿ ਉਹ ਕੰਮ ਤੋਂ ਬਾਅਦ ਜਾ ਕੇ ਉਹ ਇਹੋ ਜਿਹੀਆਂ ਮੀਟਿੰਗਸ ਅਟੈਂਡ ਕਰੇ, ਉਹ ਸੈਮੀਨਾਰਸ ਅਟੈਂਡ ਕਰ ਲਏ, ਉਹ ਪ੍ਰੋਟੈਸਟ ਦੇ ਵਿੱਚ ਐਡ ਕਰ ਲਏ। ਉਹ ਤਾਂ ਕਰ ਪਾ ਰਿਹਾ ਕਿਉਂਕਿ ਘਰੇ ਔਰਤ ਉਸ ਚੀਜ਼ ਨੂੰ ਹੈਂਡਲ ਕਰ ਰਹੀ ਹੈ। ਉਹਦੀ ਰਾਤ ਨੂੰ ਰੋਟੀ ਵੀ ਬਣਾ ਕੇ ਦੇ ਦਿੱਤੀ ਤਾਂ ਕਿ ਸਵੇਰ ਦਾ ਉਹਦਾ ਲੰਚ ਵੀ ਪੈਕ ਹੋ ਗਿਆ, ਉਹਦੇ ਕੱਪੜੇ ਵੀ ਧੋ ਦਿੱਤੇ, ਰਾਈਟ। ਉਹਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੀ ਜਿਹੜੀਆਂ, ਉਹਦੇ ਮਾਂ-ਪਿਓ ਨੂੰ ਵੀ ਸਾਂਭ ਲਿਆ। ਸੋ ਔਰਤ ਉਹ ਸਾਰਾ ਚੀਜ਼ ਕਰ ਰਹੀ, ਤਾਂ ਹੀ ਮਰਦ ਉੱਥੇ ਜਾ ਰਿਹਾ ਹੈ। ਪਰ ਉੱਥੋਂ ਤੱਕਣ ਪਹੁੰਚਾ ਕੇ ਔਰਤ ਨੂੰ ਉਸ ਟੇਬਲ ਤੇ ਜੇ ਆਊਗਾ ਤਾਂ ਆਪਣਾ ਸਮਾਜ ਨੂੰ ਜੇ ਤੁਸੀਂ ਬਿਹਤਰ ਕਰਨਾ, ਸਮਾਜ ਦੇ ਵਿੱਚ ਜਿਹੜੀ ਇਨਸਾਨੀਅਤ ਨੂੰ ਲੈ ਕੇ ਆਉਣਾ ਤੇ ਬੱਚਿਆਂ ਦੀ ਪਰਵਰਿਸ਼ ਵੱਡੀ ਕਰਨੀ, ਮੈਨੂੰ ਲੱਗਦਾ ਉਹ ਬਹੁਤ ਵੱਡਾ ਕਨਸੈਪਟ। ਆਪਾਂ ਇੰਸਟੈਂਟ ਰਿਵਾਰਡ ਲੱਭ ਲਈਦਾ, ਪਰ ਜੇ ਤੁਸੀਂ ਲੌਂਗ ਟਰਮ ਇੰਪੈਕਟ ਚਾਹੁੰਦੇ ਹੋ, ਜਿੱਥੇ ਤੁਸੀਂ ਚਾਹੁੰਦੇ ਹੋ ਕਿ ਇਹ ਸਮਾਜ ਸੋਹਣਾ ਬਣਿਆ ਰਵੇ, ਉਹ ਨਹੀਂ ਬਣ ਸਕਦਾ ਜਦੋਂ ਤੱਕਣ ਔਰਤ ਦੀ ਸ਼ਮੂਲੀਅਤ ਉੱਥੇ ਨਹੀਂ ਹੋਊਗੀ। ਇੱਕ ਹੋਰ ਸਾਡੇ ਸਾਹਮਣੇ ਸਵਾਲ ਪੈਦਾ ਹੁੰਦਾ ਹੈ ਸਾਰੇ ਕੁਝ ਦੇ ਵਿੱਚ ਕਿ ਕੈਂਡੀਡੇਟ ਦਾ ਰੈਜ਼ੂਮੇ ਦੇਖਿਆ ਜਾਵੇ, ਜਿਹੜਾ ਉਮੀਦਵਾਰ ਖੜਾ ਹੋ ਰਿਹਾ, ਕੀ ਸਮਝ ਕੇ ਵੋਟ ਪਾਈ ਜਾਵੇ ਉਹਨੂੰ, ਪਾਰਟੀ ਦੇ ਉੱਤੇ ਜਾਂ ਉਮੀਦਵਾਰ ਦੇ ਉੱਤੇ। ਕਈ ਵਾਰੀ ਇਹ ਹਾਲ ਹੋ ਜਾਂਦਾ ਕਿ ਪਾਰਟੀ ਉਹਨੂੰ ਉਮੀਦਵਾਰ ਲੱਭ ਹੀ ਨਹੀਂ ਰਹੇ, ਉਹ ਕਹਿੰਦੇ ਭਾਈ ਉਹਨੂੰ ਖੜਾ ਕਰ ਦਿੰਦੇ ਆ। ਜਾਂ ਇੱਕ ਹੋਰ ਬਹੁਤ ਵੱਡਾ ਸਵਾਲ ਆ ਇੱਥੇ ਦਾ, ਯੂਥ ਕਿਉਂ ਨਹੀਂ ਆ ਰਿਹਾ? ਜਿਹੜਾ ਨੌਜਵਾਨ ਆ, ਵੋਟ ਪਾਉਣ ਵੀ ਨਹੀਂ ਜਾਂਦਾ ਬਹੁਤਾ। ਉਹਨਾਂ ਨੂੰ ਲੱਗਦਾ ਵੀ ਇਹ ਕਿਹੜਾ ਇਸ਼ੂ ਆ ਜਿਹੜਾ ਇੱਥੋਂ ਦੇ, ਉਹਨਾਂ ਨੂੰ ਕਿਉਂ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਬਹੁਤ ਘੱਟ ਆ ਉਹਨਾਂ ਦੀ ਗਿਣਤੀ ਜਿਹੜੀ ਜਿੰਨੀ ਹੋਣੀ ਚਾਹੀਦੀ ਹੈ। ਜਾਂ ਜਿਹੜੇ ਕੁਛ ਹੰਢੇ ਸਿਆਸਤਦਾਨ ਆ, ਉਹ ਇਹ ਸਾਰੀ ਖੇਡ ਨੂੰ ਕਿਉਂਕਿ ਵੋਟਾਂ ਤਾਂ ਲੈਣੀਆਂ ਨਾ, ਕਢਾਉਣੀਆਂ ਆ ਲੋਕਾਂ ਤੋਂ, ਉਹ ਇੱਕ ਆਰਟ ਆ। ਜਾਂ ਜਿਵੇਂ ਜਿਹੜਾ ਚੰਗੀ ਤਰ੍ਹਾਂ ਜਾਣਦਾ ਉਸ ਤਰੀਕੇ ਨੂੰ ਉਹ ਜਿੱਤ ਜਾਂਦਾ। ਉਹ ਚੰਗਾ ਮਾੜਾ ਬਾਅਦ ਦੀ ਗੱਲ ਆ, ਜੇ ਚੰਗਾ ਉਹਨੂੰ ਵੋਟਾਂ ਹੀ ਨਹੀਂ ਕਢਾਉਣੀਆਂ ਆਉਂਦੀਆਂ, ਜਿਹਨੂੰ ਭੁਗਤਾਉਣੀਆਂ ਕਹਿੰਦੇ ਆ, ਵੀ ਉਹ ਵੋਟ ਭੁਗਤਾ ਹੀ ਨਹੀਂ ਸਕਦਾ, ਤੇ ਉਹ ਬੰਦਾ ਤਾਂ ਉਹ ਤਾਂ ਫੇਲ ਆ ਫਿਰ ਇਸ ਕੰਮ ਦੇ ਵਿੱਚ। ਕੀ ਦੇਖ ਕੇ ਕੈਂਡੀਡੇਟ ਨੂੰ ਵੋਟ ਪਾਈ ਜਾਵੇ? ਕਈ ਵਾਰੀ ਤਾਂ ਉਹਨਾਂ ਵਿਚਾਰਿਆਂ ਨੂੰ ਆਪਣੀ ਪਾਰਟੀ ਦਾ ਪ੍ਰੋਗਰਾਮ ਹੀ ਨਹੀਂ ਪਤਾ। ਬਸ ਦੋ ਗੱਲ, ਪਹਿਲਾਂ ਆਪਾਂ ਜਿਹੜੇ ਤੁਸੀਂ ਭੁਗਤਾਉਣ ਦੀ ਗੱਲ ਕੀਤੀ, ਤਾਂ ਮੈਨੂੰ ਇਦਾਂ ਲੱਗਦਾ ਕਿ ਇਹ ਆਪਣੇ ਮੂੰਹ ਤੇ ਚਪੇੜ ਹੈ। ਬਿਲਕੁਲ, ਵੀ ਜਦੋਂ ਆਪਾਂ ਆਪ ਉੱਠ ਕੇ ਨਹੀਂ ਪਾਉਣ ਜਾ ਰਹੇ ਵੋਟਾਂ, ਤੇ ਆਪਾਂ ਨੂੰ ਇਕੱਠੇ ਹੇੜ ਇਕੱਠੀ ਕਰਕੇ ਉਹਨਾਂ ਨੇ ਉਦੋਂ ਬਾਅਦ ਜਾ ਕੇ ਉੱਥੇ ਤੁਹਾਡੀ ਕਹਿੰਦੇ ਹੁੰਦੇ ਵੀ ਉਹ ਉੱਨ ਮੁੰਨ ਲੈਣੀ ਹੈ ਨਾ ਉਹਨਾਂ ਨੇ, ਕਿ ਭੇਡਾਂ ਜਾਓ, ਤਾਂ ਉਦੋਂ ਬਾਅਦ ਉਹਨਾਂ ਨੇ ਨਾ ਵੀ ਆਪਣਾ ਉਹ। ਸੋ ਜਦੋਂ ਆਹ ਭੁਗਤਾਉਣੀਆਂ ਪੈਣ, ਜਦੋਂ ਤੁਹਾਡੇ ਲਈ ਉਹ ਕਿਤੇ ਨੂੰ ਕਿੰਨੇ ਬੰਦੇ ਜਾਣੇ 10-20 ਤੋਂ ਉਹਨਾਂ ਨੂੰ ਲੈ ਕੇ ਆਉਣਾ, ਤੁਹਾਨੂੰ ਇਹ ਪਤਾ ਲੱਗ ਰਿਹਾ ਕਿ ਆਪਾਂ ਕਿੱਡੇ ਜ਼ਿਆਦਾ ਵਾਹਿਆਤ ਕਿਸਮ ਦੇ ਲੋਕ ਆ, ਜਹਾਲਤ ਕਿੱਡੀ ਜ਼ਿਆਦਾ ਭਰੀ ਹੋਈ ਹੈ ਕਿ ਸਾਨੂੰ ਹੇੜਾਂ ਵਾਂਗੂ ਇਕੱਠੇ ਕਰਕੇ ਲੈ ਕੇ ਜਾਂਦੇ, ਸਾਨੂੰ ਟਰਾਲੀਆਂ 'ਚ ਭਰ ਕੇ ਲੈ ਕੇ ਜਾਂਦੇ ਆ। ਤੁਹਾਨੂੰ 100 ਰੁਪਈਏ ਦੇਵਾਂਗੇ, ਪਕੌੜੇ ਖਾਵਾਂਗੇ, ਉੱਥੇ ਜਾਇਓ ਤੁਸੀਂ। ਮਤਲਬ ਇਹਦਾ ਮਤਲਬ ਆਪਣੀ ਮੈਂਟੈਲਿਟੀ ਉਹ ਲੈ ਕੇ ਆਏ ਨਾ। ਇਸ ਧਰਤੀ ਤੇ ਆਉਣ ਦਾ ਫਾਇਦਾ ਕੀ ਹੋਇਆ ਜੇ ਤੁਹਾਨੂੰ ਪੋਲੀਟੀਕਲ ਇਸ਼ੂਜ਼ ਆਪ ਨਹੀਂ ਪਤਾ, ਜੇ ਤੁਸੀਂ ਆਪਣੇ ਡਿਸੀਜਨ ਆਪ ਨਹੀਂ ਕਰ ਸਕਦੇ। ਸੋ ਮੈਂ ਤੁਹਾਨੂੰ ਜਿਹੜੀ ਉਸ ਗੱਲ ਤਾਂ ਮੈਨੂੰ ਓਬਜੈਕਸ਼ਨ ਰਹਿੰਦਾ, ਮੈਂ ਇਸ ਕਰਕੇ ਪਹਿਲਾਂ ਜਵਾਬ ਦਿੱਤਾ। ਦੂਸਰੀ ਗੱਲ ਜਿਹੜੀ ਤੁਸੀਂ ਕਹੀ ਵੀ ਉਮੀਦਵਾਰ ਹੈ ਨਾ, 2-3 ਤੁਸੀਂ ਗੱਲਾਂ ਕੀਤੀਆਂ ਵੀ ਉਮੀਦਵਾਰ ਕਿਹੋ ਜਿਹੇ ਹੋਣੇ ਚਾਹੀਦੇ ਤੇ ਯੂਥ ਕਿਵੇਂ ਨਹੀਂ, ਹੈ ਨਾ, ਵੀ ਯੂਥ ਦੀ ਪਾਰਟਿਸਿਪੇਸ਼ਨ ਕਿਉਂ ਨਹੀਂ।
ਹੋ ਸਕਦਾ ਕੋਈ ਬਹੁਤ ਵਧੀਆ ਡਾਕਟਰ ਹੋਵੇ, ਹੋ ਸਕਦਾ ਬਹੁਤ ਵਧੀਆ ਲਾਇਰ ਹੋਵੇ, ਹੋ ਸਕਦਾ ਬਹੁਤ ਵਧੀਆ ਇੰਜੀਨੀਅਰ ਹੋਵੇ, ਪਰ ਕੀ ਉਹ ਇਨਫ ਹੈ ਤੁਸੀਂ ਪੋਲਿਟਿਕਸ ਦੇ ਰੈਜ਼ੂਮੇ ਤੇ ਲੈ ਕੇ ਜਾਣ ਦੇ ਲਈ? ਕਿ 10ਵੀਂ ਪਾਸ, ਕਿਉਂਕਿ ਉਹ ਤਾਂ ਜਦੋਂ ਤੁਸੀਂ ਲਿਖਦੇ ਹੋ ਕੁਝ ਨਹੀਂ ਕਹਿੰਦੇ ਵੀ ਤੁਸੀਂ 10ਵੀਂ ਪਾਸ ਹੋ, 12ਵੀਂ ਕੀਤੀ ਹੈ, BA ਕੀਤੀ ਹੈ, ਡਾਕਟਰ ਲਾਇਰ। ਉਹ ਤੁਹਾਨੂੰ ਜਦੋਂ ਮੈਂ ਦੇਖਦੀ ਹਾਂ ਅਕ੍ਰੋਸ ਦ ਪਾਰਟੀ ਲਾਈਨ, ਕਿਸੇ ਇੱਕ ਪਾਰਟੀ ਦੀ ਨਹੀਂ ਗੱਲ, ਜੇ ਤੁਸੀਂ ਸੋਚਦੇ ਹੋ ਵੀ ਅੱਛਾ ਇਹ ਬੰਦੇ ਨਾ ਸ਼ਾਇਦ ਪੜ੍ਹੇ ਲਿਖੇ ਲੋਕਾਂ ਨੂੰ ਕਰ ਰਹੇ ਹੈ, ਇਹ ਨਹੀਂ ਇਹ ਇੱਦਾਂ ਦੇ, ਕੋਈ ਵੀ ਤੁਸੀਂ ਕੰਸਿਸਟੈਂਸੀ ਨਹੀਂ ਦੇਖ ਸਕਦੇ। ਸੋ ਇਹਦਾ ਮਤਲਬ ਐਜੂਕੇਸ਼ਨ ਹੈਜ਼ ਅ ਜ਼ੀਰੋ ਵੈਲਿਊ ਇਨ ਗੈਟਿੰਗ ਦ ਕੈਂਡੀਡੇਸੀ, ਰਾਈਟ। ਤੇ ਦੂਸਰੀ ਗੱਲ ਆਪਾਂ ਇਹ ਵੀ ਕਹਿ ਦੀ ਵੀ ਜੇ ਡਾਕਟਰ ਵੀ ਹੈਗੇ, ਡਾਕਟਰ ਤਾਂ ਬਥੇਰੇ ਨੇ, ਕੀ ਉਹ ਵਧੀਆ ਤੁਹਾਡੇ ਹੈ ਨਾ ਵੀ ਉਹ ਉਮੀਦਵਾਰ ਵੀ ਹੋਣੇ ਚਾਹੀਦੇ ਆ। ਤੇ ਕਿਉਂਕਿ ਜੇ ਡਾਕਟਰ ਆ ਤਾਂ ਉਹ ਡਾਕਟਰੀ ਲਈ ਅਪਲਾਈ ਕਰੇ ਨਾ, ਫਿਰ ਉਹ ਡਾਕਟਰ ਦੀ ਜੌਬ ਹੈ। ਜੇ ਕੋਈ ਇੰਜੀਨੀਅਰ ਹੈ ਤਾਂ ਇੰਜੀਨੀਅਰ ਅਪਲਾਈ ਕਰੇ। ਤਾਂ ਫਿਰ ਇਹਦੀ ਪੋਲਿਟਿਕਸ ਦਾ ਮਤਲਬ ਕੀ? ਪੋਲਿਟਿਕਸ ਦਾ ਮਤਲਬ ਹੈ ਤੁਸੀਂ ਲੋਕਾਂ ਦੇ ਲਈ ਬਿਹਤਰ ਸੋਚਣਾ, ਰਾਈਟ। ਆਹੀ ਅਸਲੀ ਪੋਲਿਟਿਕਸ ਕੀ ਹੈ? ਪੋਲਿਟਿਕਸ ਹੈਗੀ ਪਾਲਿਸੀ ਬਣਾਉਣਾ। ਪਾਲਿਸੀਜ਼ ਬਣਾਉਣ ਦੇ ਲਈ ਤੁਹਾਡੀ ਇੰਟੈਂਸ਼ਨ ਕੀ ਹੋਣੀ ਚਾਹੀਦੀ? ਤੁਹਾਡੀ ਇੰਟੈਂਸ਼ਨ ਹੋਣੀ ਚਾਹੀਦੀ ਵੀ ਆਹ ਲੋਕਾਂ ਦੀ ਜ਼ਿੰਦਗੀ ਨੂੰ ਮੈਂ ਬਿਹਤਰ, ਮੇਰੇ ਕੋਲ ਆਪਰਚੁਨਿਟੀ, ਮੈਂ ਬਿਹਤਰ ਸੁਜੈਸਟ ਕਰਾਂ, ਹੈ ਨਾ। ਤੇ ਉਸ ਦੇ ਲਈ ਤੁਹਾਨੂੰ ਲੋਕਾਂ ਦੇ ਨਾਲ ਜੁੜਿਆ ਹੋਣਾ ਚਾਹੀਦਾ, ਹੈ ਨਾ। ਜੇ ਤੁਸੀਂ ਕਹੋ ਜੀ ਅੱਜ ਮੈਂ ਨਵਾਂ ਕੈਂਡੀਡੇਟ ਆਈ ਹਾਂ, ਮੈਨੂੰ ਪੋਲਿਟਿਕਸ ਦਾ ਨਹੀਂ ਪਤਾ, ਮੈਨੂੰ ਨਹੀਂ ਪਤਾ ਮੇਰੀ ਪਾਰਟੀ ਨੇ ਕੱਲ੍ਹ ਕੀ ਕੀਤਾ, ਮੈਨੂੰ ਆ ਨਹੀਂ ਪਤਾ, ਬਸ ਮੈਂ ਨਵਾਂ ਕੈਂਡੀਡੇਟ ਹਾਂ, ਇਸ ਕਰਕੇ ਤੁਸੀਂ, ਮੈਂ ਯੰਗ ਹਾਂ ਪਰ ਮੈਨੂੰ ਵੋਟ ਪਾ ਦਿਓ। ਮਤਲਬ ਆਪਣਾ ਦਿਮਾਗ ਹਿੱਲਿਆ ਹੋਇਆ ਬਿਲਕੁਲ। ਜੇ ਮੈਂ ਕਹਿੰਦੀ ਹਾਂ ਵੀ ਆਪਾਂ ਇਹੋ ਜਿਹੇ ਲੋਕਾਂ ਨੂੰ, ਡਜ਼ਨਟ ਮੈਟਰ ਕਿਹੜੀ ਪਾਰਟੀ 'ਚ ਬੰਦਾ, ਆਪਾਂ ਉਸ ਬੰਦੇ ਨੂੰ ਵੋਟ ਪਾ ਰਹੇ ਹਾਂ। ਜਿਸ ਬੰਦੇ ਨੂੰ ਦੁਨੀਆ, ਜਿਸ ਬੰਦੇ ਨੇ ਇੱਥੇ, ਤੁਸੀਂ ਕਹਿੰਦੇ ਸੀ ਪਹਿਲਾਂ ਤਾਂ ਗੁਰਦੁਆਰੇ 'ਚ ਸੇਵਾ ਕਰਦੇ ਦਿਸਣ ਲੱਗ ਜਾਂਦੇ ਹੁੰਦੇ ਸੀਗੇ ਭਾਈ ਵੀ ਇਹ ਸੇਵਾਦਾਰ ਨੇ, ਕੁਛ 4 ਬੰਦੇ, ਜਾਂ ਉੱਥੇ ਸਕੂਲਾਂ ਕਾਲਜਸ ਦੇ ਵਿੱਚ ਯੂਨੀਅਨ ਹੁੰਦੀਆਂ ਸੀ ਤੇ ਉਹਦੇ ਵਿੱਚ ਕੁਛ ਅੱਗੇ ਲੱਗੇ ਹੋਏ ਹੁੰਦੇ ਸੀ, ਹੈ ਨਾ। ਤਾਂ ਆਪਾਂ ਉਹਨਾਂ ਨੂੰ ਕਹਿ ਦਿੰਦੇ ਸੀ ਭਾਈ ਇਹ ਜਥੇਦਾਰ ਹੈ, ਇਹ ਲੀਡਰ ਹੈ। ਹੁਣ ਇਸ ਵਕਤ ਕੋਈ ਵੀ ਬੰਦਾ ਕਿਤੋਂ ਵੀ ਰੈਂਡਮਲੀ ਚੱਕ ਕੇ, ਜ਼ੀਰੋ ਐਕਸਪੀਰੀਅੰਸ ਇਨ ਵਰਕਿੰਗ ਵਿਦ ਪੀਪਲ, ਕਮਿਊਨਿਟੀ ਦੇ ਇਸ਼ੂਜ਼ ਨੂੰ ਸਮਝਣਾ, ਕਮਿਊਨਿਟੀ ਸਰਵਿਸ ਕਰਨੀ। ਜੇ ਕੋਈ ਬੰਦਾ ਮੇਰੇ ਵਰਗਾ ਕਮਿਊਨਿਟੀ ਸਰਵਿਸ ਕਰਦਾ, ਅੱਛਾ ਹੁਣ ਤੂੰ ਫਿਰ ਲੀਡਰ ਹੀ ਕਰਨੀ ਹੈ, ਮੈਂ ਕਿਹਾ ਜੀ ਹਾਂ ਤੁਸੀਂ ਮੈਨੂੰ ਕਰਾਓ ਲੀਡਰ, ਹੈ ਨਾ। ਪੈਟਰਨ ਹੀ ਬਣ ਚੁੱਕਾ ਜੀ ਇਹ। ਨਹੀਂ, ਸੋ ਪਹਿਲੀ ਗੱਲ ਤਾਂ ਉਹ ਜਿਹੜੇ ਕੋਈ ਕਰਦੇ ਆ ਸੇਵਾ ਵਾਲੇ, ਉਹਨਾਂ ਨੂੰ ਆਪਾਂ ਝੱਗਾ ਖਿੱਚ ਦਿੰਦੇ ਆ। ਤੇ ਪਰ ਫਿਰ ਉਹਦੇ ਨਾਲ ਹੋ ਕੀ ਰਿਹਾ? ਐਕਚੁਅਲੀ ਆਪਾਂ ਉਹਨਾਂ ਨੂੰ ਲੈ ਕੇ ਆ ਰਹੇ ਹਾਂ ਜਿਹੜੇ ਤੁਸੀਂ ਕੈਂਡੀਡੇਟ ਦੀ ਲਿਸਟ, ਮੈਂ ਕਹਿੰਦੀ ਹਾਂ ਵੀ ਮੈਂ ਚਾਹੁੰਦੀ ਹਾਂ ਕਿ ਸਾਰੇ ਜਿਹੜੇ ਖਾਸ ਕਰਕੇ ਮੀਡੀਆ ਵਾਲੇ, ਉਹ ਬੈਠ ਕੇ ਉਹਨਾਂ ਦਾ ਰੈਜ਼ੂਮੇ ਲੱਭਣ ਹਰ ਇੱਕ ਬੰਦੇ ਦਾ। ਇੱਕ ਵਾਰੀ ਮੈਂ ਸੋਚਦੀ ਸੀ ਆਵਰ ਗਲੋਬਲ ਵਿਲੇਜ ਤੋਂ, ਮੈਂ ਕਿਹਾ ਮੈਂ ਸਾਰਿਆਂ ਨੂੰ ਪੁੱਛਾਂ ਵੀ ਸਾਨੂੰ ਪਲੀਜ਼ ਆਪਣਾ ਰੈਜ਼ੂਮੇ ਬਣਾ ਕੇ ਭੇਜੋ ਵੀ ਤੁਸੀਂ ਵਿਆਹ ਕੀਤਾ, ਤੇ ਮੈਨੂੰ 1 ਜਾਂ 2 ਪੈਰਾ ਸਾਨੂੰ ਲਿਖ ਕੇ ਭੇਜੋ ਵੀ ਤੁਸੀਂ ਇਹ ਕੈਂਡੀਡੇਸੀ ਦੇ ਲਈ ਕਿੱਦਾਂ ਸੋਚਦੇ ਹੋ ਵੀ ਤੁਸੀਂ ਕਿਸੇ ਵੀ ਜੌਬ ਲਈ ਅਪਲਾਈ ਕਰਦੇ ਆ, ਅਗਲਾ ਪੁੱਛਦਾ ਵੀ ਤੁਹਾਨੂੰ ਕਿਉਂ ਲੱਗਦਾ ਵੀ ਜੌਬ ਤੁਹਾਨੂੰ ਕਿਉਂ ਮਿਲੇ। ਮੈਂ ਇਹ ਚਾਹੁੰਦੀ ਹਾਂ ਵੀ 2 ਪੈਰੇ ਸਾਰੇ ਜਾਣੇ ਲਿਖ ਕੇ ਭੇਜਣ ਤੇ ਉਹ ਸਾਰੇ ਕਮਿਊਨਿਟੀ ਕੋਲੇ ਹੋਵੇ ਪੜ੍ਹਨ ਨੂੰ, ਤੇ ਫਿਰ ਦੇਖੀਏ ਵੀ ਉਹ ਕੀ ਲਿਖਦੇ ਆ, ਵੀ ਕਿਸ ਕਰਕੇ ਹੈ। ਸੋ ਕਮਿਊਨਿਟੀ ਦੇ ਵਿੱਚ ਇਨਵੋਲਵ ਹੋਣਾ, ਕਮਿਊਨਿਟੀ ਇਸ਼ੂਜ਼ ਨੂੰ ਅੰਡਰਸਟੈਂਡ ਨਹੀਂ ਤੁਸੀਂ ਕਰਦੇ ਤਾਂ ਤੁਸੀਂ ਰਿਪਰੈਜ਼ੈਂਟ ਕੀ ਕਰਨ ਚੱਲੇ ਆ ਉੱਥੇ। ਸੋ ਇਹ ਕੋਈ ਵੀ ਕੈਂਡੀਡੇਟ ਜਿਹੜਾ ਨਵਾਂ ਆ, ਭਾਵੇਂ ਜਿੰਨਾ ਮਰਜ਼ੀ ਸੋਹਣਾ ਹੋਵੇ, ਪੜ੍ਹਿਆ ਲਿਖਿਆ ਹੋਵੇ, ਕਿਸੇ ਦਾ ਰਿਸ਼ਤੇਦਾਰ ਹੋਵੇ, ਮੈਨੂੰ ਇਹ ਲੱਗਦਾ ਕਿ ਜਿਹੜੇ ਕੈਂਡੀਡੇਟ ਨੂੰ ਤੁਸੀਂ ਆਸੇ-ਪਾਸੇ ਕਿਤੇ ਇਸ਼ੂ ਦੇ ਉੱਤੇ ਗੱਲ ਕਰਦੇ ਨਹੀਂ ਸੁਣਿਆ, ਤੁਸੀਂ ਉਹਨੂੰ ਸਵਾਲ ਕਰਦੇ ਨਹੀਂ ਸੁਣਿਆ, ਸਮਝਦੇ ਨਹੀਂ ਸੁਣਿਆ, ਉਸ ਬੰਦੇ ਨੂੰ ਵੋਟ ਪਾਉਣੀ ਆਪਣੇ ਲਈ ਬਹੁਤ ਘਾਤਕ ਹੋਣੀ ਹੈ। ਸੋ ਮੈਨੂੰ ਨਹੀਂ ਲੱਗਦਾ ਕਿ ਉਹੋ ਜਿਹੇ ਕਿਸੇ ਵੀ ਉਮੀਦਵਾਰ ਨੂੰ ਆਪਾਂ ਨੂੰ ਕਰਨਾ ਚਾਹੀਦਾ, ਕਿਉਂਕਿ ਆਪਾਂ ਅੱਗੇ ਵੀ ਆਪਣੇ ਬੱਚਿਆਂ ਨੂੰ ਇਹ ਮੈਸੇਜ ਦੇ ਰਹੇ ਹਾਂ ਕਿ ਤੁਹਾਨੂੰ ਸੇਵਾ ਕਰਨ ਦੀ ਲੋੜ ਨਹੀਂ, ਤੁਹਾਨੂੰ ਕਿਤੇ ਵੀ ਵੋਲੰਟੀਅਰ ਕਰਨ ਦੀ ਲੋੜ ਨਹੀਂ, ਹੈ ਨਾ। ਵੋਲੰਟੀਅਰ ਕਰੋਗੇ ਤਾਂ ਤੁਹਾਨੂੰ ਇਸ਼ੂਜ਼ ਪਤਾ ਲੱਗਣਗੇ, ਇਸ਼ੂਜ਼ ਪਤਾ ਲੱਗਣਗੇ ਤਾਂ ਤੁਸੀਂ ਦੇਖੋਗੇ ਵੀ ਆਹ ਗਵਰਨਮੈਂਟ ਨੇ ਕੀਤਾ, ਆਹ ਨਹੀਂ ਕੀਤਾ, ਰਾਈਟ। ਫਿਰ ਤੁਸੀਂ ਉਸ ਤੇ ਨੈਕਸਟ ਲੈਵਲ ਤੇ ਤੁਸੀਂ ਜਾਓਗੇ। ਸੋ ਬੱਚਿਆਂ ਦੇ ਵਿੱਚ ਕਮਿਊਨਿਟੀ ਸਰਵਿਸ ਜਿਹੜੀ ਹੈਗੀ ਆ, ਮੁੱਦਿਆਂ ਤੇ ਇਨਵੋਲਵ ਕਰਨਾ, ਤਾਂ ਯੂਥ ਅੱਗੇ ਆਊਗਾ। ਪਰ ਜਿਹੜੇ ਕਰੰਟ ਕੋਈ ਵੀ ਜਿਹੜਾ ਕਿਤੋਂ ਮਰਜ਼ੀ ਉੱਠ ਕੇ ਭਰਾ ਭੈਣ ਮੇਰੇ ਆ ਗਏ, ਮੈਨੂੰ ਪਤਾ, ਮੈਨੂੰ ਜਿੰਨੇ ਕੁ ਲਾਈਕ ਕਰਦੇ ਜਿਹੜੇ ਦੋਸਤ ਆਲਰੇਡੀ, ਪਰ ਮੈਂ ਕਹਿੰਦੀ ਹਾਂ ਵੀ ਜਿਨ੍ਹਾਂ ਨੇ ਕਮਿਊਨਿਟੀ ਦੇ ਵਿੱਚ ਕੰਮ ਨਹੀਂ ਕੀਤਾ, ਜਿਸ ਕੋਈ ਇਸ਼ੂ ਤੇ ਕੋਈ ਆਪਣਾ ਉਹਨਾਂ ਦਾ ਆਪਦਾ ਕੋਈ ਵਿਊ ਪੁਆਇੰਟ ਨਹੀਂ ਹੈ, ਰਾਈਟ, ਫਿਰ ਗਲਤ ਆ। ਉਸ ਤੋਂ ਬਾਅਦ ਜਿਸ ਪਾਰਟੀ ਨੂੰ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ, ਤੁਹਾਨੂੰ ਉਸ ਦੀ 10, 20, 30 ਸਾਲਾਂ ਦੀ ਹਿਸਟਰੀ ਨਹੀਂ ਪਤਾ ਵੀ ਉਹਨਾਂ ਨੇ ਕਿੱਥੇ ਗਲਤੀਆਂ ਕੀਤੀਆਂ ਤੇ ਅੱਗੇ ਕਿੱਥੇ ਜਾਣਾ। ਤੇ ਤੁਸੀਂ ਕੀ ਸੋਚਦੇ ਹੋ ਵੀ ਉੱਥੇ ਕੀ ਇੱਕ ਸਿਰਫ ਉੱਥੇ ਚੇਅਰ ਦੇ ਉੱਤੇ ਬੈਠ ਕੇ ਤੁਸੀਂ ਉੱਥੇ ਹਾਂਜੀ ਜਾਂ ਨਾ ਜੀ ਦਾ ਠੱਪਾ ਲਾਉਣਾ? ਕਿਉਂ ਭੇਜ ਰਹੇ ਆਪਾਂ ਉੱਥੇ, ਹੈ ਨਾ। ਪਾਰਟੀ ਨੂੰ ਇੱਕ, ਇਹ ਤਾਂ ਮੈਂ ਨਹੀਂ ਕਹਿੰਦੀ ਆ ਵੀ ਬਰਗਰ ਕਿੰਗ ਜਿਹੜਾ ਵੀ ਕੰਮ ਕਰਦਾ ਨਾ, ਉਹਨੇ ਵੀ ਫਲਿੱਪ ਕਰਕੇ ਦੇਖਣਾ ਹੁੰਦਾ ਵੀ ਆਹ ਜਿਹੜਾ ਮੇਰਾ ਮੇਨੇਜ਼ ਪ੍ਰੋਪਰ ਲੱਗ ਗਿਆ ਕਿ ਨਹੀਂ। ਮੇਰੀ ਪਹਿਲੀ ਜੌਬ ਬਰਗਰ ਕਿੰਗ ਸੀ, ਉੱਥੇ ਵੀ ਦੇਖਣਾ ਹੁੰਦਾ ਵੀ ਇਹ ਠੀਕ ਬਣਾਇਆ ਕਿ ਨਹੀਂ, ਹੈ ਨਾ। ਤੇ ਤੁਸੀਂ ਤੁਹਾਡੀ ਉੱਥੇ ਜਾ ਕੇ ਕੀ, ਤੁਹਾਡੀ ਕੀ ਕੰਟਰੀਬਿਊਸ਼ਨ, ਤੁਸੀਂ ਇੱਥੇ ਬੈਠੇ ਹੋ ਬਸ ਇੰਨਾ ਹੀ, ਕਿ ਉਸ ਤੋਂ ਅੱਗੇ ਵੀ ਹੋਣੀ ਚਾਹੀਦੀ ਹੈ। ਡੈਫੀਨੇਟਲੀ ਕੈਂਡੀਡੇਟਸ ਜਿਹੜੇ ਆ ਜ਼ਰੂਰ ਆਪਾਂ ਨੂੰ ਵਧੀਆ ਚੁਣ ਕੇ ਭੇਜਣੇ ਚਾਹੀਦੇ ਆ। ਇੱਕ ਬਿਲਕੁਲ ਇਹ ਵੀ ਗੱਲ ਸਹੀ ਹੈ ਜਿਹੜੀ ਤੁਸੀਂ ਗੱਲ ਕੀਤੀ ਨਾ, ਕਮਿਊਨਿਟੀ ਨਾਲ ਜੁੜਿਆ ਹੋਵੇ, ਉਹਦਾ ਵੀ ਇੱਕ ਪੈਟਰਨ ਬਣ ਚੁੱਕਿਆ।
ਕਿ ਹਾਂ ਇਹ ਸਵਾਲ ਹੋਊਗਾ। ਇਸ ਕਰਕੇ ਜਿਹੜੇ ਬੰਦੇ ਨੇ ਵੀ ਅਗਲੇ 3 ਸਾਲਾਂ ਬਾਅਦ ਆਉਣਾ, ਉਹ 2 ਸਾਲ ਪਹਿਲਾਂ ਐਕਟਿਵ ਹੋਣਾ ਸ਼ੁਰੂ ਹੋ ਜਾਂਦਾ, ਕੋਈ ਨਾ ਕੋਈ ਉਹ ਇਦਾਂ ਦਾ ਕੰਮ ਕਰਨ ਲੱਗ ਜਾਂਦਾ। ਜੇ ਕਿਸੇ ਬੋਰਡ ਦੇ ਵਿੱਚ ਮੈਂਬਰ ਉਹ ਭਰਤੀ ਕਰਾ ਦਿੰਦੇ, ਫਿਰ ਉਹ ਭਰਤੀ ਕਰਾ ਦਿੰਦੇ, ਫਿਰ ਉਹ ਸਮਾਜ ਸੇਵਾ ਦੇ ਕੰਮ ਕਰਦਾ, ਤੇ ਫਿਰ ਹੁਣ ਉਹ ਵੀ ਨਹੀਂ, ਉਹਨਾਂ ਨੇ ਸ਼ਾਰਟਕਟ ਮਾਰ ਲਿਆ ਵੀ ਨਹੀਂ ਲੱਭਦਾ। ਹਾਂਜੀ, ਹੁਣ ਤਾਂ ਉਹ ਵੀ ਨਹੀਂ ਕਰਦੇ, ਕੋਈ ਗੱਲ ਨਹੀਂ, ਉਹ ਫਾਰਮੈਲਿਟੀ ਦੀ ਵੀ ਲੋੜ ਨਹੀਂ, ਲੋਕਾਂ ਨੂੰ ਪਤਾ ਹੀ ਆ। ਇੱਕ ਹੋਰ ਮੁੱਦਾ ਇੱਥੇ ਆ ਕਿ ਮੈਂ ਮੀਰਾ ਜੀ ਨੂੰ ਜਾਣਦਾ, ਕੱਲ ਨੂੰ ਮੈਂ ਇਲੈਕਸ਼ਨ 'ਚ ਖੜਾ ਹੋ ਜਾਣਾ, ਮੈਂ ਆਸ ਕਰਦਾ ਵੀ ਤੁਸੀਂ ਮੈਨੂੰ ਵੋਟ ਪਾ ਦਿਓ। ਕਿਤੇ ਨਾ ਕਿਤੇ ਤੁਹਾਡੇ ਦਿਲ ਦੇ ਵਿੱਚ ਵੀ ਇਹ ਗੱਲ ਆ ਜਾਣੀ ਵੀ ਚਲੋ ਕੋਈ ਨਹੀਂ, ਆਪਣਾ ਜਾਣਕਾਰ ਆ, ਕਹਿ ਰਿਹਾ ਆ, ਇਹਦੀ ਮਦਦ ਕਰ ਦਿਓ। ਇਹ ਸਹੀ ਆ, ਔਰ ਸਾਡੀ ਕਮਿਊਨਿਟੀ ਦੇ ਵਿੱਚ ਭਾਈਚਾਰਕ ਸਾਂਝ ਜਿੰਨੀ ਤਕੜੀ ਆ ਨਾ, ਔਰ ਇਹਨੇ ਉਹਨਾਂ ਤਕੜਾ ਨੁਕਸਾਨ ਵੀ ਕੀਤਾ। ਮੈਂ ਇੱਥੇ ਚੈਨਲ ਦਾ ਐਕਸਪੀਰੀਅੰਸ ਦੱਸਦਾ। ਅਸੀਂ ਇੱਕ ਇੰਟਰਵਿਊ ਕੀਤੀ ਕੁਝ ਬੰਦਿਆਂ ਦੇ ਨਾਲ, ਇੱਕ ਖਾਸ ਇੰਡਸਟਰੀ ਜਿਹੜੀ ਕਹੀ ਜਾ ਰਹੀ ਹੈ ਵੀ ਸਾਡੇ ਤੇ ਸਰਕਾਰ ਨੇ ਬਹੁਤ ਜ਼ਿਆਦਾ ਮਾੜਾ ਕੀਤਾ, ਇਸ ਕਰਕੇ ਅਸੀਂ ਬਹੁਤ ਇਹਨਾਂ ਦੇ ਖਿਲਾਫ ਆ। ਔਰ ਉਹਨਾਂ ਨੇ ਇੰਟਰਵਿਊ ਕੀਤੀ ਪੂਰੀ ਆ ਕੇ, ਉਹਨਾਂ ਨੇ ਆਪਣਾ ਇਸ਼ੂ ਦੱਸਿਆ, ਕਹਿੰਦੇ ਜੀ ਅਸੀਂ ਇਹਨਾਂ ਦੇ ਖਿਲਾਫ ਆ, ਇਹਨਾਂ ਨੂੰ ਅਸੀਂ ਹਰਾਵਾਂਗੇ, ਇਹ ਤਾਂ ਸਾਡਾ ਬਹੁਤ ਨੁਕਸਾਨ ਕੀਤਾ। ਨਾਂ ਲੈ ਕੇ ਐਮਐਲਏਸ ਦਾ ਉਹਨਾਂ ਨੇ ਇਹ ਗੱਲ ਕਹੀ। ਬਹੁਤ ਵਧੀਆ, ਬਹੁਤ ਵਧੀਆ, ਔਰ ਮਤਲਬ ਚੰਗੀ ਗੱਲ ਆ ਜੀ, ਸਾਨੂੰ ਸਿਰਫ ਇਸ਼ੂ ਆ ਤੁਹਾਡਾ, ਇਹ ਆਉਣਾ ਚਾਹੀਦਾ। ਤੇ ਅਸੀਂ ਕਿਹਾ ਹਾਂ ਬਈ ਦੇਖੋ, ਅਸੀਂ ਉਹਨਾਂ ਦੀ ਗੱਲ ਉਹਨਾਂ ਤੱਕ ਪਹੁੰਚਾ ਰਹੇ ਹਾਂ ਵੀ ਤੁਹਾਡੇ ਵਿਰੁੱਧ ਫਲਾਨੀ ਇੰਡਸਟਰੀ ਜਿਹੜੀ ਆ ਉਹ ਕਹਿ ਰਹੀ ਆ ਕਿ ਅਸੀਂ ਇਹਨਾਂ ਦੇ ਵਿਰੁੱਧ ਆ, ਆਹ ਦੇਖੋ ਇਹਨਾਂ ਦਾ ਕੁਝ ਸੋਚੋ। ਜਾਂ ਕਈ ਵਾਰੀ ਕੋਈ ਬੜਾ ਭੋਲਾ ਪੱਤਰਕਾਰ ਹੋਊਗਾ, ਸਟੈਂਡ ਵੀ ਲੈ ਲੈਂਦਾ ਉਹਨਾਂ ਖਾਤਰ, ਬਿਲਕੁਲ ਵੀ ਤੁਸੀਂ ਦੇਖੋ ਜੀ ਇਹ ਕੀਤਾ। ਅੱਛਾ, ਜਿਨ੍ਹਾਂ ਨੂੰ ਅਸੀਂ ਕਹਿ ਰਹੇ ਹਾਂ ਉਹ ਅੱਗੇ ਫੋਟੋ ਦਿਖਾ ਰਹੇ ਵੀ ਇਹ ਸਾਰੇ ਦੇ ਸਾਰੇ ਜਿੰਨੇ 7-8 ਜਣੇ ਤੁਹਾਡੇ ਕੋਲ ਇੰਟਰਵਿਊ ਕਰਕੇ ਗਏ ਆ, ਸਾਡੇ ਨਾਲ ਪਾਰਟੀ ਦੇ ਵਿੱਚ ਬੈਠੇ ਸੀ ਰਾਤੀ, ਇਹਨਾਂ ਦਾ ਇਸ਼ੂ ਸੋਲਵ ਹੋ ਗਿਆ, ਤੁਸੀਂ ਆਪਣੀ ਚਿੰਤਾ ਕਰੋ। ਵੀ ਉਹ ਸੋ ਮਤਲਬ ਮੀਡੀਆ ਨੂੰ ਬਿਲਕੁਲ ਬੇਵਕੂਫ ਬਣਾ ਰਿਹਾ, ਤੇ ਮੀਡੀਆ ਦਾ ਜਿਹੜਾ ਪਰਪਸ ਆ, ਜਿਹੜਾ ਰੋਲ ਆ, ਇੱਕ ਤਾਂ ਉਹ ਬਿਲਕੁਲ ਨੈਗੇਟ ਕਰ ਦਿੱਤਾ। ਮਤਲਬ ਤੁਸੀਂ ਕਦੋਂ ਅਸੀਂ ਤੁਹਾਡੇ ਕੋਲ ਆ ਕੇ ਝੂਠ ਬੋਲ ਗਏ ਆ, ਅਸੀਂ ਆ ਕੇ ਸ਼ੋਅ ਕਰ ਗਏ ਆ, ਅਸੀਂ ਟੀਵੀ ਤੇ ਆ ਗਏ, ਸਾਡੀ ਇੰਟਰਵਿਊ ਹੋ ਗਈ, ਜੋ ਫੋਟੋਆਂ ਲੱਗ ਗਈਆਂ, ਦੱਸ ਦਿੱਤਾ, ਪਰ ਆਹੀ ਚੀਜ਼ ਹੋਈ, ਪਰ ਮੁੱਦਿਆਂ ਤੇ ਸਿੰਸੀਅਰ ਨਹੀਂ ਹੈਗੇ। ਮਤਲਬ ਕਿਸੇ ਨੇ ਤੁਹਾਡੇ ਨਾਲ ਸਾਂਝ ਜਾਂ ਕਿਸੇ ਨੇ ਵਿੱਚ ਰਿਸ਼ਤੇਦਾਰ ਪੈ ਗਿਆ, ਕੋਈ ਪਿੰਡ ਦਾ ਸਰਪੰਚ ਪੈ ਗਿਆ। ਦੇਖੋ ਆਪਾਂ ਨਾ, ਜਦੋਂ ਮੈਂ ਸਵਾਲ ਚੱਕਦੀ ਹਾਂ ਆਪਣੇ ਰਿਲੀਜੀਅਸ ਜਾਂ ਕਲਚਰਲ ਗੱਲਾਂ ਤੇ ਨਾ, ਤਾਂ ਮੈਨੂੰ ਲੋਕੀ ਕਹਿੰਦੇ ਆ ਵੀ ਤੂੰ ਨਾ ਆਪਣੇ ਵੀ ਇਹ ਗਲਤ ਸਵਾਲ ਕਰਦੀ ਆ, ਵੀ ਇਦਾਂ ਨਹੀਂ ਕਰਨਾ ਚਾਹੀਦਾ। ਮੈਂ ਕਹਿੰਦੀ ਵੀ ਆਪਾਂ ਪੰਜਾਬ ਤੋਂ ਬਹੁਤੇ ਲੋਕ ਜਿਹੜੇ ਆ, ਵੀ ਜਿਵੇਂ ਹਿੰਦੂ ਤਬਕਾ ਵੀ, ਸਿੱਖ ਤਬਕਾ ਵੀ ਹੈ ਨਾ, ਉਹ ਹੈ ਤਾਂ ਆਪਾਂ ਭੈਣ ਭਰਾ ਵੀ ਨਾ, ਤਾਂ ਇਹ ਥੋੜੇ ਵੀ ਸਿੱਖ ਹੁਣ ਲੱਗ ਹੋ ਗਏ। ਤਾਂ ਆਪਾਂ ਨੂੰ ਇਹ ਪਤਾ ਵੀ 9ਵੇਂ ਗੁਰੂ ਪਾਤਸ਼ਾਹ ਨੇ ਸਿਰ ਦਿੱਤਾ, ਆਪਣੇ ਪੁੱਤ ਲਈ ਨਹੀਂ ਦਿੱਤਾ ਜੀ, ਆਪਣੀ ਮਾਂ ਲਈ ਨਹੀਂ ਦਿੱਤਾ, ਆਪਣੇ ਚਾਚੇ ਤਾਇਆਂ ਲਈ ਨਹੀਂ ਦਿੱਤਾ, ਆਪਣਾ ਸਿਰ ਦਿੱਤਾ। ਅੱਜ ਕੋਈ ਕਵੇ ਵੀ ਮੈਂ ਸਿਰ ਦੇਣਾ, ਲੀਡਰ ਬਣਨੀ, ਲੀਡਰ ਨਾਲ ਹੁੰਦਾ ਵੀ ਹਮ ਜਾਏਂਗੇ ਉੱਥੇ ਫੋਟੋ ਖਿਚਾ ਕੇ ਆ ਜਾਏਂਗੇ ਜੀ, ਹਮ ਅਸੀਂ ਲੀਡਰ ਬਣ ਗਏ। ਅੱਜ ਕੱਲ੍ਹ ਦੇ ਲੀਡਰ ਇਹੋ ਜਿਹੇ ਆ ਨਾ, ਲੈਂਦੇ ਆ ਨਾ। ਜਿਹੜੇ ਲੀਡਰ ਆਪਾਂ ਜਾਣਦੇ ਹਾਂ, ਜਿਹਨਾਂ ਆਪਾਂ ਸਿੱਖੀ 'ਚ ਜਾਣਦੇ ਹਾਂ, ਭਾਵੇਂ ਆਪਾਂ 1947 ਦੀ ਜਦੋਜਹਿਦ, ਭਾਵੇਂ 1857 ਤੋਂ ਲੈ ਕੇ 1947 ਤੱਕ ਜਿੰਨੀ ਜਦੋਜਹਿਦ ਹੋਈ ਹੈ ਨਾ, ਤੇ ਹਰ ਇੱਕ ਦੇ ਵਿੱਚ ਜਿਹੜਾ ਵਧੀਆ ਲੀਡਰ ਜਿਸ ਨੂੰ ਮੰਨਿਆ ਜਾਂਦਾ, ਉਸਨੇ ਕੁਰਬਾਨੀ ਦਿੱਤੀ ਹੈ, ਰਾਈਟ। ਸੋ ਇਹਦਾ ਮਤਲਬ ਅੱਜ ਕੱਲ੍ਹ ਦੇ ਆਪਣੇ ਕੋਲ ਲੀਡਰ ਕੋਈ ਬਾਲੇ ਕਰਾਮਾਤੀ ਨਹੀਂ ਹੈਗੇ, ਹੈ ਨਾ। ਪਰ ਜਿਹੜੀ ਉਹ ਗੱਲ ਕਰ ਰਹੀ ਸੀ ਕਿ 9ਵੇਂ ਪਾਤਸ਼ਾਹ ਨੇ ਸਿਰ ਦਿੱਤਾ, ਉਹਨਾਂ ਦੇ ਕੋਲੇ ਆ ਕੇ ਪੁੱਛਿਆ ਵੀ ਭਾਈ ਆਹ ਸਾਡੇ ਨਾਲ ਗਲਤੀ ਆ, ਉਹ ਕਹਿੰਦੇ ਚੰਗਾ ਓਕੇ। 10ਵੇਂ ਪਾਤਸ਼ਾਹ ਨੇ ਗੱਲਾਂ ਕਰਨੀਆਂ ਸੌਖੀਆਂ, ਸਾਡੇ ਜਵਾਕ ਦੇ ਝਰੀਟ ਵੱਜ ਜੇ ਨਾ, ਤੇ ਅਸੀਂ ਹਾਂਜੀ ਸਾਡੇ ਗੁਰੂ ਬਹੁਤ ਮਹਾਨ ਹੈ, ਸਾਡੇ ਗੁਰੂ ਬਹੁਤ ਮਹਾਨ ਹੈ। ਇਕੱਲੇ ਗੁਰੂ ਮਹਾਨ ਨਹੀਂ ਸੀ, ਉਦੋਂ ਦੇ ਸਿੱਖ ਵੀ ਮਹਾਨ ਸੀ, ਜਿਨ੍ਹਾਂ ਨੇ ਜਾ ਕੇ ਜਿਨ੍ਹਾਂ ਨੇ ਮਾਵਾਂ ਭੈਣਾਂ ਨੇ ਉੱਥੇ ਸੇਵਾ ਕੀਤੀ, ਉਹਨਾਂ ਨੇ ਆਪਣੇ ਭਰਾ ਭੈਣ ਤੋੜੇ, ਤੇ ਉਦੋਂ ਬਾਅਦ ਮਗਰੋਂ ਜਿਹੜੀਆਂ ਸੀਗੀਆਂ ਕੱਲੀ ਜ਼ਿੰਦਗੀ ਵੀ ਕੱਟੀ, ਆਪਣੀ ਜ਼ਿੰਦਗੀ ਨੂੰ ਕਿੱਦਾਂ ਕੱਟਿਆ ਹੁਣ। ਸੋ ਉਹ ਲੋਕ ਤੁਹਾਡੇ ਮੇਰੇ ਵਰਗੇ ਸੀ, ਉਹਦੇ ਵਿੱਚ ਤੁਸੀਂ ਹੁਣ ਕਹੋ ਜੀ ਨਹੀਂ ਜੀ ਬਾਬਾ ਜੀ ਤਾਂ ਬਹੁਤ ਵੱਡੇ ਮਹਾਨ ਸੀ, ਉਹ ਪਰਮਾਤਮਾ ਸੀ, ਉਹ ਕਰ ਗਏ, ਸਾਡੇ ਤੋਂ ਨਹੀਂ ਕਰ ਹੁੰਦਾ, ਹੈ ਨਾ ਵੀ, ਅਸੀਂ ਤਾਂ ਆਹੀ ਕੰਮ ਕਰਾਂਗੇ। ਸੋ ਆਪਣਾ ਆਪ ਦਾ ਜਿਹੜਾ ਕਿਰਦਾਰ ਹੈ ਆਪਣੇ ਸਮਾਜ ਦਾ, ਜੇ ਆਪਾਂ ਪੰਜਾਬੀ ਲੋਕਾਂ ਦੇ ਨਾਲ ਗੱਲ ਕਰਾਂ ਕਿ ਆਪਣੇ ਪੰਜਾਬ ਦੇ ਵਿੱਚ ਜਿਹੜੀਆਂ ਆਪਣੀਆਂ ਉਹ ਮੋਰੈਲਿਟੀ ਹੈ, ਜਿਹੜੀ ਆਪਣਾ ਜ਼ਬਾਨ ਦਾ ਪੱਕੇ ਹੋਣਾ ਜਾਂ ਕਿਸੇ ਮਜ਼ਲੂਮ ਦੇ ਨਾਲ ਖੜੇ ਹੋਣ ਦਾ, ਉਹ ਕਲਚਰਲੀ ਤੇ ਨਾਲ ਦੀ ਨਾਲ ਜਿਹੜਾ ਆਪਣਾ ਰਿਲੀਜੀਅਸਲੀ ਬਹੁਤ ਵੱਡਾ ਕਨਸੈਪਟ ਸੀ ਆਪਣਾ, ਉਹਦੇ ਵਿੱਚ ਭਾਈਵਾਦ ਤਾਂ ਸਿਖਾਇਆ ਹੀ ਨਹੀਂ ਗਿਆ ਕਿਤੇ। ਗੁਰੂ ਨਾਨਕ ਪਾਤਸ਼ਾਹ ਨੇ ਗੱਦੀ ਆਪਣੇ ਬੱਚੇ ਨੂੰ ਨਹੀਂ ਸੀ ਦਿੱਤੀ, ਰਾਈਟ। ਸੋ ਇਹ ਇੱਕ ਨਹੀਂ ਕਿੰਨੀਆਂ ਕੁ ਐਗਜ਼ਾਮਪਲਸ ਨੇ ਆਪਣੀਆਂ ਜਿਸ ਦੇ ਵਿੱਚ ਇਹ ਗੱਲਾਂ ਹੁੰਦੀਆਂ। ਸੋ ਅੱਜ ਜਦੋਂ ਜੇ ਆਪਾਂ ਮੁੱਦਿਆਂ ਤੇ ਨਹੀਂ ਖੜੇ ਹੁੰਦੇ, ਜਾਂ ਜੇ ਤੁਸੀਂ ਕਹਿਤਾ ਵੀ ਓਕੇ ਹਾਂਜੀ ਮੈਂ ਤੁਹਾਨੂੰ ਇਸੇ ਕਰਕੇ ਸਿਰਫ ਵੋਟ ਪਾ ਦਿਆਂ, ਮੈਂ ਤੁਹਾਨੂੰ ਜਾਣਦੀ ਹਾਂ, ਜਾਂ ਤੁਸੀਂ ਮੈਨੂੰ ਕਹਿ ਦਿੱਤਾ ਪਰ ਉੱਦਾਂ ਮੈਨੂੰ ਤੁਹਾਡੇ ਜਿਹੜੀਆਂ ਬਾਕੀ ਸਟੈਂਡਸ ਨੇ ਉਹ ਗਲਤ ਆ, ਤਾਂ ਉਹ ਹੋ ਸਕਦਾ ਵੀ ਕੱਲ੍ਹ ਨੂੰ ਤੁਹਾਡੇ ਨਾਲ ਓਕੇ ਚਾਹ ਪਾਣੀ ਆਪਾਂ ਇਕੱਠੇ ਪੀ ਲਾਂਗੇ ਜੀ, ਚਲੋ ਓਕੇ ਵਧੀਆ ਹੋ ਗਿਆ, ਆਪਣੀ ਆਪਣੇ ਬਿਜ਼ਨਸ, ਆਪਣੀ ਫਰੈਂਡਸ਼ਿਪ ਹੋ ਗਈ, ਦਿਸ ਐਂਡ ਦੈਟ। ਪਰ ਸਮਾਜ ਜਿਹੜਾ ਆਪਾਂ ਕ੍ਰੀਏਟ ਕਰਨਾ, ਉਸ ਦੀਆਂ ਧੱਜੀਆਂ ਹੁਣ ਇਸੇ ਕਰਕੇ ਉੱਡੀਆਂ ਹੋਈਆਂ। ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਇਸੇ ਕਰਕੇ ਧੱਜੀਆਂ ਉੱਡੀਆਂ ਕਿ ਇਸ਼ੂ ਬੇਸ ਤੇ ਆਪਾਂ ਵੋਟ ਨਹੀਂ ਪਾ ਰਹੇ।
ਕਿ ਹਮ ਤਾਂ ਲਿਬਰਲ ਹਾਂ, ਸਾਰੀ ਉਮਰ ਦੇ ਲਿਬਰਲ ਹਾਂ ਜੀ, ਅਸੀਂ ਐਨਡੀਪੀ ਸਾਰੇ। ਮੈਨੂੰ ਕਹਿੰਦੇ ਵੀ ਤੁਸੀਂ ਉਹਦੇ ਇਸ਼ੂਜ਼ ਦੱਸੋ, ਕਿਸ ਪਾਰਟੀ ਨੇ ਕੀ ਤੁਹਾਡੇ ਲਈ ਕੀਤਾ, ਉਸ ਇਸ਼ੂ ਤੇ ਗੱਲ ਕਰੋ, ਪਹਿਲੀ ਗੱਲ। ਦੂਸਰੀ ਗੱਲ, ਉਹ ਪਾਰਟੀ ਕਿਹੋ ਜਿਹੇ ਤੁਹਾਡੇ ਵਿੱਚੋਂ ਕਿਹੜੇ ਕੈਂਡੀਡੇਟ ਲੈ ਕੇ ਜਾ ਰਹੀ ਹੈ ਜਿਹਦੇ ਸਿਰ ਕਿੱਡਾ ਕੁ ਵੱਡਾ ਲੱਗਿਆ ਹੋਇਆ। ਜੇ ਤੁਸੀਂ ਐਨਡੀਪੀ ਹੋ, ਤੁਸੀਂ ਲਿਬਰਲ ਹੋ, ਪਰ ਜਿਹੜੇ ਕੈਂਡੀਡੇਟ ਉਹ ਪੁੱਕ ਕਰ ਰਹੇ ਹੈ, ਜਿਹੜਾ ਉੱਥੇ ਚੁੱਪ ਕਰਕੇ ਹਾਂਜੀ ਬੈਠेंगे, ਜੇ ਇਹੋ ਜਿਹਾ ਕੈਂਡੀਡੇਟ ਲੈ ਕੇ ਆ ਰਿਹਾ ਤਾਂ ਉਹ ਪਾਰਟੀ ਦੇ ਨਾਲ ਜੱਫੀ ਪਾ ਕੇ, ਤੁਸੀਂ ਉੱਥੇ ਨਾਲ ਕੋਈ ਤੁਹਾਡਾ ਮਾਂ ਪਿਓ ਨਹੀਂ, ਤੁਹਾਡਾ ਬੱਚਾ ਨਹੀਂ ਜਿਹਦੇ ਨਾਲ ਤੁਹਾਡੀ ਕੋਈ ਤੁਸੀਂ ਵਿਆਹੇ ਹੋ, ਜਿਹਦੇ ਨਾਲ ਤੁਸੀਂ ਰਹਿਣਾ। ਜੇ ਉਹ ਗਲਤ ਕਰ ਰਹੇ, ਜੋ ਕੈਂਡੀਡੇਟ ਗਲਤ ਪਿਕ ਕਰ ਰਹੇ ਹੈ, ਤਾਂ ਤੁਹਾਨੂੰ ਉਸੇ ਪਾਰਟੀ ਨੂੰ ਬਿਹਤਰ ਕਰਨ ਦੇ ਲਈ ਸਵਾਲ ਚੁੱਕਣੇ ਚਾਹੀਦੇ ਹੈ। ਤੇ ਇਹ ਨਹੀਂ ਵੀ ਸਿਰਫ ਵੀ ਹਾਂਜੀ ਸਾਡੇ ਲਈ ਰਿਸਰਚ ਕਰਨ ਦੀ ਲੋੜ ਨਹੀਂ ਗੀ, ਸੌਖਾ ਹੈ ਅਸੀਂ ਲਿਬਰਲ ਹਾਂ ਜੀ, ਪ੍ਰਾਊਡ ਕਰਾਂਗੇ ਅਸੀਂ ਉੱਥੇ 10 ਬੰਦਿਆਂ 'ਚ ਬੈਠ ਕੇ ਹਮੇਸ਼ਾ ਹੀ ਲਿਬਰਲ ਹਾਂ। ਇਹ ਐਥਿਕਸ ਨੇ, ਇਹ ਤੁਸੀਂ ਲੋਇਲਟੀ ਪ੍ਰੂਵ ਕਰਨ ਦਾ ਤਰੀਕਾ ਵੀ ਅਸੀਂ ਬਹੁਤ ਲੋਇਲ ਹਾਂ, ਅਸੀਂ ਇੰਨੇ ਸਾਲਾਂ ਤੋਂ ਲਿਬਰਲ ਹਾਂ, ਭਾਵੇਂ ਉਹਨਾਂ ਨੇ ਸਾਡੀਆਂ ਧੱਜੀਆਂ ਉਡਾਤੀਆਂ, ਅਸੀਂ ਇਸੇ ਕਰਕੇ ਐਨਡੀਪੀਆਂ, ਭਾਵੇਂ ਉਹਨਾਂ ਨੇ ਧੱਜੀਆਂ ਉਡਾਤੀਆਂ। ਇਹ ਕੋਈ ਬਾਹਲੀ ਅਕਲ ਵਾਲੀ ਗੱਲ ਨਹੀਂ। ਆਪਾਂ ਨੂੰ ਦਿਮਾਗ ਇਸੇ ਕਰਕੇ ਦਿੱਤਾ ਕਿ ਆਪਾਂ ਸੋਚੀਏ, ਜਿੱਥੇ ਭੈਣ ਭਰਾ ਆਪਣਾ ਕੋਈ ਗਲਤ ਹੁੰਦਾ, ਆਪਣਾ ਰੈਪਰੈਜ਼ੈਂਟੇਟਿਵ ਕਿਤੇ ਮਿਸ ਹੋ ਰਿਹਾ, ਤਾਂ ਆਪਾਂ ਉਸ ਨੂੰ ਆਬਜੈਕਟ ਕਰਨਾ, ਇਹ ਬਹੁਤ ਜ਼ਰੂਰੀ ਹੈ ਜੀ। ਮੀਰਾ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਏ ਸਾਡੇ ਨਾਲ। ਸਾਡਾ ਦਿਲ ਕਰਦਾ ਸੀ ਕਿ ਤੁਸੀਂ ਇਸ ਮੌਕੇ ਦੇ ਉੱਤੇ ਸਾਡੇ ਨਾਲ ਕੁਝ ਗੱਲਾਂ ਜਿਹੜੀਆਂ ਮੁੱਦੇ ਕਿਹੜੇ ਨੇ ਜਾਂ ਕਿਹੜੇ ਹੋਣੇ ਚਾਹੀਦੇ, ਉਹਦੇ 'ਤੇ ਜ਼ਰੂਰ ਗੱਲਬਾਤ ਕਰੋ। ਬਹੁਤ ਬਹੁਤ ਸ਼ੁਕਰੀਆ ਜੀ। ਜੀ ਬਹੁਤ ਮਿਹਰਬਾਨੀ ਮੌਕਾ ਦੇਣ ਦੇ ਲਈ। ਕੋਈ ਵਾਧੂ ਘੱਟੂ ਗੱਲ ਕਹਿ ਗਈ ਹੋਵੇ ਤੁਹਾਨੂੰ ਜਾਂ ਤੁਹਾਡੇ ਆਪਣੇ ਸੁਣਨ ਵਾਲਿਆਂ ਨੂੰ, ਤਾਂ ਉਹਨਾਂ ਸਾਰਿਆਂ ਤੋਂ ਵੀ ਮਾਫੀ ਚਾਹੁੰਦੇ ਜੀ। ਦੋਸਤੋ, ਇਹਦੇ ਨਾਲ ਹੀ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।